ਉਹ ਕਿਹੜਾ ਬੂਟਾ ਏ ਹਰ ਥਾਂ ਜੋ ਪਲਦਾ ਏ, ਉਹ ਕਿਹੜਾ ਬੂਟਾ ਏ। ਸਿੱਖੀ ਦੇ ਬੂਟੇ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਦੁਨੀਆ ਭਰ ਦੇ ਵਿੱਚ ਸਿੱਖੀ ਦਾ ਬੂਟਾ ਲਹਿਰਾ ਰਿਹਾ ਏ। ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਬੂਟਾ ਲਾਇਆ ਸੀ 10 ਗੁਰੂਆਂ ਸਾਹਿਬਾਨਾਂ ਨੇ, ਉਹਦੇ ਵਿੱਚ ਗੁਰਬਾਣੀ ਰੂਪ ਦੇ ਵਿੱਚ ਬਹੁਤ ਮਿਠਾਸ ਭਰੀ, ਜਿਹਦੇ ਨਾਲ ਹਿਰਦੇ ਸਾਫ਼ ਹੋਏ ਔਰ ਦੂਰ ਦੂਰ ਤੱਕ ਇਨਸਾਨੀਅਤ ਦੀ ਗੂੰਜ ਪੈਣ ਲੱਗ ਪਈ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਸੰਸਥਾਵਾਂ ਸਮੇਂ ਸਿਰ ਬਣਦੀਆਂ ਰਹੀਆਂ, ਜਿਹਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ। ਸਿੱਖੀ ਦੇ ਪ੍ਰਿੰਸੀਪਲਸ ਔਰ ਸਿੱਖੀ ਦੇ ਜਿਹੜੇ ਟੈਨੈਂਟਸ ਨੇ, ਉਹਨਾਂ ਦੇ ਉੱਤੇ ਕੰਮ ਕਰਨਾ, ਉਹਨਾਂ ਦੇ ਉੱਤੇ ਪਹਿਰਾ ਦੇਣਾ ਤੇ ਡਟ ਕੇ ਉਹਨਾਂ ਦਾ ਪ੍ਰਚਾਰ ਕਰਨਾ, ਇਹ ਕਿਸੇ ਕਿਸੇ ਸੰਸਥਾ ਦੇ ਹਿੱਸੇ ਆਇਆ ਏ। ਸੋ ਇਹਨਾਂ ਹੀ ਸੰਸਥਾਵਾਂ ਦੇ ਵਿੱਚੋਂ ਇੱਕ ਵਿਲੱਖਣ ਸੰਸਥਾ ਹੈ ਕੇਸ ਸੰਭਾਲ ਪ੍ਰਚਾਰ ਸੰਸਥਾ, ਜੋ ਕਿ ਸਨ 97 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਤੇ ਅੱਜ ਤੱਕ ਆਪਣੀ ਕਾਰਗੁਜ਼ਾਰੀ ਕਰਦੀ ਹੋਈ ਅੱਗੇ ਵੱਧ ਰਹੀ ਹੈ। ਇਸ ਸੰਸਥਾ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਜੋ ਕਿ ਮਨੁੱਖਤਾ ਦੀ ਭਲਾਈ ਵਾਸਤੇ ਸਿੱਖੀ ਸਿਧਾਂਤਾਂ ਦੇ ਉੱਤੇ ਨਿਰਧਾਰਿਤ ਹੁੰਦੀਆਂ ਨੇ ਔਰ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਦੀ ਲਗਨ ਲਾਉਣਾ, ਸਮਝਾਉਣਾ। ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਆਈਡੈਂਟੀਟੀ ਕ੍ਰਾਈਸਿਸ ਚੱਲ ਰਿਹਾ ਹੈ ਔਰ ਨੈਗੇਟਿਵ ਥਾਟਸ ਦਾ ਪ੍ਰੋਸੈਸ ਚੱਲ ਰਿਹਾ ਹੈ, ਡਿਪਰੈਸ਼ਨ ਚੱਲ ਰਿਹਾ ਹੈ, ਮੈਂਟਲ ਅਜ਼ਾਈਲਮਸ ਵੱਧ ਰਹੇ ਨੇ, ਉਸ ਸੰਦਰਭ ਦੇ ਵਿੱਚ ਵੇਖਿਆ ਜਾਏ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ, ਜਿਹੜੇ ਗੁਰੂ ਸਿੱਖਿਆ ਦਾ ਪ੍ਰਚਾਰ ਕਰਦੀਆਂ ਨੇ, ਉਹਨਾਂ ਸੰਸਥਾਵਾਂ ਵਾਸਤੇ ਇੱਕ ਵੱਡਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਵੱਡਾ ਸਤਿਕਾਰ ਹੁੰਦਾ ਹੈ। ਤੇ ਅੱਜ ਅਸੀਂ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ 24 ਵਰ੍ਹੇ ਪੂਰੇ ਹੋਣ ਤੇ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਸਰਪ੍ਰਸਤ ਸਰਦਾਰ ਸੁਰਿੰਦਰਜੀਤ ਸਿੰਘ ਜੀ ਪਾਲ ਹੋਰਾਂ ਨੂੰ ਬਹੁਤ ਵਧਾਈ ਦਿੰਦੇ ਹਾਂ ਤੇ ਬਰਕਤ ਨੂੰ ਸੁਣਨ ਤੇ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਦੱਸਦੇ ਜਾਂਦੇ ਹਾਂ ਕਿ ਅੱਜ 25ਵੇਂ ਵਰ੍ਹੇ ਦੀ ਜਿਹੜੀ ਸ਼ੁਰੂਆਤ ਕੇਸ ਸੰਭਾਲ ਪ੍ਰਚਾਰ ਸੰਸਥਾ ਦੀ ਹੋਈ ਹੈ, ਉਹਦੇ ਵਿੱਚ ਉਹਨਾਂ ਨੇ ਕੁਝ ਕਾਰਗੁਜ਼ਾਰੀਆਂ ਕਰਨੀਆਂ ਨੇ ਜਿਨ੍ਹਾਂ ਤੇ ਅੱਜ ਉਹ ਚਾਨਣਾ ਪਾਉਣਗੇ ਤੇ ਸਾਡੇ ਨਾਲ ਪਿਛਲੇ 24 ਵਰ੍ਹਿਆਂ ਦੀਆਂ ਬੀਤੀਆਂ ਹੋਈਆਂ ਉਹ ਚੰਗੀਆਂ ਖੱਟੀਆਂ ਮਿੱਠੀਆਂ ਯਾਦਾਂ ਵੀ ਸਾਂਝੀਆਂ ਕਰਨਗੇ। ਤੇ ਅੱਜ ਦੇ ਦਿਨ ਇੱਕ ਬੜਾ ਭਾਗਾਂ ਵਾਲਾ ਦਿਨ ਹੈ ਸਾਡੇ ਵਾਸਤੇ ਵੀ ਔਰ ਸਾਰੇ ਸਿੱਖ ਸਮਾਜ ਵਾਸਤੇ, ਜਿਹੜੇ ਚਾਹੁੰਦੇ ਨੇ ਕਿ ਸਿੱਖੀ ਦਾ ਪ੍ਰਚਾਰ ਉਸ ਤਰੀਕੇ ਦੇ ਨਾਲ ਹੋਵੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਚਿਤਵਿਆ ਸੀ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਦਾ ਜਿਹੜਾ ਪਸਾਰਾ ਜਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ, ਉਸੇ ਹੀ ਸੰਦਰਭ ਦੇ ਵਿੱਚ ਕੇਸ ਸੰਭਾਲ ਪ੍ਰਚਾਰ ਸੰਸਥਾ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਇੱਕ ਵੈਬਸਾਈਟ ਲਾਂਚ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਜਿਹੜੇ ਕੰਪੀਟੀਸ਼ਨਸ ਜਾਂ ਜਿਹੜੀਆਂ ਐਕਟੀਵਿਟੀਜ਼ ਸਾਰੇ ਸਾਲ ਦੇ ਵਿੱਚ ਹੁੰਦੀਆਂ ਨੇ, ਉਹਦਾ ਵੇਰਵਾ ਵੀ ਦਿੱਤਾ ਜਾਏਗਾ ਔਰ ਜਿਹੜੀਆਂ ਸਿੱਖ ਸ਼ਖਸੀਅਤਾਂ ਦੁਨੀਆ ਭਰ ਦੇ ਵਿੱਚ ਮੱਲਾਂ ਮਾਰ ਚੁੱਕੀਆਂ ਨੇ, ਉਹਨਾਂ ਨੂੰ ਰੋਲ ਮਾਡਲਸ ਬਣਾ ਕੇ ਪੇਸ਼ ਵੀ ਕੀਤਾ ਜਾਏਗਾ। ਕਿਉਂਕਿ ਬੱਚਿਆਂ ਦੇ ਜਿਹੜੇ ਛੋਟੇ ਛੋਟੇ ਵਾਟ, ਵੈਨ, ਵੇਅਰ, ਹਾਊ ਸਵਾਲ ਹੁੰਦੇ ਨੇ, ਉਹਨਾਂ ਨੂੰ ਆਨਸਰ ਕਰਨ ਵਾਸਤੇ ਕਈ ਵਾਰੀ ਮਾਪਿਓ ਕੋਲ ਜਵਾਬ ਨਹੀਂ ਹੁੰਦੇ। ਸੋ ਇੱਦਾਂ ਦੀਆਂ ਸੰਸਥਾਵਾਂ ਹੁੰਦੀਆਂ ਨੇ ਜਿਹਦੇ ਵਿੱਚ ਕ੍ਰੀਏਟਿਵ ਕੰਮ ਹੁੰਦਾ ਹੈ ਸਿਧਾਂਤਾਂ ਦੇ ਆਧਾਰ ਤੇ ਔਰ ਸਾਨੂੰ ਇਹ ਦੱਸਦਿਆਂ ਹੋਇਆਂ ਖੁਸ਼ੀ ਹੋ ਰਹੀ ਹੈ ਕਿ ਇਸ ਵਕਤ ਸਾਡੇ ਨਾਲ ਇਸ ਸੰਸਥਾ ਦੇ ਸਰਪ੍ਰਸਤ ਆਪ ਜੁੜੇ ਵੀ ਹੋਏ ਨੇ ਤੇ ਨਾਲ ਹੀ ਨਾਲ ਸਾਡੇ ਕੋਲ ਬਹੁਤ ਸਾਰੇ ਮਹਿਮਾਨ ਜੁੜੇ ਨੇ ਜਿਨ੍ਹਾਂ ਨੇ ਇਸ ਸੰਸਥਾ ਦੇ ਨਾਲ ਸ਼ੁਰੂ ਦੇ ਵਰ੍ਹਿਆਂ ਦੇ ਵਿੱਚ ਕੰਮ ਕੀਤਾ ਤੇ ਕੁਝ ਇਹੋ ਜਿਹੀਆਂ ਸ਼ਖਸੀਅਤਾਂ ਜੁੜੀਆਂ ਨੇ ਜਿਹੜੀਆਂ ਹੁਣ ਤੱਕ ਨਿਰੰਤਰ 97 ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਦਾ ਸਾਥ ਦੇ ਰਹੀਆਂ ਨੇ ਤੇ ਨਾਲ ਹੀ ਨਾਲ ਕੁਝ ਉੱਘੀਆਂ ਸ਼ਖਸੀਅਤਾਂ ਜਿਹੜੀਆਂ ਆਸਟ੍ਰੇਲੀਆ ਦੇ ਸਿਡਨੀ ਤੇ ਮੈਲਬਨ ਸ਼ਹਿਰ ਦੇ ਵਿੱਚੋਂ ਜੁੜੀਆਂ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਕੰਮ ਕੀਤੇ ਨੇ ਜਿਨ੍ਹਾਂ ਨੂੰ ਵਿਲੱਖਣ ਕੰਮ ਕਿਹਾ ਜਾ ਸਕਦਾ ਹੈ। ਸੋ ਆਓ ਸਭ ਤੋਂ ਪਹਿਲਾਂ ਅਸੀਂ ਸਰਦਾਰ ਸੁਰਿੰਦਰਜੀਤ ਸਿੰਘ ਜੀ ਪਾਲ ਹੋਰਾਂ ਨੂੰ ਸਕਰੀਨ ਲਾਈਨ ਤੇ ਲੈਂਦੇ ਹਾਂ ਤੇ ਫਿਰ ਉਹਨਾਂ ਦੇ ਨਾਲ ਗੱਲਾਂ ਦਾ ਸਿਲਸਿਲਾ ਤੋਰਦੇ ਹੋਏ ਅਗਾਂਹ ਵਧਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ ਬਰਕਤ ਦੇ ਵਿਹੜੇ ਦੇ ਵਿੱਚ, ਤੇ 24 ਵਰੇ ਪੂਰੇ ਕਰਨ ਤੇ ਅਸੀਂ ਤੁਹਾਨੂੰ ਮੁਬਾਰਕਬਾਦ ਵੀ ਦਿੰਦੇ ਹਾਂ, ਤੇ 25ਵੀਂ ਵਰੀ ਦੀ ਸ਼ੁਰੂਆਤ ਵਾਸਤੇ ਵੀ ਤੁਹਾਨੂੰ ਵਧਾਈ ਦਿੰਦੇ ਹਾਂ ਕਿ 25ਵੇਂ ਵਰੇ ਦੇ ਵਿੱਚ ਕੇਸ ਸੰਭਾਲ ਪ੍ਰਚਾਰ ਸੰਸਥਾ ਐਂਟਰ ਕਰ ਗਈ ਹੈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਸਰੋਤਿਆਂ ਦੇ ਮੁਖਾਤਿਬ ਹੋ ਕੇ ਕੀ ਕਹਿਣਾ ਚਾਹੋਗੇ? ਮੈਂ ਵਾਹਿਗੁਰੂ ਦੀ ਬੜੀ ਕਿਰਪਾ ਹੈ ਜੀ ਸਾਡੇ ਤੇ ਕਿ ਅਸੀਂ ਇਹ ਸੰਸਥਾ 1997 ਵਿੱਚ ਬਣਾਈ ਸੀ ਔਰ ਅਸੀਂ 24 ਸਾਲ ਤੋਂ ਇਹ ਕੰਮ ਕਰ ਰਹੇ ਹਾਂ। ਪਰ ਪਰਪਸ ਜਿਹੜਾ ਇਹ ਸੀ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਅਸੀਂ ਆਪਣੀ ਰੂਟਸ ਦੇ ਨਾਲ ਜੋੜੀ ਰੱਖੀਏ। ਇਹ ਨਾ ਹੋਵੇ ਕਿ ਉਹ ਤੋਂ ਅਲੱਗ ਹੋ ਜਾਏ, ਕਿਉਂਕਿ ਪੰਜਾਬ ਦੇ ਵਿੱਚ ਜੋ ਹਾਲਾਤ ਚੱਲ ਰਹੇ ਸਨ ਉਸ ਵੇਲੇ ਵੀ ਔਰ ਅੱਜ ਵੀ ਖਰਾਬ ਹੀ ਹੋਏ ਨੇ, ਕੋਈ ਚੰਗੇ ਨਹੀਂ ਹੋਏ। ਉਹਦੇ ਵਿੱਚ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ ਉਹ ਨਸ਼ਿਆਂ ਦੇ ਵਿੱਚ ਰੁੜ ਰਹੀ ਹੈ ਔਰ ਜਿਹੜੀ ਪਤਿਤਪਣੇ ਵੱਲ ਵੱਧ ਰਹੀ ਹੈ। ਤਾਂ ਸਾਡੀ ਕੋਸ਼ਿਸ਼ ਰਹੀ ਕਿ ਅਸੀਂ ਇਸ ਨੂੰ ਕੋਈ ਇਹੋ ਜਿਹੇ ਪ੍ਰੋਗਰਾਮ ਕਰਵਾਈਏ ਜਿਹਦੇ ਨਾਲ ਯੰਗਰ ਜਨਰੇਸ਼ਨ ਜਿਹੜੀ ਹੈ ਜੁੜੇ। ਤੋਂ ਸਭ ਤੋਂ ਪਹਿਲੇ ਤਾਂ ਅਸੀਂ ਇਹੀ ਫੈਸਲਾ ਕੀਤਾ ਕਿ ਭਾਈ ਤਾਰੂ ਸਿੰਘ ਜਿਹੜੇ ਕਿ ਬਹੁਤ ਵੱਡੇ ਇਸ ਮਾਮਲੇ ਦੇ ਵਿੱਚ ਮੋਟੀਵੇਟਰ ਨੇ, ਜਿਨ੍ਹਾਂ ਨੇ ਕਿ ਆਪਣੀ ਖੋਪੜੀ ਤੇ ਲੁਹਾਤੀ ਪਰ ਆਪਣੇ ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ। ਇਹੋ ਜਿਹੇ ਸ਼ਹੀਦ ਜਿਹਨਾਂ ਨੂੰ ਅਸੀਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ, ਉਹਨਾਂ ਨੂੰ ਅਸੀਂ ਪ੍ਰੇਰਨਾ ਸਰੋਤ ਬਣਾ ਕੇ ਅਸੀਂ ਯੰਗਰ ਜਨਰੇਸ਼ਨ ਦੇ ਲਈ ਇਹ ਫੈਸਲਾ ਕੀਤਾ ਕਿ ਭਾਈ ਤਾਰੂ ਸਿੰਘ ਦਿਵਸ ਤੇ ਹੀ ਅਸੀਂ ਸੰਸਥਾ ਸ਼ੁਰੂ ਕਰਾਂਗੇ। ਤਾਂ 1997 ਵਿੱਚ ਜੁਲਾਈ ਦੇ ਮਹੀਨੇ ਵਿੱਚ, ਕਿਉਂਕਿ ਉਹਨਾਂ ਦਾ 1 ਜੁਲਾਈ ਨੂੰ ਉਹਨਾਂ ਦਾ ਸ਼ਹੀਦੀ ਦਿਨ ਹੁੰਦਾ ਹੈ 1 ਜੁਲਾਈ ਨੂੰ, ਤੇ ਉਸ ਦਿਨ ਅਸੀਂ ਇਹ ਸ਼ੁਰੂ ਕੀਤੀ। ਔਰ ਉਸ ਤੋਂ ਬਾਅਦ ਅਸੀਂ ਅਨੇਕਾਂ ਪ੍ਰੋਗਰਾਮ ਜਿਹੜੇ 24 ਸਾਲਾਂ 'ਚ ਕਰਾਏ ਨੇ, ਜਿਨ੍ਹਾਂ ਵਿੱਚ ਪ੍ਰਮੁੱਖ ਪ੍ਰੋਗਰਾਮ ਇਹੋ ਜਿਹੇ ਸਨ ਜਿਹੜੇ ਕਿ ਬੱਚਿਆਂ ਦੀ ਸ਼ਖਸੀਅਤ ਨੂੰ ਉਭਾਰਨ ਲਈ, ਬੱਚਿਆਂ ਦੀ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਕਰਨਾ ਹੈ, ਉਹਨਾਂ ਨੂੰ ਇਹ ਕੌਨਫੀਡੈਂਸ ਦਿਵਾਉਣਾ ਕਿ ਤੁਸੀਂ ਸਿੱਖੀ ਸਰੂਪ 'ਚ ਰਹਿ ਕੇ ਵੀ ਬਹੁਤ ਖੂਬਸੂਰਤ ਲੱਗਦੇ ਹੋ। ਕੋਈ ਬੱਚਿਆਂ ਨੂੰ ਇਹਨੂੰ ਵਹਿਮ ਹੁੰਦਾ ਹੈ ਕਿ ਸ਼ਾਇਦ ਸਿੱਖੀ ਸਰੂਪ 'ਚ ਚੰਗੇ ਨਹੀਂ ਲੱਗਦੇ। ਅਸੀਂ ਸ਼ਖਸੀਅਤ ਦੇ ਔਰ ਮੁਕਾਬਲੇ ਕਰਾਏ, ਕਾਬਲੀਅਤ ਦੇ ਮੁਕਾਬਲੇ ਕਰਾਏ, ਇਹੋ ਜਿਹੇ ਬੜੇ ਧਾਰਮਿਕ ਕੈਂਪ ਲਗਾਏ ਜਿੱਥੇ ਉਹਨਾਂ ਦੇ ਅਸੀਂ ਪਰਸਨੈਲਿਟੀ ਡਿਵੈਲਪਮੈਂਟ ਦੇ ਕਈ ਤਰ੍ਹਾਂ ਦੇ ਹੋਰ ਇੰਟਰਵਿਊ, ਸੈਮੀਨਾਰ, ਡਿਸਕਸ਼ਨ ਕਰਵਾਈਆਂ। ਐਸੇ ਕੰਪੀਟੀਸ਼ਨ ਵੀ ਬਹੁਤ ਵਾਰੀ ਕਰਾਇਆ ਤਾਂ ਕਿ ਉਹਨਾਂ ਨੂੰ ਨਾਲ ਜੋੜਿਆ ਜਾਵੇ ਇਹੋ ਜਿਹੇ ਸਬਜੈਕਟਸ ਦੇ ਨਾਲ। ਹੁਣੇ ਅਸੀਂ ਰੀਸੈਂਟਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਇੱਕ ਐਸੇ ਕੰਪੀਟੀਸ਼ਨ ਕਰਵਾਇਆ ਜਿਹੜਾ ਕਿ ਬੜਾ ਕਾਮਯਾਬ ਰਿਹਾ ਹੈ। ਬਹੁਤ ਬੱਚਿਆਂ ਨੇ, ਬਹੁਤ ਸਾਰੇ ਹਿੰਦੂ ਬੱਚਿਆਂ ਨੇ ਵੀ ਉਹ ਪਾਰਟੀਸਪੇਟ ਕੀਤਾ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਦੂਜੇ ਧਰਮ ਵਾਲੇ ਨੇ ਉਹਨਾਂ ਨੂੰ ਵੀ ਸਾਡੇ ਧਰਮ ਬਾਰੇ ਪਤਾ ਲੱਗੇ ਔਰ ਇਹ ਜਿਹੜੀ ਸਾਡੀ ਆਇਡੈਂਟੀਟੀ ਹੈ, ਜਿਹੜੇ ਸਾਡੇ ਸੰਸਕਾਰ ਨੇ, ਜਿਹੜੇ ਸਾਡੀ ਵੈਲਿਊਜ਼ ਨੇ, ਗੁਰੂ ਸਾਹਿਬ ਜੋ ਸਾਨੂੰ ਸਿੱਖਿਆਵਾਂ ਦੇ ਗਏ ਨੇ, ਉਹ ਸਾਰੇ ਸੰਸਾਰ ਦੇ ਵਿੱਚ ਉਹਦਾ ਜਿਹੜੀ ਰੋਸ਼ਨੀ ਫੈਲੇ। ਇਸ ਕਰਕੇ ਬਹੁਤ ਸਾਰਾ ਸਾਹਿਤ ਵੀ ਛਾਪਿਆ, ਬਹੁਤ ਸਾਰਾ ਸਾਹਿਤ ਵੰਡਿਆ ਵੀ ਹੈ। ਜੀ ਪਾਲ ਸਾਹਿਬ, ਤੁਸੀਂ ਵਧਾਈ ਦੇ ਪਾਤਰ ਹੋ। ਇੰਨੇ ਸਾਰੇ ਜਿਹੜੇ ਕੰਮ ਨੇ ਤੁਸੀਂ ਇੰਨੇ ਸਾਲਾਂ ਦੇ ਵਿੱਚ ਕੀਤੇ ਨੇ। ਮੈਂ ਇਸ ਤੋਂ ਪਹਿਲਾਂ ਕਿ ਅੱਗੇ ਵਧਾਂ ਤੇ ਹੋਰ ਸ਼ਖਸੀਅਤਾਂ ਦੇ ਨਾਲ ਮੁਖਾਤਿਬ ਹੋਵਾਂ ਤੇ ਨਾਲ ਨਾਲ ਪਾਲ ਸਾਹਿਬ ਹੋਰਾਂ ਦੇ ਨਾਲ ਹੋਰ ਸਵਾਲ ਜਵਾਬ ਦੇ ਸਿਲਸਿਲੇ 'ਚ ਜੁੜੀਏ, ਮੈਂ ਸਾਰੇ ਸਰੋਤਿਆਂ ਨੂੰ ਦੱਸਦੀ ਜਾਵਾਂ ਕਿ ਸਰਦਾਰ ਸੁਰਿੰਦਰਜੀਤ ਸਿੰਘ ਜੀ ਪਾਲ ਬੜੇ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਨੇ, ਪਰ ਸਿੱਖੀ ਦਾ ਜਿਹੜਾ ਜਜ਼ਬਾ ਸੀ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਰਿਹਾ, ਤੇ ਜਿਸ ਕਰਕੇ ਕੇਸ ਸੰਭਾਲ ਪ੍ਰਚਾਰ ਸੰਸਥਾ ਹੋਂਦ ਦੇ ਵਿੱਚ ਆਈ। ਕਮਿਸ਼ਨਰ ਇਨਕਮ ਟੈਕਸ ਰਿਟਾਇਰ ਹੋਏ ਨੇ। ਔਰ ਪਾਲ ਸਾਹਿਬ, ਜਦੋਂ ਸਾਡੇ ਜਿਹੜੇ NRI ਪੰਜਾਬੀ ਭੈਣ ਭਰਾ ਇਸ ਟਾਈਮ ਜੁੜੇ ਹੋਏ ਨੇ, ਜਦੋਂ ਅਸੀਂ ਇਨਕਮ ਟੈਕਸ ਦੀ ਗੱਲ ਕਰਦੇ ਹਾਂ ਤੇ ਵੈਸੇ ਹੀ ਇੱਕ ਵਾਰੀ ਹੁੰਦਾ ਹੈ ਕਿ ਓਕੇ ਕਿਉਂਕਿ ਟੈਕਸ ਤੋਂ ਸਾਰੀ ਦੁਨੀਆ ਡਰਦੀ ਹੁੰਦੀ ਹੈ। ਸੋ ਬੜੀ ਵੱਡੀ ਪੋਸਟ ਔਰ ਬੜੀ ਡੇਂਜਰਸ ਪੋਸਟ ਤੋਂ ਰਿਟਾਇਰ ਹੋ ਕੇ ਤੇ ਇਹਨਾਂ ਸਾਰੇ ਕੰਮਾਂ ਦੇ ਵਿੱਚ ਜੁੜੇ ਨੇ। ਉਦੋਂ ਹੀ ਜੁੜ ਗਏ ਸੀ ਜੀ। ਜੋ ਵਾਹਿਗੁਰੂ ਨੇ ਸੇਵਾ ਲਾਈ ਹੁੰਦੀ ਹੈ ਉਹ ਕਰਨਾ ਹੀ ਹੁੰਦਾ ਹੈ, ਕਿਰਤ ਕਰਨੀ ਜ਼ਰੂਰੀ ਹੈ। ਤੋ ਜੋ ਕਿਰਤ ਦਿੱਤੀ ਹੁੰਦੀ ਹੈ ਉਹ ਕਰਦਾ ਬੰਦਾ, ਠੀਕ ਨਹੀਂ। ਤੋ ਸਾਨੂੰ ਇਹਦੇ ਤੇ ਸੇਵਾ ਨਿਭਾਈ ਤੁਸੀਂ ਤੇ ਸੇਵਾ ਨਿਭਾਉਣੀ ਸੀ, ਪਰ ਕੋਈ ਇਹੋ ਜਿਹੀ ਗੱਲ ਨਹੀਂ ਸੀ। ਮੈਂ ਸੇਵਾ ਕਾਲ ਦੇ ਵਿੱਚ ਵੀ ਸਿੱਖ ਵੈਲਿਊ ਜਿਹੜੀਆਂ ਸੀ ਉਹਨਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਮੇਰੀ ਕੋਸ਼ਿਸ਼ ਰਹੀ ਕਿ ਹਿਊਮਿਲਿਟੀ, ਜਸਟਿਸ ਇਹ ਹੋਣੇ ਚਾਹੀਦੇ ਨੇ, ਕਿਸੇ ਨਾਲ ਕੋਈ ਇਹੋ ਜਿਹੀ ਬੇਇਨਸਾਫੀ ਨਾ ਹੋਵੇ ਔਰ ਇਹਨੂੰ ਹਵਾ ਬਣਾ ਕੇ ਨਾ ਪੇਸ਼ ਕੀਤਾ ਜਾਏ, ਬਲਕਿ ਕਾਨੂੰਨ ਨੂੰ ਹਿਊਮਨਾਈਜ਼ ਕਰਤਾ ਜਾਵੇ। ਮੈਂ ਆਪਣੇ ਅਥਾਰਟੀ ਰਿਹਾ ਬੜੇ ਸਾਲ, ਠੀਕ ਨਹੀਂ ਜੀ। ਪਾਲ ਸਾਹਿਬ, ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਇਸ ਟਾਈਮ ਜੁੜ ਕੇ, ਤੇ ਨਾਲ ਨਾਲ ਦੱਸਦੇ ਜਾਈਏ ਕਿ ਜਿੱਦਾਂ ਪਾਲ ਸਾਹਿਬ ਉਹਨਾਂ ਨੇ ਗੱਲ ਕੀਤੀ ਕਿ 1 ਜੁਲਾਈ ਨੂੰ ਕੇਸ ਸੰਭਾਲ ਪ੍ਰਚਾਰ ਸੰਸਥਾ ਦਾ ਸਥਾਪਨਾ ਦਿਵਸ ਹੁੰਦਾ ਹੈ ਔਰ ਉਸ ਦਿਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਨ ਵੀ ਹੁੰਦਾ ਹੈ, ਜਿਹਦੇ ਸੰਦਰਭ ਦੇ ਵਿੱਚ ਇਹ ਸੰਸਥਾ ਨੂੰ ਇੱਕ ਐਗਜ਼ੈਂਪਲਰੀ ਫਾਰਮ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਕਿ ਉਹਨਾਂ ਦੀਆਂ ਕੰਟਰੀਬਿਊਸ਼ਨਸ ਔਰ ਉਹਨਾਂ ਦੇ ਜਿਹੜੇ ਸੈਕਰੀਫਾਈਸਿਸ ਆ ਉਹਨਾਂ ਨੂੰ ਵੀ ਹਾਈਲਾਈਟ ਕੀਤਾ ਜਾ ਸਕੇ ਕਿ ਉਹਨਾਂ ਨੇ ਆਪਣੀ ਖੋਪੜੀ ਲੁਹਾ ਦਿੱਤੀ ਸੀ ਪਰ ਆਪਣੇ ਕੇਸ ਨਹੀਂ ਕਤਲ ਕਰਨ ਦਿੱਤੇ ਸੀ। ਸੋ ਬਿਲਕੁਲ ਠੀਕ ਹੈ। ਔਰ ਪਾਲ ਸਾਹਿਬ, ਸਾਡੇ ਕੋਲ ਇਸ ਵਕਤ ਗਿਆਨੀ ਸੰਤੋਖ ਸਿੰਘ ਜੀ ਜੁੜੇ ਹੋਏ ਨੇ ਸਿਡਨੀ ਤੋਂ, ਜਿਨ੍ਹਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਰੋਤਿਆਂ ਨੂੰ ਵੀ
ਭਾਈ ਤਾਰੂ ਸਿੰਘ ਜੀ ਸ਼ਹੀਦ ਦੀ ਜਿਹੜੀ ਜੀਵਨੀ ਹੈ ਉਹਦੇ ਨਾਲ ਜਾਣੂ ਕਰਾਉਣ ਤੇ ਫਿਰ ਅਸੀਂ ਪ੍ਰੋਗਰਾਮ ਦੀ ਲੜੀ ਨੂੰ ਅਗਾਂਹ ਤੋਰਦੇ ਹਾਂ ਜੀ। ਮੈਂ ਬੁਲਾਵਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਬੀਬਾ ਰਸਨਾ ਕੌਰ ਜੀ, ਤੁਸੀਂ ਇੱਕ ਸ਼ਬਦ ਛੱਡ ਗਏ ਹੋ, ਸ਼ਾਇਦ ਤੁਸੀਂ ਕਿਹਾ ਵੀ ਸਮਝਿਆ ਹੋਣਾ ਵੀ ਸਰੋਤੇ ਹੋਰ ਨਾ ਜ਼ਿਆਦਾ ਡਰ ਜਾਣ, ਵੀ ਅੰਮ੍ਰਿਤਸਰ ਦੇ ਵਿੱਚ ਸਰਦਾਰ ਪਾਲ ਜੀ ਸਾਹਿਬ ਕਮਿਸ਼ਨਰ ਸਨ, ਪਰ ਜਦੋਂ ਰਿਟਾਇਰ ਹੋਏ ਉਦੋਂ ਚੀਫ ਕਮਿਸ਼ਨਰ ਰਿਟਾਇਰ ਹੋਏ ਆ। ਮਤਲਬ ਕੱਲੇ ਕਮਿਸ਼ਨਰ ਨਹੀਂ ਰਿਟਾਇਰ ਹੋਏ, ਤੇ ਬੜੀ ਵੱਡੀ ਪ੍ਰਾਪਤੀ ਹੈ ਵੀ ਏਡੀ ਵੱਡੇ ਅੰਦਰੋਂ ਬਾਹਰੋਂ ਸਿੱਖੀ ਸਰੂਪ ਤੇ ਸਿੱਖ ਟੇਲੈਂਟ ਕੀ ਆਪਣੀਆਂ ਟੇਲੈਂਟਸ ਸਿੱਖੀ ਦੀਆਂ ਸਿੱਖਿਆਵਾਂ ਨੂੰ ਬੰਦ ਕਰਨ ਵਾਲੇ ਤੇ ਡਿਸਕਰਜ ਕਰਨ ਵਾਲੇ ਏਡੇ ਵੱਡੇ ਸਾਮਰਾਜ ਦੇ ਏਡੇ ਵੱਡੇ ਉੱਚੇ ਅਹੁਦੇ ਤੇ ਰਹਿ ਕੇ ਵੀ ਇਹਨਾਂ ਨੇ ਸਿੱਖੀ ਪ੍ਰਚਾਰ ਦਾ ਕੰਮ ਪਹਿਲਾਂ ਵੀ ਕਰਦੇ ਰਹੇ, ਡਿਊਟੀ ਵੇਲੇ ਵੀ, ਤੇ ਹੁਣ ਰਿਟਾਇਰ ਹੋ ਕੇ ਵੀ ਕਰ ਰਹੇ। ਇਸ ਲਈ ਇਹ ਵਧਾਈ ਦੇ ਪਾਤਰ ਨੇ। ਅਜਿਹਾ ਹਰ ਕੋਈ ਨਹੀਂ ਕਰ ਸਕਦਾ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਮੁਸਲਮਾਨਾਂ ਦੇ ਰਾਜ ਵੇਲੇ ਵੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਹਾਂਜੀ, ਤੋ ਭਈ ਤੁਸੀਂ ਉਹਨਾਂ ਦੀ ਹਾਕਮਾਂ ਦੀ ਬੋਲੀ ਬੋਲਦੇ ਹੋ, ਹਾਕਮਾਂ ਦਾ ਪਹਿਰਾਵਾ ਕਰਦੇ ਹੋ, ਤੇ ਘਰ ਵਿੱਚ ਆਣ ਕੇ ਚੋਰੀ ਛਪੀ ਤੁਸੀਂ ਅੰਤਰ ਪੂਜਾ ਪੜ੍ਹੇ ਕਿਤਾਬਾਂ ਸੰਜਮ ਤੁਰਕਾਂ ਭਾਈ। ਅੱਛਾ, ਆਪਾਂ ਇਸ ਗੱਲ ਤੇ ਨਾ ਚਲੀਏ। ਤੋ ਜਿਸ ਮਹਾਨ ਸ਼ਹੀਦ ਦੀ ਯਾਦ ਵਿੱਚ ਇਹ ਸੰਸਥਾ ਦੀ ਕਾਇਮੀ ਹੋਈ ਹੈ, ਤੇ ਕੁਦਰਤੀ ਉਹਨਾਂ ਦੀ ਸ਼ਹੀਦੀ ਵੀ 25 ਸਾਲ ਦੀ ਉਮਰ ਵਿੱਚ ਹੋਈ, ਤੇ ਆਪਾਂ ਦਿਨ ਵੀ ਇਹ ਸਥਾਪਨਾ ਦਾ ਦਿਵਸ ਵੀ ਜਿਹੜਾ 25ਵਾਂ ਮਨਾ ਰਹੇ ਹਾਂ, 24ਵਾਂ ਪੂਰਾ ਹੋਇਆ। ਤੋ ਇਹ ਕੋਇਨਸੀਡੈਂਸ ਵਾਲੀ ਗੱਲ ਹੋ ਗਈ। ਭਾਈ ਤਾਰੂ ਸਿੰਘ ਜੀ ਤੇ ਪਰਿਵਾਰ ਦੇ 3 ਜੀ ਸਨ, ਬਿਰਧ ਮਾਤਾ, ਵਿਧਵਾ ਤੇ ਭੈਣ ਛੋਟੀ, ਤੇ ਆਪ 25 ਸਾਲ ਦਾ ਜਵਾਨ। ਇਹ ਪੂਲਾ ਪਿੰਡ ਜੋ ਪੜਾਣੇ ਵੱਡੇ ਪਿੰਡ ਦੇ ਨੇੜੇ, ਪੜਾਣਾ ਪਾਕਿਸਤਾਨ 'ਚ ਤੇ ਹਿੰਦੁਸਤਾਨ 'ਚ, ਹਿੰਦੁਸਤਾਨੀ ਪੰਜਾਬ 'ਚ ਪੂਲਾ ਪਹਿਲਾਂ ਲਾਹੌਰ ਜ਼ਿਲ੍ਹੇ ਸੀ, ਹੁਣ ਸ਼ਾਇਦ ਖੇਤੀ ਕਰਦਾ ਸੀ ਆਪ। ਤੇ ਗਿਆਨੀ ਜੀ ਦਾ ਇੰਟਰਨੈਟ ਲਿੰਕ ਸ਼ਾਇਦ ਸਾਡੇ ਨਾਲੋਂ ਇਸ ਟਾਈਮ ਟੁੱਟ ਗਿਆ ਹੈ, ਤੇ ਅਸੀਂ ਦੁਬਾਰਾ ਗਿਆਨੀ ਜੀ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ। ਆਓ ਸਰਦਾਰ ਸੁਰਿੰਦਰਜੀਤ ਸਿੰਘ ਪਾਲ ਹੋਰਾਂ ਦੇ ਨਾਲ ਹੋਰ ਗੱਲਾਂ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਜਿਵੇਂ ਗਿਆਨੀ ਸੰਤੋਖ ਸਿੰਘ ਜੀ ਹੋਰਾਂ ਨੇ ਆਖਿਆ ਕਿ ਅੰਮ੍ਰਿਤਸਰ ਕਮਿਸ਼ਨਰ ਸੀ ਤੇ ਉਸ ਤੋਂ ਬਾਅਦ ਚੀਫ ਕਮਿਸ਼ਨਰ ਰਿਟਾਇਰ ਹੋਏ। ਮੈਂ ਵੀ ਸਰੋਤਿਆਂ ਨੂੰ ਦੱਸਦੀ ਜਾਵਾਂ ਕਿ ਮੇਰੀ ਵੀ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਨਾਲ ਇੱਕ ਯਾਦ ਜੁੜੀ ਹੋਈ ਹੈ 1999 ਦੀ, ਜਿਹਦੇ ਤੇ ਮੈਂ ਜ਼ਰੂਰ ਗੱਲ ਕਰਨਾ ਚਾਹਾਂਗੀ, ਪਰ ਥੋੜ੍ਹੀ ਦੇਰ ਬਾਅਦ। ਹਾਂਜੀ ਪਾਲ ਸਾਹਿਬ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਕਰਨਾ ਚਾਹੁੰਦੀ ਸੀ। ਹਾਂਜੀ, ਕੇਸ ਸੰਭਾਲ ਪ੍ਰਚਾਰ ਸੰਸਥਾ ਨੂੰ ਜਦੋਂ ਅਗਾਂਹ ਵਧਾਉਂਦੇ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹਦੇ ਯੂਨਿਟਸ ਬਣਾਏ, ਦਿੱਲੀ ਦੇ ਵਿੱਚ ਕੰਮ ਚੱਲ ਰਿਹਾ, ਹੋਰ ਵਿਦੇਸ਼ਾਂ ਦੇ ਵਿੱਚ ਕੰਟਰੀਜ਼ ਲਾਈਕ UK, ਕੈਨੇਡਾ ਚੱਲ ਰਿਹਾ, ਤੁਹਾਨੂੰ ਸਭ ਤੋਂ ਵੱਡੀ ਚੁਣੌਤੀ ਕੀ ਪੇਸ਼ ਆਈ ਸੀਗੀ ਇਸ ਸੰਸਥਾ ਨੂੰ ਰੈਕੋਗਨੀਸ਼ਨ ਦਿਵਾਉਣ ਦੇ ਵਿੱਚ? ਇਹ ਸਾਡੇ ਸਰੋਤਿਆਂ ਨੂੰ ਬਹੁਤ ਜਾਣਨ ਦੀ ਇੱਛਾ ਰਹੇਗੀ, ਕਿਉਂਕਿ ਸੰਸਥਾਵਾਂ ਬਣਦੀਆਂ ਨੇ ਤੇ ਉਹਨਾਂ ਨੂੰ ਰੈਕੋਗਨਾਈਜ਼ ਕਰਨ ਦਾ ਇੱਕ ਜਿਹੜਾ ਪ੍ਰੋਬਲਮ ਹਮੇਸ਼ਾ ਆਉਂਦੀ ਰਹਿੰਦੀ ਹੈ। ਦੇਖੋ, ਏਦਾਂ ਹੈ ਕਿ ਜਿਹੜੀ ਵੀ ਨੂੰ ਰੈਕੋਗਨਾਈਜ਼ ਕਰਾਉਣਾ ਪੈਂਦਾ ਹੈ, ਜਿਵੇਂ ਕਿ ਰਜਿਸਟਰਾਰ ਹੋਇਆ, ਇਨਕਮ ਟੈਕਸ ਡਿਪਾਰਟਮੈਂਟ ਹੋਇਆ, ਔਰ ਲੋਕਾਂ ਦੀ ਨਜ਼ਰ ਦੇ ਵਿੱਚ ਵੀ ਰੈਕੋਗਨਾਈਜ਼ ਕਰਾਉਣਾ ਪੈਂਦਾ ਹੈ। ਸਭ ਤੋਂ ਪਹਿਲੀ ਜਿਹੜੀ ਪ੍ਰੋਬਲਮ ਸਭ ਸੰਸਥਾਵਾਂ ਨੂੰ ਆਉਂਦੀ ਹੋਏਗੀ, ਮੇਰਾ ਖਿਆਲ ਹੈ, ਉਹ ਇਹ ਕਿ ਜਿਹੜੀ ਲੀਡਰਸ਼ਿਪ ਹੁੰਦੀ ਆ ਉਸ ਵੇਲੇ ਦੀ, ਉਹ ਕਈ ਵਾਰ ਨਹੀਂ ਚਾਹੁੰਦੀ ਕੋਈ ਨਵੀਂ ਸੰਸਥਾ ਹੋਣ ਵਿੱਚ ਆ ਕੇ ਉਹੋ ਜਿਹਾ ਕੰਮ ਕਰਨਾ ਸ਼ੁਰੂ ਕਰੇ ਜਿਹੜਾ ਕਿ ਉਹ ਕਰਨਾ ਚਾਹੁੰਦੇ ਨੇ, ਜਾਂ ਉਹ ਕਰਨ ਦਾ ਮੈਂ ਕਹਾਂਗਾ ਲੋਕਾਂ ਨੂੰ ਦੱਸਦੇ ਨੇ ਕਿ ਅਸੀਂ ਕਰ ਰਹੇ ਹਾਂ। ਉਹ ਕਿੰਨਾ ਕੁ ਕਰ ਰਹੇ ਹੁੰਦੇ ਮੈਨੂੰ ਨਹੀਂ ਪਤਾ, ਵਾਹਿਗੁਰੂ ਜਾਣਦਾ ਹੈ। ਲੇਕਿਨ ਜਦੋਂ ਸਾਡੀ ਸੰਸਥਾ ਵੀ ਹੋਣੀ ਚਾਹੀਦੀ, ਉਸ ਵੇਲੇ ਵੀ ਸੀ ਜੋ 300 ਸਾਲਾ ਖਾਲਸਾ ਪੰਥ ਦੀ ਸਿਰਜਣਾ ਦਾ ਸਾਲ ਆਉਣ ਵਾਲਾ ਸੀ, ਤਿਆਰੀਆਂ ਹੋ ਰਹੀਆਂ ਸਨ, ਤੇ ਮੈਂ ਕਈ ਲੀਡਰਾਂ ਨੂੰ ਪੁੱਛਦਾ ਸੀ ਬਈ ਕੀ ਤਿਆਰੀ ਅਸੀਂ ਕਰ ਰਹੇ ਹਾਂ। ਤਾਂ ਉਹ ਸਭ ਜ਼ਿਆਦਾਤਰ ਲੀਡਰ ਇਹ ਕਹਿੰਦੇ ਸੀ ਜੀ ਅਸੀਂ ਸਾਰਿਆਂ ਨੂੰ ਅੰਮ੍ਰਿਤ ਛਕਾਵਾਂਗੇ, ਐਨ ਕਰਾਂਗੇ। ਮੈਂ ਉਹਨਾਂ ਨੂੰ ਕਹਿੰਦਾ ਸੀ ਅੰਮ੍ਰਿਤ ਕਿੱਦਾਂ ਛਕਾਵਾਂਗੇ, ਜਦ ਕਿ ਪਿੰਡਾਂ ਦੇ ਵਿੱਚ ਮੁੰਡੇ, ਬਹੁਤ ਸਾਰੇ ਮੁੰਡੇ ਜਿਹੜੇ ਨੇ ਉਹ ਪਤਿਤ ਹੋ ਗਏ ਨੇ, ਤੇ ਅੰਮ੍ਰਿਤ ਕਿਹਨਾਂ ਨੂੰ ਛਕਾਉਣਾ? ਅਸੀਂ ਉਹ ਨਸ਼ਿਆਂ ਵਿੱਚ ਪੈ ਗਏ ਨੇ, ਉਹ ਅੰਮ੍ਰਿਤ ਛਕਣ ਦੇ ਲਾਇਕ ਨਹੀਂ ਰਹੇ। ਜੇ ਪਹਿਲੇ ਅਸੀਂ ਉਹਨਾਂ ਨੂੰ ਉਸ ਸਟੇਜ ਤੇ ਲਿਆਈਏ, ਪਹਿਲੇ ਉਹਨਾਂ ਨੂੰ ਪਤਿਤ ਪਣੇ ਨੂੰ ਠੱਲ ਪਾਈਏ, ਪਹਿਲੇ ਅਸੀਂ ਉਹਨਾਂ ਦੇ ਨਸ਼ੇ ਛੁਡਵਾਈਏ,
ਤਾਂ ਅਸੀਂ ਉਹਨਾਂ ਨੂੰ ਅੰਮ੍ਰਿਤ ਦੇ ਲਾਇਕ ਬਣਾਵਾਂਗੇ ਤਾਂ ਅੰਮ੍ਰਿਤ ਛਕਾ ਸਕਾਂਗੇ ਔਰ ਫਿਰ ਉਹਨਾਂ ਨੂੰ ਵੈਲਿਊ ਦੱਸ ਸਕਾਂਗੇ। ਤੇ ਇਸ ਕਰਕੇ ਉਸ ਵੇਲੇ ਬੜਾ ਹੁੰਦਾ ਹੈ, ਚੁਣੌਤੀ ਹੁੰਦੀ ਹੈ ਕਿ ਤੁਸੀਂ ਉਸ ਸੰਤਾਂ ਨੂੰ ਸਥਾਪਿਤ ਕਰ ਲਿਓ, ਤੁਸੀਂ ਕੀ ਨਵਾਂ ਲਿਆਓਗੇ ਜਿਹੜਾ ਕਿ ਤੁਸੀਂ ਉਹਨਾਂ ਨੂੰ ਦੱਸ ਸਕੋ। ਤਾਂ ਅਸੀਂ ਸਭ ਤੋਂ ਪਹਿਲੇ ਕੀ ਕੀਤਾ ਕਿ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਿਹਦਾ ਨਾਂ ਰੱਖਿਆ ਸੈਗਾ। ਉਸ ਦਾ ਸਪਿਰਿਚੁਅਲ ਐਂਡ ਜਨਰਲ ਐਬਿਲਿਟੀ ਕੰਟੈਸਟ। ਉਹਦੇ 'ਚ ਕੀ ਹੈ ਕਿ ਲੜਕੇ ਲੜਕੀਆਂ ਜੋ ਵੀ ਆਉਂਦੇ ਸੀ, ਜਵਾਨ ਬੱਚੇ ਸਨ, ਬਾਅਦ 'ਚ ਅਸੀਂ ਬੱਚਿਆਂ ਲਈ ਵੀ ਇਹ ਕਰਾਇਆ, ਛੋਟੇ ਬੱਚਿਆਂ ਲਈ ਵੀ। ਉਹਨਾਂ ਨੂੰ ਅਸੀਂ ਪਰਸਨੈਲਿਟੀ ਡਿਵੈਲਪਮੈਂਟ ਦੇ ਮਤਲਬ ਉਹ ਆਪਣੀ ਪਰਸਨੈਲਿਟੀ ਨੂੰ ਪੇਸ਼ ਕਰਦੇ ਸੀ, ਆਪਣੇ ਟੈਲੈਂਟ ਨੂੰ ਪੇਸ਼ ਕਰਦੇ ਸੀ ਔਰ ਫਿਰ ਅਸੀਂ ਉਹਨਾਂ ਨੂੰ ਸਿੱਖ ਧਰਮ ਦੇ ਬਾਰੇ ਸਵਾਲ ਪੁੱਛਦੇ ਸੀ। ਅਗਰ ਉਹ ਸਾਰੇ ਰਾਊਂਡ ਕਲੀਅਰ ਕਰ ਜਾਂਦੇ ਸੀ, ਜਿਹੜਾ ਬੱਚੇ ਟੌਪ 'ਤੇ ਆਉਂਦੇ ਸੀ, ਉਹਨਾਂ ਨੂੰ ਅਸੀਂ ਫਿਰ ਹੀ ਖਾਲਸਾ, ਸ਼ੀ ਖਾਲਸਾ ਇਹੋ ਜਿਹੇ ਖਿਤਾਬ ਦੇ ਕੇ, ਉਹਨਾਂ ਨੂੰ ਇਨਾਮ ਦੇ ਕੇ ਪ੍ਰੋਤਸਾਹਿਤ ਕਰਦੇ ਸੀ। ਔਰ ਬਹੁਤ ਬੱਚੇ ਜਿਹੜੇ ਸਨ ਇਹਦੇ ਨਾਲ ਜੁੜਦੇ ਸੀ ਪ੍ਰੋਗਰਾਮ ਦੇ ਨਾਲ। 15-20 ਸਾਰੇ ਪ੍ਰੋਗਰਾਮ ਚੱਲਦੇ ਰਹੇ ਨੇ ਔਰ ਉਹਨਾਂ ਪ੍ਰੋਗਰਾਮ ਦੇ ਵਿੱਚ ਜਿਹੜੇ ਬੱਚੇ ਆਉਂਦੇ ਰਹੇ ਨੇ ਉਹ ਅੱਜ ਬੜੇ ਬੜੇ ਦੇਸ਼ਾਂ 'ਚ ਬੈਠੇ ਹੋਏ ਨੇ, ਬੜੇ ਅੱਛਾ ਕੰਮ ਕਰ ਰਹੇ ਨੇ, ਉਹ ਪ੍ਰਚਾਰ ਦੇ ਨਾਲ ਜੁੜੇ ਰਹੇ ਹਨ ਕਿਉਂਕਿ ਉਹਨਾਂ ਨੂੰ ਸਾਰਾ ਅਸੀਂ ਉਹ ਕੋਰਸ ਦਿੰਦੇ ਸੀ, ਸਿਲੇਬਸ ਦਿੰਦੇ ਸੀ ਕਿ ਸਾਰਾ ਤਿਆਰ ਕਰਕੇ ਆਉਣਾ ਹੈ, ਸਿੱਖ ਧਰਮ ਨਾਲ ਜੁੜਨਾ ਹੈ, ਸਿੱਖ ਧਰਮ ਦੀ ਵੈਲਿਊ ਨਾਲ ਜੁੜਨਾ ਹੈ ਔਰ ਉਹਨਾਂ ਨੂੰ ਪਗੜੀ ਦੀ ਕੀ ਮਹੱਤਤਾ ਹੈ, ਕੇਸਾਂ ਦੀ ਕੀ ਮਹੱਤਤਾ ਹੈ, ਸਭ ਕੁਝ ਦੱਸਿਆ ਜਾਂਦਾ ਸੀ। ਉਹ ਤੋਂ ਬਾਅਦ ਅਸੀਂ ਕਈ ਤਰ੍ਹਾਂ ਦੇ ਕੈਂਪ ਵੀ ਲਗਾਏ ਔਰ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਅਸੀਂ ਜਿਹੜੇ ਕਾਰਨ ਐਨਾਲਾਈਜ਼ ਕੀਤੇ ਕਿ ਕਿਉਂ ਬੱਚੇ ਪਤਿਤ ਹੋ ਰਹੇ ਨੇ। ਉਹਨਾਂ ਦੀ ਇੱਕ ਕਾਰਨ ਇਹ ਸੀ ਕਿ ਉਹਨਾਂ ਨੂੰ ਦਸਤਾਰ ਸਜਾਣੀ ਨਹੀਂ ਸੀ ਆਉਂਦੀ। ਜਦੋਂ ਘਰ ਦਸਤਾਰ ਸਜਾਉਣ ਦਾ ਵੇਲਾ ਆਉਂਦਾ, ਬੱਚੇ ਦਾ ਜਵਾਨ ਬੱਚਾ ਹੋ ਰਿਹਾ ਹੁੰਦਾ, ਉਸ ਵੇਲੇ ਉਹਨੂੰ ਬੜਾ ਮੁਸ਼ਕਿਲ ਲੱਗ ਰਿਹਾ ਹੁੰਦਾ ਕਿ ਇਹ ਕੀ ਨਵਾਂ ਕੰਮ ਸ਼ੁਰੂ ਹੋ ਗਿਆ। ਜੋ ਕਈ ਬੱਚੇ ਉਸ ਵੇਲੇ ਹਿੰਮਤ ਹਾਰ ਜਾਂਦੇ ਨੇ, ਮਾਂ ਪਿਓ ਵੀ ਕਹਿੰਦਾ ਚੱਲ ਛੱਡ ਪਰੇ, ਤੂੰ ਕਰ ਲੈ, ਕੇਸ ਕਤਲ ਕਰ ਲੈ। ਮੈਨੂੰ ਯਾਦ ਹੈ ਕਿ ਅਸੀਂ ਵੀ ਇੱਕ ਦਸਤਾਰ ਸਜਾਵਣ ਸਿਖਲਾਈ ਕੇਂਦਰ ਭਾਈ ਵੀਰ ਸਿੰਘ ਹਾਲ ਦੇ ਵਿੱਚ ਅੰਮ੍ਰਿਤਸਰ ਸ਼ੁਰੂ ਕੀਤਾ, ਜਿਹੜਾ ਕਿ 20 ਸਾਲ ਤੋਂ ਚੱਲ ਰਿਹਾ ਹੁਣ ਵੀ। ਔਰ ਉਹਦੇ 12-13 ਹਜ਼ਾਰ ਬੱਚੇ ਦਸਤਾਰ ਸਿੱਖਣੀ ਸਿੱਖ ਗਏ ਹਨ ਔਰ ਫ੍ਰੀ ਉਹਨਾਂ ਨੂੰ ਸਿਖਾਈ ਗਈ ਹੈ। ਔਰ ਉਹਨਾਂ ਦਾ ਉਸ ਜਿਹੜਾ ਇੰਡੀਆ ਬੁੱਕ ਆਫ ਰਿਕਾਰਡ ਦਾ ਨਾਂ ਵੀ ਆਇਆ ਸੀ 2020 'ਚ। ਔਰ ਪਹਿਲੇ ਵੀ ਉਹਨੂੰ ਕਈ ਅੱਛੇ ਬੜੇ ਇੰਪੋਰਟੈਂਟ ਮੈਗਜ਼ੀਨ ਉਹਦੇ ਬਾਰੇ, ਉਸ ਸੈਂਟਰ ਬਾਰੇ ਗੱਲ ਕਰ ਚੁੱਕੇ ਹਨ। ਸਾਨੂੰ ਉਹਦੀ ਬੜੀ ਜਿਹੜੀ ਹੈ ਮਦਦ ਰਹੀ ਹੈ ਕਿਉਂਕਿ ਉਸ ਸੈਂਟਰ ਦੇ ਬਦੌਲਤ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਪਤਿਤ ਹੋਣੇ ਤੋਂ ਰੋਕਿਆ ਔਰ ਉਹ ਕਈ ਮਾਂ ਪਿਓ ਵੀ ਬੜੇ ਖੁਸ਼ ਹਨ ਕਿ ਸਾਡਾ ਬੱਚਾ ਨਹੀਂ ਤਾਂ ਕਹਿੰਦਾ ਸੀ ਮੈਨੂੰ ਨਹੀਂ ਆਉਂਦੀ, ਹੁਣ ਬਹੁਤ ਸੋਹਣੀ ਦਸਤਾਰ ਸਜਾਉਂਦੇ ਨੇ, ਬਹੁਤ ਸੋਹਣੀ ਪਰਸਨੈਲਿਟੀ ਲੱਗਦੀ ਹੈ। ਅਸੀਂ ਉਹਨਾਂ ਨੂੰ ਕਹਿੰਦੇ ਦਸਤਾਰ ਤੋਂ ਬਿਨਾਂ ਕੋਈ ਪਰਸਨੈਲਿਟੀ ਨਹੀਂ ਹੁੰਦੀ। ਇਹ ਅੱਛਾ ਸਾਡਾ ਰੂਪ ਨੂੰ ਜਿਹੜਾ ਸਵਾਰਦਾ ਹੈ ਦਸਤਾਰ, ਕੇਸ, ਇਹ ਸਾਡਾ ਇੱਕ ਉਹ ਸਰੂਪ ਹੈ ਜੋ ਪਰਮਾਤਮਾ ਨੇ ਦਿੱਤਾ ਹੈ। ਇਸ ਕਰਕੇ ਇਹਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਜੀ ਪਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਕੇਸ ਸੰਭਾਲ ਪ੍ਰਚਾਰ ਸੰਸਥਾ ਦੀ ਗੱਲ ਕਰ ਰਹੇ ਹੋ, ਅਸੀਂ ਸਰਦਾਰ ਤਜਿੰਦਰ ਸਿੰਘ ਜੀ ਜੁੜੇ ਹੋਏ ਨੇ ਸਾਡੇ ਨਾਲ ਸਿਡਨੀ ਤੋਂ, ਉਹਨਾਂ ਨੂੰ ਵੀ ਸਟ੍ਰੀਮ ਲਾਈਨ ਦੇ ਉੱਤੇ ਜੋੜਦੇ ਹਾਂ ਤੇ ਤੁਸੀਂ ਰਲ ਮਿਲ ਕੇ ਸਾਨੂੰ ਕੇਸ ਸੰਭਾਲ ਪ੍ਰਚਾਰ ਸੰਸਥਾ ਬਾਰੇ ਹੋਰ ਗਿਆਨ ਦੇ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਔਰ ਸਰੋਤਿਆਂ ਨੂੰ ਦੱਸਦੇ ਜਾਈਏ, ਸਰਦਾਰ ਤਜਿੰਦਰ ਸਿੰਘ ਜੀ ਇਸ ਵਕਤ ਸਿਡਨੀ ਦੇ ਵਿੱਚ ਨੇ ਔਰ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਮਿਨਿਸਟਰੀ ਆਫ ਇੰਡਸਟਰੀਜ਼ ਤੋਂ ਰਿਟਾਇਰ ਹੋਏ ਨੇ ਔਰ ਗੁਰਮਤ ਦੇ ਨਾਲ 70 ਦੇ ਦਹਾਕਿਆਂ ਤੋਂ ਜੁੜੇ ਹੋਏ ਨੇ। ਸਰਦਾਰ ਤਜਿੰਦਰ ਸਿੰਘ ਜੀ, ਮੈਨੂੰ ਪਾਲ ਸਾਹਿਬ ਨੇ ਇਹ ਹੁਕਮ ਵੀ ਲਾਇਆ ਸੀ ਕਿ ਸਰਦਾਰ ਤਜਿੰਦਰ ਸਿੰਘ ਹੋਰਾਂ ਨੂੰ ਕਹਿਣਾ ਹੈ ਕਿ ਉਹ ਕੇਸ ਸੰਭਾਲ ਪ੍ਰਚਾਰ ਸੰਸਥਾ ਬਾਰੇ ਆਪਣੇ ਬੋਲਾਂ ਰਾਹੀਂ ਦੱਸਣ ਔਰ ਦੱਸਣ ਤੁਸੀਂ ਕਿਸ ਤਰ੍ਹਾਂ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਸੀ ਔਰ ਕਿਹੜੀਆਂ ਐਕਟੀਵਿਟੀਜ਼ ਦੇ ਵਿੱਚ ਯੋਗਦਾਨ ਪਾਇਆ ਸੀ। ਜਿਵੇਂ ਕਿ ਸਾਡੇ ਸਰਪ੍ਰਸਤ ਸੁਰਿੰਦਰਜੀਤ ਸਿੰਘ ਜੀ ਪਾਲ ਇੱਕ ਬੜੀ ਮਲਟੀਫੈਸਟਡ ਜਿਹੜੀ ਪਰਸਨੈਲਿਟੀ ਹਨ ਔਰ ਬੜੀਆਂ ਘੱਟ ਐਸੀਆਂ ਸੰਸਥਾਵਾਂ ਨੇ ਧਾਰਮਿਕ ਜਿਨ੍ਹਾਂ ਦੇ ਵਿੱਚ ਜਿਹੜੇ ਉਹਨਾਂ ਦੇ ਚੇਅਰਮੈਨ ਜਾਂ ਜਿਹੜੇ ਹੈੱਡ ਹੁੰਦੇ ਨੇ ਉਹਨਾਂ ਦਾ ਆਪਣਾ ਜੀਵਨ ਜਿਹੜਾ ਉਹ ਵੀ ਗੁਰਸਿੱਖੀ ਵਾਲਾ ਹੁੰਦਾ ਹੈ। ਮੈਨੂੰ ਇੱਕ ਚਾਂਸ ਹੀ ਮਿਲਿਆ ਕਿ ਇਹਨਾਂ ਦੇ ਗ੍ਰਹਿ ਵਿਖੇ ਗੁਰਮਤ ਦੀ ਕਲਾਸਾਂ ਜਿਹੜੀਆਂ ਚੱਲਦੀਆਂ ਸਨ, ਉਹਨਾਂ ਕਲਾਸਾਂ ਦੇ ਵਿੱਚ ਜੋ ਸਹਿਜ ਪਾਠ ਹੈ ਉਸ ਦੀ ਵਿਚਾਰ ਜਿਹੜੀ ਹੈ ਹਰ ਇੱਕ ਸ਼ਬਦ ਦੀ, ਹਰ ਇੱਕ ਲਾਈਨ ਦੀ ਔਰ ਹਰ ਇੱਕ ਜਿਹੜਾ ਕੋਈ ਮੁਸ਼ਕਲ ਲਫ਼ਜ਼ ਉਹ ਜੋ ਹੁੰਦਾ ਸੀਗਾ ਉਸ ਨੂੰ ਐਕਸਪਲੇਨ ਕੀਤਾ ਜਾਂਦਾ ਸੀਗਾ। ਤੇ ਉਹਦੇ 'ਚ ਇਹਨਾਂ ਨੇ ਮੈਨੂੰ ਸੱਦਾ ਦਿੱਤਾ ਤੇ ਮੈਂ ਬੜਾ ਆਪਣੇ ਆਪ ਨੂੰ ਚੰਗੇ ਭਾਗਾਂ ਵਾਲਾ ਸਮਝਿਆ ਕਿ ਐਸੀ ਐਲੀਟ ਜਿਹੜੀ ਗੈਦਰਿੰਗ ਹੈ ਉਹਦੇ ਵਿੱਚ ਮੈਨੂੰ ਜਾ ਕਰਕੇ ਤੇ ਇਹ ਗੁਰਮਤ ਪ੍ਰਚਾਰ ਕਰਨ ਦਾ, ਗੁਰਬਾਣੀ ਦੀ ਵਿਚਾਰ ਕਰਨ ਦਾ ਜਿਹੜਾ ਹੈ ਮੈਨੂੰ ਮੌਕਾ ਮਿਲਿਆ ਕਿਉਂਕਿ ਮੇਰਾ ਸ਼ੁਰੂ ਤੋਂ ਹੀ ਇੰਟਰਸਟ ਜਿਹੜਾ ਹੈ ਉਹ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਕਲਚਰ, ਇਸ ਨੂੰ ਸਮਝਣ ਵਾਲੇ ਪਾਸੇ ਹੀ ਮੈਂ ਤੁਰਦਾ ਰਿਹਾ ਹਾਂ ਔਰ ਇਸੇ ਕਰਕੇ ਸਿੱਖ ਮਿਸ਼ਨਰੀ ਲਹਿਰ ਦੇ ਨਾਲ ਵੀ ਮੈਂ 1970 ਤੋਂ ਜੁੜਿਆ ਹੋਇਆ ਹਾਂ। ਤੇ ਇਹਨਾਂ ਦੇ ਗ੍ਰਹਿ ਵਿਖੇ ਮੈਂ ਦੇਖਿਆ ਕਿ ਬੜੇ ਸੁਚੱਜੇ, ਬੜੇ ਅੱਛੇ ਜੀਵਨ ਵਾਲੇ ਗੁਰਸਿੱਖ ਜਿਹੜੇ ਹਨ, ਬੀਬੀਆਂ ਔਰ ਜਿਹੜੇ ਵੀਰ ਹਨ, ਉਹ ਇਕੱਠੇ ਹੁੰਦੇ ਹਨ ਔਰ ਬੜੇ ਸਾਇੰਟੀਫਿਕ ਢੰਗ ਦੇ ਨਾਲ ਜਿਹੜੀ ਹੈ ਗੁਰਬਾਣੀ ਦੀ ਐਨਾਲਿਸਿਸ, ਗੁਰਬਾਣੀ ਦੀ ਵਿਚਾਰ ਜਿਹੜੀ ਕੀਤੀ ਜਾਂਦੀ ਹੈ। ਤੇ ਉਸ ਦਿਨ ਤੋਂ, ਉਸ ਮੌਕੇ ਤੋਂ ਹੀ ਔਰ ਸਭ ਤੋਂ ਜ਼ਿਆਦਾ ਮੈਂ ਪਾਲ ਸਾਹਿਬ ਦੀ ਆਪਣੀ ਜਿਹੜੀ ਪਰਸਨੈਲਿਟੀ ਹੈ
ਉਸ ਤੋਂ ਮੈਂ ਪ੍ਰਭਾਵਿਤ ਹੋਇਆ ਕਿ ਜਿਵੇਂ ਤੁਸੀਂ ਦੱਸਿਆ ਹੈ ਕਿ ਭਾਰਤ ਸਰਕਾਰ ਦੇ ਇੰਨੇ ਉੱਚੇ ਅਹੁਦੇ ਤੋਂ ਰਹਿ ਕਰਕੇ ਵੀ ਔਰ ਫਿਰ ਆਪਣੇ ਜੀਵਨ ਦੇ ਵਿੱਚ ਓਨੈਸਟੀ ਜਿਹੜੀ ਹੈ ਉਹ ਟਰਾਂਸਪੇਰੈਂਸੀ ਰੱਖ ਕਰਕੇ ਇਹਨਾਂ ਨੇ ਆਪਣੀ ਸੇਵਾ ਨਿਭਾਈ। ਔਰ ਫਿਰ ਇਹ ਨਹੀਂ ਕਿ ਸੇਵਾ ਨਿਭਾਉਣ ਤੋਂ ਬਾਅਦ ਇੱਕ ਜਿਵੇਂ ਬਾਕੀ ਬਿਊਰੋਕਰੈਟ ਹੁੰਦੇ ਨੇ ਦੂਜੀਆਂ ਐਕਟੀਵਿਟੀਜ਼ ਦੇ ਵਿੱਚ ਲੱਗ ਜਾਂਦੇ ਹਨ। ਇਹਨਾਂ ਨੇ ਆਪਣੇ ਆਪ ਨੂੰ ਪੂਰਨ ਤੌਰ ਦੇ ਉੱਪਰ ਜਿਵੇਂ ਸਰਵਿਸ ਕਰਦਿਆਂ ਹੋਇਆਂ ਕਮਿਟ ਕੀਤਾ ਸੀਗਾ, ਉਸੇ ਤਰ੍ਹਾਂ ਹੀ ਹੁਣ ਵੀ ਕਮਿਟ ਕੀਤਾ ਹੈ। ਮੈਂ ਜਦੋਂ ਵੀ ਇਹਨਾਂ ਦੇ ਘਰ ਗਿਆ ਮੈਂ ਹਮੇਸ਼ਾ ਇਹਨਾਂ ਨੂੰ ਦੇਖਿਆ ਕਿ ਉਹ ਕਿਸੇ ਨਾ ਕਿਸੇ ਚੀਜ਼ ਦੇ ਵਿੱਚ, ਕਿਸੇ ਰਾਈਟਿੰਗ ਦੇ ਵਿੱਚ, ਕਿਸੇ ਪੋਇਟਰੀ ਦੇ ਵਿੱਚ, ਇਵਨ ਮੈਂ ਜਦੋਂ ਇਹਨਾਂ ਦਾ ਪੜ੍ਹ ਰਿਹਾ ਸੀਗਾ ਸੰਸਥਾ ਦੇ ਬਾਰੇ, ਤੇ ਇਹਨਾਂ ਨੇ ਮਤਲਬ ਕੋਈ ਐਸਾ ਸੰਸਥਾ ਦੀ ਐਕਟੀਵਿਟੀ ਨਹੀਂ ਹੈ ਜਿਹਦੇ ਵਿੱਚ ਇਹਨਾਂ ਦੀ ਜਿਹੜੀ ਸਟੈਂਪ ਨਾ ਹੋਵੇ, ਇਹਨਾਂ ਦੀ ਜਿਹੜੀ ਸੁਪਰਵਿਜ਼ਨ ਜਾਂ ਜੋ ਵੀ ਇਹ ਨਾਲ ਕਰਦੇ ਹਨ ਮਿਲ ਕਰਕੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਮਿਲ ਕੇ ਨਾਲ ਚੱਲਦੇ ਹਨ। ਮੈਂ ਕੇਸ ਸੰਭਾਲ ਪ੍ਰਚਾਰ ਸੰਸਥਾ ਦੀ ਇੱਕ ਬੜੀ ਵੱਡੀ ਵਿਲੱਖਣ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਸੰਸਥਾ ਦੇ ਵਿੱਚ ਸਾਰੇ ਹੀ ਵਲੰਟੀਅਰ ਹਨ, ਕੋਈ ਵੀ ਇਹਦੇ ਅੰਦਰ ਪੇਡ ਇੰਪਲਾਈ ਨਹੀਂ ਹੈ। ਬਹੁਤ ਘੱਟ ਐਸੀਆਂ ਸੰਸਥਾਵਾਂ ਹੁੰਦੀਆਂ ਹਨ ਕਿ ਜਿਹਦੇ ਅੰਦਰ ਸਾਰੇ ਹੀ ਸਮਰਪਿਤ ਤੌਰ ਦੇ ਉੱਪਰ ਜਿਹੜੇ ਲੱਗੇ ਹੋਏ ਹੁੰਦੇ ਹਨ। ਤੇ ਇਹਨਾਂ ਦੀਆਂ ਜਿੱਥੇ ਤੱਕ ਐਕਟੀਵਿਟੀਜ਼, ਜਿਵੇਂ ਪਾਲ ਸਾਹਿਬ ਨੇ ਆਪਣੇ ਆਪ ਵੀ ਦੱਸਿਆ ਹੈ, ਇਹਨਾਂ ਨੇ ਜਿਹੜੀ ਕੇਸ ਸੰਭਾਲ ਸੰਸਥਾ ਬਣਾਈ ਹੈ, ਇਹਦੇ ਪਿੱਛੇ ਇੱਕ ਬੜਾ ਵੱਡਾ ਲੌਜਿਕ ਹੈ ਜਿਹੜਾ ਕਿ ਉਸ ਵੇਲੇ ਜਿਸ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਉਸ ਵੇਲੇ ਸਿੰਘ ਇਹ ਕਹਿੰਦੇ ਸਨ ਕਿ ਸਿਰ ਜਾਏ ਤੇ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਤੇ ਉਹ ਸਿੱਖੀ ਤਾਂ ਹੀ ਸੰਭਲੇਗੀ ਨਾ ਜੇ ਸਿੱਖੀ ਦੇ ਜਿਹੜੇ ਗੁਰੂ ਦੀ ਮੋਹਰ ਹੈ, ਜਿਹੜੇ ਕੇਸ ਹਨ, ਉਹਨਾਂ ਨੂੰ ਸੰਭਾਲਿਆ ਜਾਏਗਾ। ਤੇ ਇਸ ਸੰਸਥਾ ਨੇ ਸਭ ਤੋਂ ਵੱਧ ਉਦਮ ਇਹ ਕੀਤਾ ਕਿ ਕੇਸਾਂ ਨੂੰ ਸੰਭਾਲਣ ਵਾਸਤੇ ਸੈਮੀਨਾਰ ਕੀਤੇ, ਡੈਕਲੇਮੇਸ਼ਨ ਕੰਟੈਸਟ ਕੀਤੇ, ਜਿਹੜੇ ਆਰਟ ਕੰਪੀਟੀਸ਼ਨ ਕੀਤੇ, ਸਪਿਰਿਚੁਅਲ ਸੈਮੀਨਾਰਸ ਕੀਤੇ, ਔਰ ਬੜੀਆਂ ਵੱਡੀਆਂ ਜਿਹੜੀਆਂ ਹਨ ਪਲਾਂਘਾਂ ਪੁੱਟੀਆਂ ਹਨ। ਇਹ ਨਹੀਂ ਕਿ ਬਈ ਛੋਟੇ ਗਲੀ ਮਹੱਲੇ ਦੇ ਵਿੱਚ ਹੀ ਪ੍ਰਚਾਰ ਕੀਤਾ, ਵੱਡੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਹਨ ਉਹਨਾਂ ਸੰਸਥਾਵਾਂ ਨੂੰ ਵੀ ਆਪਣੇ ਨਾਲ ਲੈ ਕੇ ਚੱਲੇ ਹਨ। ਕਈ ਸੰਸਥਾਵਾਂ ਆਪਣੇ ਤੌਰ ਦੇ ਉੱਪਰ ਮੱਲਾ ਮਾਰਦੀਆਂ ਹਨ, ਲੇਕਿਨ ਇਹਨਾਂ ਨੇ ਹੋਰ ਜਿਹੜੀ ਸਿਸਟਰ ਆਰਗੇਨਾਈਜੇਸ਼ਨਸ ਹਨ, ਜਿਹੜੀ ਇਹਨਾਂ ਤੋਂ ਪਹਿਲੇ ਚੀਫ ਖਾਲਸਾ ਦੀਵਾਨ ਵਰਗੀ ਸੰਸਥਾ ਹੈ ਜਿਹੜੀ, ਉਹਦੇ ਨਾਲ ਵੀ ਜਿਹੜਾ ਇਹਨਾਂ ਨੇ ਕੋਆਪਰੇਸ਼ਨ ਕੀਤਾ। ਭਾਈ ਵੀਰ ਸਿੰਘ ਸਦਨ ਦਿੱਲੀ ਦੇ ਅੰਦਰ ਵੀ, ਔਰ ਇਹਨਾਂ ਨੇ ਮਾਤਾ ਸੁੰਦਰੀ ਹਾਲ ਦੇ ਅੰਦਰ ਵੀ ਬੜੇ ਐਸੇ ਸਪਿਰਿਚੁਅਲ, ਔਰ ਬੜੂ ਸਾਹਿਬ ਜੋ ਬੜੀ ਹੀ ਸਪਿਰਿਚੁਅਲ ਆਰਗੇਨਾਈਜੇਸ਼ਨ ਹੈ, ਉਹ ਐਜੂਕੇਸ਼ਨ ਦੇ ਫੀਲਡ ਵਿੱਚ ਵੀ ਬੜਾ ਅੱਛਾ ਕੰਮ ਕਰ ਰਹੇ ਹਨ, ਉਹਨਾਂ ਨੂੰ ਵੀ ਆਪਣੇ ਨਾਲ ਜੋੜਿਆ। ਔਰ ਸਾਰਿਆਂ ਦੇ ਵਿੱਚ ਜਿਹੜੇ ਗੁੱਡ ਪੁਆਇੰਟਸ ਹਨ, ਸਾਰਿਆਂ ਦੇ ਵਿੱਚੋਂ ਪ੍ਰੇਰਨਾ ਲੈ ਕਰਕੇ ਇਹ ਬੜੀ ਸੁਚੱਜੀ ਅਗਵਾਈ ਦੇ ਨਾਲ ਪਾਲ ਸਾਹਿਬ ਜਿਹੜੇ ਹਨ ਇਸ ਸੰਸਥਾ ਨੂੰ ਅੱਗੇ ਵਧਾ ਰਹੇ ਹਨ। ਔਰ ਮੈਂ ਸਭ ਤੋਂ ਜ਼ਿਆਦਾ ਇਹਨਾਂ ਦੀ ਜਿਸ ਚੀਜ਼ ਤੋਂ ਮੈਂ ਪ੍ਰਭਾਵਿਤ ਹੋਇਆ ਹਾਂ ਉਹ ਹੈ ਕਿ ਇਹਨਾਂ ਨੇ ਕਦੀ ਵੀ ਆਪਣੇ ਉਹਨਾਂ ਵਿੱਚੋਂ ਕਦੀ ਮਾਣ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੀ ਸ਼ਲਾਘਾ ਕੀਤੀ ਜਾਏ। ਲੇਕਿਨ ਅਸੀਂ ਕਿਉਂਕਿ ਸਮਝਦੇ ਹਾਂ ਕਿ ਸ਼ਲਾਘਾ ਕਿਸੇ ਦੀ ਕਰਨੀ ਇਹ ਕੋਈ ਕਿਸੇ ਮਤਲਬ ਚਮਚਾਗਿਰੀ ਨਹੀਂ ਹੁੰਦੀ ਹੈ। ਜੇ ਸੂਰਜ ਨੂੰ ਸੂਰਜ ਕਹਿ ਦੇਣਾ ਹੈ ਤੇ ਉਹ ਕੋਈ ਮਾੜੀ ਗੱਲ ਨਹੀਂ ਹੁੰਦੀ। ਤੇ ਗੁਰਮਤ ਫਿਲਾਸਫੀ ਵੀ ਇਹੀ ਕਹਿੰਦੀ ਹੈ ਕਿ ਚੰਗੇ ਨੂੰ ਚੰਗਾ ਕਹੋ, ਤੇ ਜੇ ਮੰਦਾ ਹੈ ਤੇ ਉਹਨੂੰ ਇਸ ਢੰਗ ਨਾਲ ਕਹੋ ਕਿ ਉਹਦੇ ਅੰਦਰ ਸੁਧਾਰ ਆਵੇ। ਤੇ ਇਹਨਾਂ ਦੀ ਜਿਹੜੀ ਸ਼ਖਸੀਅਤ ਤੋਂ ਬਹੁਤ ਜ਼ਿਆਦਾ ਅਸੀਂ ਪ੍ਰਭਾਵਿਤ ਹਾਂ ਸਾਰੇ ਜਣੇ। ਔਰ ਇੱਕ ਬੜਾ ਵੱਡਾ ਕੰਮ ਜਿਹੜਾ ਇਹ ਸ਼ਾਇਦ ਪਾਲ ਸਾਹਿਬ ਆਪ ਜ਼ਿਆਦਾ ਉਹਨੂੰ ਐਕਸਪਲੇਨ ਕਰਨਗੇ, ਲੇਕਿਨ ਮੈਂ ਜੋ ਕਹਿਣਾ ਚਾਹੁੰਦਾ ਕਿ 7 ਮਈ 2011 ਨੂੰ ਭਾਈ ਵੀਰ ਸਿੰਘ ਸਦਨ ਦੇ ਅੰਦਰ ਇਹਨਾਂ ਨੇ ਇੱਕ ਐਸਾ ਕਦਮ ਚੁੱਕਿਆ ਕਿ ਜਿਹੜਾ ਇੱਕ ਪੰਥ ਦਰਦੀ ਹੀ ਚੁੱਕ ਸਕਦਾ ਹੈ। ਇਹਨਾਂ ਨੇ ਬੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਹਨ, ਜਿਹੜੇ ਇਸ ਧਰਮ ਪ੍ਰਚਾਰ ਦੇ ਫੀਲਡ ਦੇ ਵਿੱਚ ਕੰਮ ਕਰਦੀਆਂ ਹਨ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਲੈਂਡਮਾਰਕ ਸੈਮੀਨਾਰ ਜਿਹੜਾ ਹੈ ਉੱਥੇ ਕੀਤਾ। ਔਰ ਉਹਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਦਿੱਲੀ ਦੇ ਅੰਦਰ ਉਹਨਾਂ ਸਾਰਿਆਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਇਹ ਗੱਲ ਕਹੀ ਵੀ ਜੋ ਕੌਮ ਦੀ ਜਿਹੜੀ ਇਸ ਵਕਤ ਦੀ ਹਾਲਾਤ ਹੈ ਉਹ ਐਸੀ ਹੈ ਕਿ ਵਿਕੋਲਤਰੇ ਢੰਗ ਦੇ ਨਾਲ ਅਲੱਗ-ਅਲੱਗ ਅਸੀਂ ਕੰਮ ਕਰਾਂਗੇ ਤੇ ਸਾਡਾ ਉਹੀ ਹੋਏਗਾ ਡ੍ਰੌਪ ਇਨ ਦਾ ਓਸ਼ਨ। ਤੇ ਜੇ ਅਸੀਂ ਮਿਲ ਕਰਕੇ ਸਾਰੇ ਕੰਮ ਕਰਾਂਗੇ ਤੇ ਫਿਰ ਕੁਝ ਜਿਹੜਾ ਹੈ ਉਹ ਜਿਹੜਾ ਸਿੱਖੀ ਦੀ ਗਿਰਾਵਟ ਹੈ ਉਸ ਪਾਸੇ ਵੱਲ ਵੀ, ਔਰ ਸੰਗਠਨ ਦੇ ਤੌਰ ਦੇ ਉੱਪਰ ਵੀ, ਪੰਥਕ ਤੌਰ ਦੇ ਉੱਪਰ ਵੀ ਜਿਹੜੀ ਗੁਰੂ ਪੰਥ ਦੀ ਗੱਲ ਹੈ ਔਰ ਗੁਰੂ ਗ੍ਰੰਥ ਦੀ ਗੱਲ ਹੈ ਉਸ ਨੂੰ ਅਸੀਂ ਅੱਗੇ ਤੋਰਨਾ ਹੈ। ਤੇ ਫਿਰ ਸਾਰਿਆਂ ਨੂੰ ਸਾਨੂੰ ਇੱਕ ਮੁੱਠ ਹੋਣਾ ਪਏਗਾ। ਤੇ ਜੇ ਇੱਕ ਮੁੱਠ ਹੋ ਕੇ ਚੱਲਾਂਗੇ ਤੇ ਫਿਰ ਇਹ ਅਸੀਂ ਜਿਹੜੇ ਹਾਂ ਉਹ ਇਸ ਕੌਮ ਨੂੰ ਬਚਾ ਸਕਦੇ ਹਾਂ। ਮੈਂ ਤੇ ਇੱਕ ਐਗਜ਼ਾਮਪਲ ਦੇਣਾ ਚਾਹਨਾ ਹਾਂ, ਉਹ ਬੜਾ ਹੀ ਸਾਰਥਕ ਹੈ ਕਿ ਉਹ ਇੱਕ ਪੰਡ ਤੂੜੀ ਦੀ ਲੈ ਕਰਕੇ ਇੱਕ ਜਿਹੜਾ ਕਿਸਾਨ ਸੀ ਉਹ ਪਾਰ ਕਰ ਰਿਹਾ ਸੀ ਦਰਿਆ, ਛੋਟਾ ਜਿਹਾ ਸੂਆ ਸੀ। ਉਹ ਪਾਰ ਕਰਦਿਆਂ ਕੀ ਹੋਇਆ ਕਿ ਉਹਨੇ ਆਪਣੇ ਹੱਥ ਉੱਤੇ ਪਾਏ ਹੋਏ ਸਨ ਤੂੜੀ ਦੀ ਪੰਡ ਦੇ ਉੱਤੇ, ਤੇ ਉਸ ਦੀ ਉਹ ਪੰਡ ਖੁੱਲ ਗਈ।
ਤੇ ਉਹ ਜਦੋਂ ਪੰਡ ਹੌਲੀ ਹੌਲੀ ਤੂੜੀ ਡਿੱਗਣ ਲੱਗੀ ਤੇ ਉਹ ਰੌਲਾ ਪਾਉਣ ਲੱਗ ਪਿਆ, ਉਹ ਮੇਰੀ ਤੂੜੀ ਗਿਰ ਗਈ, ਮੇਰੀ ਤੂੜੀ ਗਿਰ ਗਈ। ਤੇ ਕੋਈ ਪਾਲ ਸਾਹਿਬ ਵਰਗਾ, ਤੁਹਾਡੇ ਵਰਗਾ ਰਸਨਾ ਜੀ, ਉਹ ਕੋਈ ਕੋਲ ਖਲੋਤਾ ਸੀ, ਗੁਰਸਿੱਖ ਕਹਿਣ ਲੱਗਾ, ਭਾਈ ਇਹਨਾਂ ਦੋਨਾਂ ਹੱਥਾਂ ਦੇ ਨਾਲ ਜਿਹੜੀ ਤੂੜੀ ਬਚਾ ਸਕਦਾ ਹੈ ਉਹ ਬਚ ਜਾਣੀ ਹੈ, ਤੇ ਰੌਲਾ ਪਾਉਣ ਨਾਲ ਤੇ ਕੁਝ ਵੀ ਨਹੀਂ ਬਚਣਾ। ਤੇ ਮੇਰੇ ਖਿਆਲ ਇਸ ਸੰਸਥਾ ਦੇ ਉਸ ਵਕਤ ਜਿਹੜੀ ਇਹ ਸੈਮੀਨਾਰ ਲੈਂਡਮਾਰਕ ਹੋਇਆ, ਇਹੀ ਸੋਚ ਕੰਮ ਕਰ ਰਹੇ ਸੀ ਵੀ ਅਸੀਂ ਆਪਣੀ ਸੰਸਥਾ ਦੇ ਤੌਰ ਦੇ ਉੱਪਰ ਜਿੰਨਾ ਵੀ ਪੰਥਕ ਸੋਚ ਨੂੰ ਇਕੱਠਾ ਕਰਨ ਵਾਸਤੇ ਗੁਰੂ ਪੰਥ ਔਰ ਗੁਰੂ ਗ੍ਰੰਥ ਦੀ। ਇੱਕ ਹੋਰ ਗੱਲ ਮੈਂ ਕਹਿਣਾ ਚਾਹਨਾ ਕਿ ਬੜੇ ਸਾਡੇ ਸਕਾਲਰਸ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ, ਕਿ ਜੇ ਪੰਥ ਕਾਇਮ ਰਹੇਗਾ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉੱਚਤਾ ਹੈ ਉਹ ਵੀ ਕਾਇਮ ਰਹੇਗੀ। ਪੰਥ ਜਿੱਥੇ ਵੀ ਢਿੱਲਾ ਹੋਏਗਾ, ਗੁਰੂ ਗ੍ਰੰਥ ਦੇ ਉੱਪਰ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਅਟੈਕ ਹੁੰਦਾ ਹੈ। ਤੁਸੀਂ ਅਟੈਕ ਹੁੰਦੇ ਦੇਖ ਰਹੇ ਹੋ। ਤੇ ਇਸ ਕਰਕੇ ਉਸ ਸੈਮੀਨਾਰ ਦੇ ਵਿੱਚ ਸਾਰਿਆਂ ਨੇ ਆਪਣੇ ਜਿਹੜੇ ਦੇ ਪੁੱਟ देयर ਹੈਡਸ ਟੂਗੇਦਰ, ਸ਼ੋਲਡਰਸ ਟੂਗੇਦਰ, ਤੇ ਉਹਨਾਂ ਨੇ ਇੱਕ ਤਾਲਮੇਲ, ਪੰਥਕ ਤਾਲਮੇਲ ਸੰਗਠਨ, ਜਿਹਨੂੰ ਬਾਅਦ ਵਿੱਚ ਤਾਲਮੇਲ ਕਮੇਟੀ ਵੀ ਕਿਹਾ ਗਿਆ, ਪੰਥਕ ਤਾਲਮੇਲ ਕਮੇਟੀ, ਉਹ ਸ੍ਰੀ ਦਮਦਮਾ ਸਾਹਿਬ ਦੇ ਜੋ ਪੂਰਵ ਜਿਹੜੇ ਜਥੇਦਾਰ ਸਨ ਗਿਆਨੀ ਕੇਵਲ ਸਿੰਘ ਜੀ ਦੀ, ਉਹਨਾਂ ਦੀ ਅਧਿਕਸ਼ਤਾ ਦੇ ਵਿੱਚ ਇੱਕ ਕਮੇਟੀ ਬਣਾਈ। ਉਸ ਕਮੇਟੀ ਦੇ ਅੰਦਰ ਬੜੇ ਹੀ ਸੁਚੱਜੇ ਜਿਹੜੇ ਹੈ ਗੁਰਸਿੱਖ ਹਨ, ਉਹਨਾਂ ਨੂੰ ਨਾਲ ਜੋੜਿਆ ਤੇ ਉਹਨਾਂ ਨੂੰ ਇਹ ਗੱਲ ਕਹੀ ਵੀ ਅਸੀਂ ਹੁਣੇ ਕੰਮ ਕਰਨਾ ਹੈ ਕਿ ਅਸੀਂ ਪੰਥ ਨੂੰ ਇਕੱਠਾ ਕਰਨਾ ਹੈ। ਤੇ ਗਿਆਨੀ ਕੇਵਲ ਸਿੰਘ ਜੀ ਨੇ ਦਿੱਲੀ ਨਹੀਂ, ਦਿੱਲੀ ਤੋਂ ਬਾਹਰ ਵੀ ਜਿਹੜੀਆਂ ਸਿੰਘ ਸਭਾਵਾਂ ਨੇ ਉਹਨਾਂ ਨਾਲ ਮੇਲ ਕਰਕੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਘੁੰਮ ਕੇ ਉਹਨਾਂ ਨੇ ਐਸੇ ਕੰਮ ਕੀਤੇ ਕਿ ਜਿਹਦੇ ਨਾਲ ਕਿ ਕੌਮ ਦੇ ਅੰਦਰ ਬੜੀ ਅਵੇਅਰਨੈਸ ਆਈ। ਔਰ ਇਲੈਕਸ਼ਨ ਦੇ ਵਿੱਚ ਜਿਹੜੇ ਨਸ਼ੇ ਚੱਲਦੇ ਸਨ, ਉਹਨਾਂ ਨਸ਼ਿਆਂ ਨੂੰ ਕਿਵੇਂ ਅਸੀਂ ਦੂਰ ਕਰਨਾ ਹੈ। ਜੇ ਨਸ਼ੇ ਦੇ ਲੈ ਕਰਕੇ ਵੋਟ ਨਹੀਂ ਕਰਨਗੇ ਸਿੰਘ, ਤਾਂ ਫਿਰ ਚੰਗਾ ਬੰਦਾ ਜਿਹੜਾ ਹੈ ਉਹ ਚੁਣ ਕਰਕੇ ਹੀ ਕਮੇਟੀ ਦੇ ਅੰਦਰ, ਸ਼੍ਰੋਮਣੀ ਕਮੇਟੀ ਅੰਦਰ ਔਰ ਅਸੈਂਬਲੀਆਂ ਦੇ ਵਿੱਚ ਵੀ ਜਾਣਗੇ। ਤਾਂ ਮੈਂ ਸਮਝਦਾ ਕਿ ਇਸ ਪਿੱਛੇ ਕੇਸ ਸੰਭਾਲ ਪ੍ਰਚਾਰ ਸੰਸਥਾ ਦਾ ਬੜਾ ਵੱਡਾ ਹੱਥ ਹੈ ਕਿ ਜਿਹਦੇ ਅੰਦਰ ਉਹਨਾਂ ਨੂੰ ਕਾਫੀ ਹੱਦ ਤੱਕ ਸਫਲਤਾ ਮਿਲੀ ਹੈ। ਔਰ ਪੰਜਾਬ ਦੇ ਪਿੰਡਾਂ ਦੇ ਲੈਵਲ ਦੇ ਉੱਪਰ, ਵਿਲੇਜ ਲੈਵਲ ਦੇ ਉੱਪਰ ਜਾ ਕਰਕੇ ਇਹਦਾ ਬੜਾ ਅਸਰ ਹੋਇਆ ਹੈ। ਔਰ ਇਹੋ ਜਿਹੀਆਂ ਐਕਟੀਵਿਟੀਜ਼ ਜਿਹੜੀਆਂ ਹਨ ਉਹ ਚੱਲ ਰਹੀਆਂ ਹਨ ਕੇਸ ਸੰਭਾਲ ਸੰਸਥਾ ਵੱਲੋਂ। ਔਰ ਇੱਕ ਇਹਨਾਂ ਬੜਾ ਵੱਡਾ ਕੰਮ ਦਿੱਲੀ ਦੇ ਅੰਦਰ ਕੀਤਾ ਹੈ ਜੀ 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 ਜਿੱਥੇ ਹੈਪੇਟਾਈਟਸ ਦੀ ਬਿਮਾਰੀ ਚੱਲੀ, ਉਸ ਵੇਲੇ ਕਈ ਗਰੀਬ ਪਰਿਵਾਰ ਸਨ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਸਨ ਕਿ ਉਹ ਹੈਪੇਟਾਈਟਸ ਦੀ ਦਵਾਈ ਲੈ ਸਕਦੇ। ਤਾਂ ਇਹਨਾਂ ਨੇ, ਪਾਲ ਸਾਹਿਬ ਨੇ ਆਪਣੀ ਆਰਗੇਨਾਈਜੇਸ਼ਨ ਦੇ ਥਰੂ ਸਾਰੇ ਵੀਰਾਂ ਨੂੰ ਪ੍ਰੇਰਿਆ ਕਿ ਅਸੀਂ ਇਸ ਕਮੀ ਨੂੰ ਦੂਰ ਕਰਾਂਗੇ ਤੇ ਅਸੀਂ ਉਹਨਾਂ ਨੂੰ ਫ੍ਰੀ ਜਿਹੜੀ ਹੈ ਨਾ ਹੈਪੇਟਾਈਟਸ ਦੇ ਇੰਜੈਕਸ਼ਨ ਅਸੀਂ ਦਿਆਂਗੇ। ਫਿਰ ਜਦੋਂ ਦੇਖਿਆ ਕਿ ਹੁਣ ਕਈ ਬੱਚੇ ਨੇ ਜਿਹੜੇ ਕਿ ਦਵਾਈਆਂ ਵੀ ਨਹੀਂ ਲੈ ਸਕਦੇ, ਤੇ ਇਹਨਾਂ ਨੇ ਰਘਵੀਰ ਨਗਰ ਦਿੱਲੀ ਦੇ ਅੰਦਰ ਇਲਾਕਾ ਹੈ, ਉੱਥੇ ਇੱਕ ਜਾ ਕਰਕੇ ਅਪਰੋਚ ਕੀਤਾ ਡਾਕਟਰਸ ਆਨਲਾਈਨ ਔਨ ਪੁਆਇੰਟ ਲੈ ਕਰਕੇ ਉਹਨਾਂ ਨੂੰ ਉੱਥੇ ਉਸ ਮੌਕੇ ਤੇ ਲੈ ਗਏ ਤੇ ਉਹਨਾਂ ਨੇ ਡਾਇਗਨੋਸ ਕੀਤਾ, ਕੰਸਲਟੈਂਸੀ ਕੀਤੀ ਫ੍ਰੀ ਆਫ ਕਾਸਟ। ਔਰ ਉਸ ਦੇ ਨਾਲ ਹੀ ਉਹਨਾਂ ਨੇ ਜਿਹੜੀ ਦਵਾਈਆਂ ਸਨ ਉਹ ਵੀ ਫ੍ਰੀ ਜਿਹੜੀਆਂ ਉੱਥੇ ਡਿਸਟ੍ਰੀਬਿਊਟ ਕੀਤੀਆਂ। ਜਿਹੜੇ ਬੱਚੇ ਗਰੀਬ ਬੱਚੇ ਸਨ, ਉਹ ਸਟੂਡੈਂਟ ਸਨ, ਪੜ੍ਹਦੇ ਸਨ, ਉਹਨਾਂ ਕੋਲ ਫੀਸ ਨਹੀਂ ਸੀ ਪੈਸੇ ਦੇਣ ਵਾਸਤੇ, ਕੇਸ ਸੰਭਾਲ ਪ੍ਰਚਾਰ ਸੰਸਥਾ ਨੇ ਉਹ ਪੈਸੇ ਵੀ, ਉਹਨਾਂ ਦੀ ਫੀਸ ਜਿਹੜੀ ਹੈ ਉਹ ਸਾਲਾਂ ਬੱਧੀ ਤੱਕ ਉਹਨਾਂ ਨੂੰ ਭਰੋਸਾ ਦੇ ਕਰਕੇ ਉਹਨਾਂ ਦੀ ਫੀਸ ਜਿਹੜੀ ਦਿੱਤੀ ਹੈ। ਤਾਂ ਇਹ ਇੱਕ ਐਸੇ ਨਿੱਗਰ ਜਿਹੜੇ ਕੰਮ ਹਨ ਉਹ ਕੇਸ ਸੰਭਾਲ ਪ੍ਰਚਾਰ ਸੰਸਥਾ ਜਿਹੜੀ ਹੈ ਉਹ ਲੰਮੀਆਂ ਪੁਲਾਂਘਾਂ ਪੁੱਟ ਰਹੀ ਹੈ। ਇਹਦੇ ਨਾਲ ਹੀ ਇੱਕ ਹੋਰ ਬੜਾ ਜ਼ਰੂਰੀ ਹੈ, ਜਿਹੜੇ ਕਹਿੰਦੇ ਨੇ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਬੇਟੀਆਂ ਨੂੰ ਚੰਗੇ ਘਰ ਵਿਆਹੋ ਵੀ ਸਹੀ। ਇਹ ਸੋਚ ਜਿਹੜੀ ਹੈ ਇਸ ਧਰਮ ਜਿਹੜੀ ਕੇਸ ਸੰਭਾਲ ਪ੍ਰਚਾਰ ਸੰਸਥਾ ਨੇ ਕੀਤਾ ਔਰ ਕਈ ਬੀਬੀਆਂ ਨੂੰ ਅੱਛੀਆਂ ਘਰਾਂ ਦੇ ਅੰਦਰ ਜਿਹੜੀ ਹੈ ਉਹ ਆਪ ਜਿਹੜੇ ਉਹਨਾਂ ਦੇ ਆਨੰਦ ਕਾਰਜ ਜਿਹੜੇ ਹਨ ਔਰ ਕਰਵਾਏ ਹਨ। ਹੁਣ ਵੀ ਅਸੀਂ ਦੇਖਿਆ ਵੀ ਕਸ਼ਮੀਰ ਦੇ ਅੰਦਰ ਜਿਸ ਤਰ੍ਹਾਂ ਕੁਝ ਹੋਇਆ ਔਰ ਦਿੱਲੀ ਦੇ ਕੁਝ ਚੜ੍ਹਦੇ ਗੁਰਸਿੱਖਾਂ ਨੇ, ਲੀਡਰਾਂ ਨੇ ਉੱਥੇ ਜਾ ਕਰਕੇ ਉਸ ਬੱਚੀ ਨੂੰ ਉਹਨਾਂ ਦੇ ਘਰੋਂ ਵਾਪਸ ਲਿਆ ਕਰਕੇ ਉਹਨਾਂ ਦਾ ਆਨੰਦ ਕਾਰਜ ਜਿਹੜਾ ਹੈ ਉੱਥੇ ਹੀ ਰਹਿਣ ਵਾਲੇ ਗੁਰਸਿੱਖ ਦੇ ਨਾਲ ਕਰ ਦਿੱਤਾ ਹੈ। ਔਰ ਮੈਂ ਸਮਝਦਾ ਕਿ ਇਹ ਸਿੱਖ ਕੌਮ ਵਾਸਤੇ ਇੱਕ ਬੜੀ ਚੜ੍ਹਦੀ ਕਲਾ ਵਾਲੀ ਨਿਸ਼ਾਨੀ ਹੈ ਕਿ ਜਿੱਥੇ ਅਸੀਂ ਦੂਸਰਿਆਂ ਦੀਆਂ ਬੱਚੀਆਂ ਨੂੰ 20,000 ਬੱਚੀਆਂ ਨੂੰ ਅਸੀਂ ਭਾਈ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਵਿੱਚ ਅਸੀਂ ਗਜ਼ਨੀ ਜਾਣ ਤੋਂ ਬਚਾ ਲਿਆ ਉਹਨਾਂ ਨੂੰ ਤੇ ਉਹਨਾਂ ਨੂੰ ਉਹਨਾਂ ਦੇ ਘਰੇ ਘਰੇ ਪਹੁੰਚਾਇਆ। ਅੱਜ ਜਿਹੜੇ ਕੋਈ ਸਿੱਖ ਬੱਚੀ ਜਿਹੜੀ ਹੈ ਉਹ ਕਿਸੇ ਪ੍ਰੋਬਲਮ ਵਿੱਚ ਆਈ ਹੈ ਤੇ ਉਹਨੂੰ ਵੀ ਸਿੱਖ ਪੰਥ ਨੇ ਅੱਗੇ ਵੱਧ ਕੇ ਉਸ ਨੂੰ ਬਚਾਇਆ ਹੈ ਔਰ ਉਸ ਦਾ ਆਨੰਦ ਕਾਰਜ ਕਰਵਾਇਆ ਹੈ। ਇਹ ਇੱਕ ਬੜੀ ਜਿਹੜੀ ਹੈ ਖੁਸ਼ੀ ਵਾਲੀ ਗੱਲ
ਸਾਡੇ ਸਾਹਮਣੇ ਹੈ। ਜੀ 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 ਹਾਂਜੀ। ਜੀ 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 ਤੇਜਿੰਦਰ ਸਿੰਘ ਜੀ, ਬਹੁਤ ਬਹੁਤ ਵਧੀਆ ਢੰਗ ਦੇ ਨਾਲ ਸੰਸਥਾ ਬਾਰੇ ਦੱਸਣ ਲਈ ਬਹੁਤ ਮਿਹਰਬਾਨੀ। ਔਰ ਮੈਂ ਨਾਲ ਦੱਸਦੇ ਜਾਵਾਂ, ਜਿਹੜੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਬਰਕਤ ਨੂੰ ਦੇਸ਼ ਵਿਦੇਸ਼ ਤੋਂ ਦੇਖਣ ਵਾਲੇ ਤੇ ਸੁਣਨ ਵਾਲੇ, ਕਿ ਅਸੀਂ ਅੱਜ ਇਹ ਲਾਈਵ ਟਾਕ ਬੈਕ ਸ਼ੋ ਨਹੀਂ ਹੈ, ਅਸੀਂ ਕਾਲਸ ਅਸੈਪਟ ਨਹੀਂ ਕਰ ਰਹੇ, ਤੁਸੀਂ ਮੈਸੇजेस ਰਾਹੀਂ ਸਾਂਝ ਬਣਾ ਸਕਦੇ ਹੋ। ਸੋ ਕਾਲ ਲਾਈਨਸ ਅੱਜ ਦੇ ਪ੍ਰੋਗਰਾਮ ਵਾਸਤੇ ਬੰਦ ਕੀਤੀਆਂ ਗਈਆਂ ਨੇ, ਔਰ ਅਸੀਂ ਮੌਕਾ ਦੇਵਾਂਗੇ ਕਿ ਸੰਭਾਲ ਪ੍ਰਚਾਰ ਸੰਸਥਾ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੂੰ ਤੇ ਜਿਹੜੇ ਬੈਸਟ ਵਿਸ਼ੇਸ ਸਾਡੇ ਕੋਲ ਪਹੁੰਚੀਆਂ ਨੇ ਉਹਨਾਂ ਨੂੰ ਸਕਰੀਨ ਲਾਈਨ ਦੇ ਉੱਤੇ ਅੱਜ ਚਲਾਵਾਂਗੇ, ਤੇ ਤੁਸੀਂ ਕਮੈਂਟਸ ਰਾਹੀਂ ਸਾਡੇ ਨਾਲ ਸ਼ਿਰਕਤ ਕਰ ਸਕਦੇ ਹੋ। ਸੋ ਬਰਕਤ ਦੇ ਫੇਸਬੁੱਕ ਪੇਜ ਤੇ YouTube ਤੇ ਪ੍ਰੋਗਰਾਮ ਲਾਈਵ ਚੱਲ ਰਿਹਾ, ਚੱਲਦਾ ਪ੍ਰੋਗਰਾਮ ਸ਼ੇਅਰ ਕਰੋ ਤੇ ਨਾਲ ਹੀ ਨਾਲ ਆਪਣੀਆਂ ਬੈਸਟ ਵਿਸ਼ੇਸ ਜਿਹੜੀਆਂ ਨੇ ਉਹ ਤੁਸੀਂ ਲਿਖ ਸਕਦੇ ਹੋ। ਕੋਈ ਸਵਾਲ ਕਰਨਾ ਚਾਹੁੰਦੇ ਹੋਵੋ ਸੰਸਥਾ ਦੇ ਸਰਪ੍ਰਸਤ ਵੱਲੋਂ, ਉਹ ਵੀ ਤੁਸੀਂ ਲਿਖ ਸਕਦੇ ਹੋ। ਤੇ ਨਾਲ ਹੀ ਨਾਲ ਤੁਸੀਂ ਭਾਈ ਤਾਰੂ ਸਿੰਘ ਸ਼ਹੀਦ ਹੋਰਾਂ ਨੂੰ ਵੀ ਸ਼ਰਧਾਂਜਲੀ ਦੇ ਸਕਦੇ ਹੋ। ਤੇ ਮੈਂ ਗਿਆਨੀ ਸੰਤੋਖ ਸਿੰਘ ਜੀ ਹੋਰਾਂ ਨੂੰ, ਤੇਜਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਬਣੇ ਰਹਿਣਾ, ਮੈਂ ਗਿਆਨੀ ਸੰਤੋਖ ਸਿੰਘ ਜੀ ਹੋਰਾਂ ਨੂੰ ਨਾਲ ਜੋੜਦੀ ਹਾਂ ਤੇ ਉਹ ਭਾਈ ਤਾਰੂ ਸਿੰਘ ਜੀ ਸ਼ਹੀਦ ਦਾ ਇਤਿਹਾਸ ਜਿਹੜਾ ਹੈ ਉਹ ਸਾਡੇ ਸਰੋਤਿਆਂ ਦੇ ਸਨਮੁਖ ਕਰਦੇ ਨੇ। ਹਾਂਜੀ, ਫਿਰ ਦੁਬਾਰਾ ਜੀ ਸਾਰੇ ਸਰੋਤਿਆਂ ਨੂੰ, ਵਿਦਵਾਨ ਸੱਜਣਾ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ। ਆਪਾਂ ਪਿਛਲੀ ਵਾਰੀ ਸੰਪਰਕ ਟੁੱਟ ਗਿਆ ਸੀ, ਉਦੋਂ ਇਹਨਾਂ ਜ਼ਿਕਰ ਹੋਇਆ ਸੀ ਕਿ ਪੂਲੇ ਪਿੰਡ ਦੇ ਰਹਿਣ ਵਾਲੇ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੀ ਜਵਾਨ 25 ਸਾਲ ਦੀ ਉਮਰ ਸੀ, ਛੋਟੀ ਭੈਣ ਸੀ ਘਰ, ਵਿਧਵਾ ਮਾਤਾ ਸੀ, ਆਪ ਖੇਤੀਬਾੜੀ ਦਾ ਕੰਮ ਕਰਿਆ ਕਰਦੇ ਸਨ ਤੇ ਆਪਣੀ ਕਿਰਤ ਕਮਾਈ ਵਿੱਚੋਂ ਆਪ ਥੋੜਾ ਖਾ ਕੇ ਵੀ, ਦਾਣੇ ਚੱਬ ਕੇ ਵੀ ਪ੍ਰਸ਼ਾਦੇ ਲੋੜਵੰਦਾਂ ਨੂੰ ਬਿਨਾਂ ਕਿਸੇ ਮਜ਼ਹਬੀ ਵਿਤਕਰੇ ਦੇ ਛਕਾਇਆ ਕਰਦੇ ਸਨ। ਇਸ ਦੇ ਨਾਲ ਨਾਲ ਰਾਤ ਨੂੰ ਜੰਗਲਾਂ ਦੇ ਵਿੱਚ ਜਿਹੜੇ ਸਿੰਘ ਭੱਜੇ ਹੋਏ ਹਕੂਮਤ ਤੋਂ ਰਹਿੰਦੇ ਸਨ, ਉਹਨਾਂ ਨੂੰ ਵੀ ਕਦੀ ਕਦੀ ਲੰਗਰ ਪਹੁੰਚਾਇਆ ਕਰਦੇ ਸਨ। ਉਹਨਾਂ ਦੀ ਸ਼ਹੀਦੀ ਦਾ ਕਾਰਨ ਕੀ ਬਣਿਆ ਕਿ ਇੱਕ ਵਾਰ ਉਹਨਾਂ ਦੇ ਪਾਸ ਕੋਈ ਪੱਟੀ ਦਾ ਹਾਕਮ ਜੋ ਸੀ, ਉਸ ਨੇ ਇੱਕ ਗਰੀਬ ਰਹੀਮ ਖਾਂ ਮਾਛੀ ਜਿਹੜਾ ਸੀਗਾ, ਭਾਵੇਂ ਕਿ ਉਹ ਵੀ ਮੁਸਲਮਾਨ ਸੀ, ਹਾਕਮ ਵੀ ਮੁਸਲਮਾਨ ਸੀ, ਪਰ ਉਸ ਦੀ ਜਵਾਨ ਧੀ ਜਿਹੜੀ ਸੀ ਉਹ ਜ਼ਬਰਦਸਤੀ ਲੈ ਗਿਆ ਸੀ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਪਾਸ ਸ਼ਿਕਾਇਤ ਹੋਈ, ਉਹਨੇ ਵੀ ਉੱਥੋਂ ਧੱਕੇ ਮਾਰ ਕੇ ਕੱਢ ਦਿੱਤਾ ਤੇ ਰਸਤੇ ਵਿੱਚ ਜਾਂਦਿਆਂ ਕਿਸੇ ਨੇ ਭਾਈ ਤਾਰੂ ਸਿੰਘ ਦੀ ਦੱਸ ਪਾਈ। ਭਾਈ ਤਾਰੂ ਸਿੰਘ ਜਦੋਂ ਰਾਤ ਨੂੰ ਪ੍ਰਸ਼ਾਦਾ ਲੈ ਕੇ ਲੰਗਰ ਚ ਗਿਆ ਵਾ ਜੰਗਲ ਵਿੱਚ ਸਿੰਘਾਂ ਨੂੰ ਛਕਾਉਣ ਲਈ, ਤੇ ਸਿੰਘਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਫਿਰ ਪੱਟੀ ਤੇ ਹਮਲਾ ਕਰਕੇ ਹਾਕਮ ਨੂੰ ਮਾਰ ਕੇ ਤੇ ਬੱਚੀ ਆਜ਼ਾਦ ਕਰਵਾ ਕੇ ਤੇ ਉਸ ਦੇ ਪਿਤਾ ਨੂੰ ਵੀ ਤੇ ਬੱਚੀ ਨੂੰ ਵੀ ਪੱਲਿਓਂ ਖਰਚ ਦੇ ਕੇ ਤੇ ਉਥੋਂ ਹੋਰ ਥਾਂ ਜਾ ਕੇ ਵਸਣ ਵਾਸਤੇ ਕਹਿ ਦਿੱਤਾ। ਸੋ ਇਸ ਦੋਸ਼ ਦੇ ਵਿੱਚ ਇਹ ਜੰਡਿਆਲਾ ਗੁਰੂ ਵਾਲੇ ਜੋ ਹਿੰਦਾਲੀਏ ਸਿੱਖ ਪੰਥ ਨਾਲੋਂ ਇੱਕ ਟੁੱਟੀ ਹੋਈ ਜਥੇਬੰਦੀ ਸੀ, ਜਿਹੜੀ ਹਕੂਮਤ ਨਾਲ ਮਿਲ ਕੇ ਚੱਲਦੀ ਸੀ ਔਰ ਸਿੰਘਾਂ ਦੇ ਉੱਪਰ ਜ਼ੁਲਮ ਦੇ ਵਿੱਚ ਭਾਈਵਾਲ ਹੁੰਦੀ ਸੀ, ਤੇ ਇਹ ਜਗੀਰਦਾਰ ਤਗੜੇ ਧਨਾੜ ਵਿਅਕਤੀ ਸਰਕਾਰੇ ਦਰਬਾਰੇ ਪਹੁੰਚ ਰੱਖਦੇ ਸਨ। ਹਰ ਭਗਤ ਨਿਰੰਜਣੀਆ ਉਸ ਵੇਲੇ ਇਸ ਗੱਦੀ ਦੇ ਉੱਪਰ ਸੀ। ਉਹਨੇ ਸਲਾਹ ਕਰ ਰਹੇ ਸੀਗੇ ਵੀ ਸਿੱਖਾਂ ਨੂੰ ਅਸੀਂ ਮਾਰਦਿਆਂ ਨੂੰ ਇੰਨਾ ਚਿਰ ਹੋ ਗਿਆ, ਇਹ ਮੁੱਕਦੇ ਕਿਉਂ ਨਹੀਂ। ਤੇ ਹਰ ਭਗਤ ਨਿਰੰਜੀਆ ਨੇ ਕਿਹਾ ਕਿ ਭਾਈ ਤਾਰੂ ਸਿੰਘ ਵਰਗੇ ਉਹਨਾਂ ਨੂੰ ਰਸਤਾ ਪਹੁੰਚਾਉਂਦੇ ਨੇ, ਆਪ ਭੁੱਖੇ ਰਹਿ ਕੇ ਲੰਗਰ ਛਕਾਉਂਦੇ ਨੇ। ਜਿੰਨਾ ਚਿਰ ਇਹੋ ਜਿਹੇ ਸਿੱਖ ਨਹੀਂ ਖਤਮ ਹੁੰਦੇ, ਖੇਤੀਬਾੜੀ ਕਰਨ ਵਾਲੇ, ਵਪਾਰ ਕਰਨ ਵਾਲੇ, ਉਹਨਾਂ ਚਿਰ ਇਹ ਖਾਲਸਾ ਪੰਥ ਜਿਹੜਾ ਇਹ ਖਤਮ ਨਹੀਂ ਕੀਤਾ ਜਾ ਸਕਦਾ। ਤੇ ਉਧਰੋਂ ਇਹ ਵੀ ਸ਼ਿਕਾਇਤ ਹੋ ਗਈ ਕਿ ਇਹਦੀ ਭਾਈ ਤਾਰੂ ਸਿੰਘ ਦੇ ਦੱਸੇ ਤੇ ਸੂਹ ਦਿੱਤੇ ਤੇ ਸਿੱਖਾਂ ਨੇ ਪੱਟੀ ਤੇ ਹਮਲਾ ਕਰਕੇ ਉਸ ਦੇ ਹਾਕਮਾਂ ਨੂੰ ਮਾਰ ਕੇ ਤੇ ਲੜਕੀ ਨੂੰ ਛਡਾਇਆ। ਤੇ ਸੂਬੇਦਾਰ ਜ਼ਕਰੀਆ ਖਾਨ ਨੇ ਸਿਪਾਹੀ ਭੇਜ ਤੇ ਉਸ ਵੇਲੇ ਮੁਗਲਾਂ ਦੇ ਰਾਜ ਵੇਲੇ ਫੌਜ ਤੇ ਪੁਲਿਸ ਕੋਈ ਵੱਖਰੇ ਨਹੀਂ ਸੀ ਹੁੰਦੇ, ਇੱਕੋ ਹੀ ਜਥੇਬੰਦੀ ਹੁੰਦੀ ਸੀ। ਤੋ ਸਿਪਾਹੀਆਂ ਦੀ ਠਾੜ ਭੇਜ ਦਿੱਤੀ। ਉਹਨਾਂ ਨੇ ਜਾ ਕੇ ਤਿੰਨੋਂ ਹੀ ਜੀ, ਮਾਤਾ ਵੀ, ਭੈਣ ਵੀ ਤੇ ਭਾਈ ਤਾਰੂ ਸਿੰਘ ਨੂੰ ਵੀ ਜਾ ਫੜਿਆ। ਪਰ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਜੋ ਕਿ ਅਸਰ ਪਾ ਕੇ ਉਹਨਾਂ ਦੀ ਸ਼ਰਾਫਤ ਦਾ, ਇਮਾਨਦਾਰੀ ਦਾ, ਭੈਣ ਤੇ ਮਾਤਾ ਨੂੰ ਤੇ ਛਡਵਾ ਲਿਆ, ਪਰ ਭਾਈ ਤਾਰੂ ਸਿੰਘ ਨੂੰ ਉਹ ਬੰਨ ਕੇ ਲੈ ਗਏ। ਤੇ ਰਾਹ ਦੇ ਵਿੱਚ ਜਦੋਂ ਪੜਾਣੇ ਵੱਡੇ ਪਿੰਡ ਵਿੱਚ ਰੁਕੇ ਨੇ ਤੇ ਉੱਥੇ ਦੇ ਸਿੱਖਾਂ ਨੇ
ਯਤਨ ਕੀਤਾ ਵੀ ਭਾਈ ਸਾਹਿਬ ਨੂੰ ਜ਼ਬਰਦਸਤੀ ਤੇ ਫੌਜ ਨੂੰ ਮਾਰ ਕੇ ਭਜਾ ਕੇ ਛੁਡਾ ਲਈਏ, ਪਰ ਭਾਈ ਸਾਹਿਬ ਨੂੰ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਬੜੀ ਸਖਤੀ ਨਾਲ ਰੋਕ ਦਿੱਤਾ ਵੀ ਇਸ ਤਰ੍ਹਾਂ ਬੇਦੋਸ਼ੀ ਜਨਤਾ ਦੇ ਉੱਪਰ ਅਸਰ ਹੋਏਗਾ, ਹੋਰ ਫੌਜ ਚੜ ਕੇ ਆਏਗੀ ਤੇ ਕੋਈ ਨਹੀਂ, ਜੋ ਹੋਏਗਾ ਵੇਖੀ ਜਾਏਗੀ। ਤੇ ਜਦੋਂ ਬਾਦਸ਼ਾਹ ਆਪਣੇ ਜ਼ਕਰੀਆ ਖਾਨ ਦੇ ਪੇਸ਼ ਹੋਇਆ, ਇਹ ਆਪਾਂ ਸਾਰੇ ਇਤਿਹਾਸ ਜਾਣਦੇ ਹਾਂ ਵੀ ਜੋ ਸਾਰੇ ਧਰਮਾਂ ਦੇ ਵਿੱਚ ਚੰਗੀਆਂ ਗੱਲਾਂ ਹਨ, ਪਰ ਉਹਨਾਂ ਦੀ ਇੰਟਰਪ੍ਰੀਟੇਸ਼ਨ ਵਿਆਖਿਆ ਕਰਨ ਵਾਲਾ ਕੌਣ ਆ, ਉਹਦੇ ਕੀ ਪਿੱਛੇ ਮੋਟਿਵ ਹੈ, ਇਹ ਜਿਹੜਾ ਆ ਮਜ਼ਹਬੀ ਵਿਆਖਿਆ ਨੂੰ ਵੀ ਗਲਤ ਪਾਸੇ ਲੈ ਜਾਂਦਾ ਹੈ। ਤੇ ਉਸ ਵੇਲੇ ਸਾਡਾ ਜੋ ਇਸਲਾਮ ਦੇ ਹਾਕਮਾਂ ਦੇ ਨਾਲ ਸਿੱਖਾਂ ਦਾ ਵਾਹ ਪਿਆ, ਉਹ ਤੇ ਆਪਾਂ ਜਾਣਦੇ ਹਾਂ 18ਵੀਂ ਸਦੀ ਦੇ ਵਿੱਚ ਕੀ ਕੁਝ ਹੋਇਆ ਜਿੰਨਾ ਚਿਰ ਸਿੱਖਾਂ ਦਾ ਰਾਜ ਪੰਜਾਬ ਵਿੱਚ ਨਹੀਂ ਆਇਆ। ਪਰ ਇੱਕ ਗੱਲ ਸੀ ਉਹਨਾਂ ਦੀ ਵੀ ਕਹਿੰਦੇ ਕੋਈ ਕਿੰਨਾ ਵੀ ਹਕੂਮਤ ਦਾ ਵਿਰੋਧੀ ਹੈ, ਕਿੰਨੇ ਵੀ ਕਤਲ ਕੀਤੇ ਨੇ, ਕੁਝ ਵੀ ਜ਼ੁਲਮ ਹੈ ਕਾਨੂੰਨ ਦੇ ਮੁਤਾਬਕ, ਪਰ ਜੇ ਉਹ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਵੇ, ਮੁਸਲਮਾਨ ਬਣ ਜਾਵੇ, ਤੇ ਉਸ ਦਾ ਸਾਰੇ ਹੀ ਗੁਨਾਹ ਮਾਫ ਹੋ ਜਾਂਦੇ ਸਨ। ਇਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਬਾਰੇ ਵੀ ਸਾਹਮਣੇ ਵੀ ਸ਼ਰਤ ਰੱਖੀ ਗਈ ਤੇ ਇਹਨਾਂ ਦੇ ਸਮੇਂ ਹੀ ਭਾਈ ਮਹਿਤਾਬ ਸਿੰਘ ਜਿਨ੍ਹਾਂ ਮੱਸੇ ਦਾ ਸਿਰ ਵੱਢਿਆ ਸੀ, ਉਹ ਵੀ ਸ਼ਹੀਦ ਹੋਏ ਨੇ। ਇੱਕ ਭਾਈ ਬੋਤਾ ਸਿੰਘ ਗਰਜਾ ਸਿੰਘ, ਜਿਹੜੇ ਬੜੀ ਵੱਡੀ ਇਤਿਹਾਸਕ ਘਟਨਾ ਆ, ਉਹ ਗਰਜਾ ਸਿੰਘ ਵੀ ਭਾਈ ਤਾਰੂ ਸਿੰਘ ਦੇ ਸਮੇਂ ਹੀ ਜਦੋਂ ਇਹ ਗ੍ਰਿਫਤਾਰ ਹੋਏ ਸਨ, ਉਦੋਂ ਵੀ ਉਹ ਪਕੜ ਕੇ ਸ਼ਹੀਦ ਕੀਤੇ ਗਏ ਸਨ। ਤੇ ਉਹ ਭਾਈ ਤਾਰੂ ਸਿੰਘ ਨੇ ਕਿਹਾ ਵੀ ਕੇਸਾਂ ਸਿੱਖੀ ਸਿਦਕ, ਕੇਸਾਂ ਸਵਾਸਾਂ ਸੰਗ ਨਿਭਾਉਣਾ, ਕਿਉਂਕਿ 5 ਨਿਸ਼ਾਨ ਨੇ, 5 ਕਕਾਰ ਨੇ ਸਿੱਖੀ ਦੇ, ਕੇਸ, ਕੜਾ, ਕੱਛ, ਕਿਰਪਾਨ ਤੇ ਆਪਣਾ ਕੰਘਾ। ਪਰ ਸਭ ਤੋਂ ਦੂਜੇ ਤੇ ਕਕਾਰ ਪਰਦੇ ਵਿੱਚ ਰੱਖੇ ਜਾ ਸਕਦੇ ਨੇ, ਲੁਕਾਏ ਜਾ ਸਕਦੇ ਨੇ, ਗਾਤਰਾ ਵੀ ਕਮੀਜ਼ ਦੇ ਥੱਲਿਓਂ ਦੀ ਪਾਇਆ ਜਾ ਸਕਦਾ ਹੈ, ਛੋਟੀ ਕਿਰਪਾਨ ਵੀ ਪਹਿਨੀ ਜਾ, ਪਰ ਦਾੜਾ ਤੇ ਦਸਤਾਰ ਇਹ ਸਾਡੀ ਨਿਸ਼ਾਨੀ ਆ, ਜਿਹਨੂੰ ਇਹ ਸਭ ਤੋਂ ਮਹੱਤਵਪੂਰਨ, ਜੇ ਦਾੜਾ ਛੋਟਾ ਆ ਜਾਂ ਕਤਲਿਆ ਹੋਇਆ ਆ ਤੇ ਬਾਕੀ ਦੇ ਜਿਹੜੇ ਚਾਰੇ ਕਕਾਰ ਆ ਉਹ ਗੁਪਤ ਨੇ, ਉਹਨਾਂ ਦੀ ਫਿਰ ਇੰਨੀ ਮਹਾਨਤਾ ਨਹੀਂ ਰਹਿ ਜਾਂਦੀ। ਸੋ ਸੁਰਿੰਦਰਜੀਤ ਪਾਲ ਸਿੰਘ ਪਾਲ ਹੋਰਾਂ ਨੇ ਜੋ ਇਹ ਉਦਮ ਕੀਤਾ, ਕੇਸ ਸੰਭਾਲ, ਤੇ ਸਿੱਖਾਂ ਦੀ ਇਹ ਸਭ ਤੋਂ ਵੱਡੀ ਵਿਜ਼ੀਬਲ ਨਿਸ਼ਾਨੀ ਹੀ ਦਾੜਾ ਤੇ ਦਸਤਾਰ ਆ, ਤੇ ਦਸਤਾਰ ਦੇ ਥੱਲੇ ਕੇਸ ਨੇ। ਸੋ ਭਾਈ ਤਾਰੂ ਸਿੰਘ ਨੂੰ ਲੰਮਾ ਵਿਸਥਾਰਾਂ ਵਿੱਚ ਆਪਾਂ ਨਾ ਜਾਈਏ, ਤੋ ਭਾਈ ਤਾਰੂ ਸਿੰਘ ਨੂੰ ਕਿਹਾ ਵੀ ਤੂੰ ਕੇਸ ਕਤਲ ਕਰਾ ਦੇ। ਉਹ ਤਾਂ ਬੜਾ ਕੁਝ ਦੱਸਿਆ ਵੀ ਸਿੱਖਾਂ ਦੀ ਹਾਲਤ ਕੀ ਹੈ, ਇਹ ਜੰਗਲਾਂ ਵਿੱਚ ਫਿਰਦੇ ਨੇ, ਟੁੱਟੇ ਫੁੱਟੇ ਕੱਪੜੇ ਪਾਟੇ ਹੋਏ ਹੁੰਦੇ ਨੇ, ਕੋਈ ਸਿਰਫ ਕਸ਼ਹਿਰਿਆਂ ਨਾਲ ਹੀ ਵਿਚਰ ਰਹੇ ਨੇ, ਤੇ ਤੂੰ ਮੁਸਲਮਾਨ ਬਣ ਜਾ, ਜਵਾਨ ਤੇਰੀ ਉਮਰ ਆ 25 ਸਾਲ ਦੀ, ਤੇ ਤੂੰ ਸਾਰੀ ਦੁਨੀਆ ਦੀਆਂ ਸਹੂਲਤਾਂ ਤੈਨੂੰ ਪ੍ਰਾਪਤ ਹੋ ਸਕਦੀਆਂ। ਪਰ ਭਾਈ ਤਾਰੂ ਸਿੰਘ ਜੀ ਨਹੀਂ ਮੰਨੇ, ਕਹਿੰਦੇ ਜਿਸ ਕੇਸਾਂ ਦਾ ਤੂੰ ਮਾਣ ਕਰਦਾ ਇਹ ਤੇਰੇ ਕੇਸ ਅਸੀਂ ਹੁਣੇ ਕੱਟ ਦਿੰਦੇ ਹਾਂ। ਤੇ ਸਾਡਾ ਇਤਿਹਾਸ ਦੱਸਦਾ ਕਿ ਨਾਈ ਪਾਸੋਂ ਕੇਸ ਨਹੀਂ ਕੱਟੇ ਗਏ, ਫਿਰ ਜਲਾਦ ਨੂੰ ਖੋਪਰੀ ਦੇ ਰੰਬੇ ਦੇ ਨਾਲ ਖੋਪਰੀ ਦੇ ਸਣੇ ਭਾਈ ਸਾਹਿਬ ਦੇ ਕੇਸ ਉਤਾਰਨ ਤੋਂ ਪਹਿਲਾਂ ਇੱਕ ਗੱਲ ਹੋਈ ਹੈ। ਉਹਨੇ ਕਿਹਾ ਵੀ ਜਿਹੜੇ ਤੂੰ ਕੇਸਾਂ ਦਾ ਮਾਣ ਕਰਦਾ ਆ, ਇਹ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਜਿਹੜੇ ਆ ਉਡਾਏ ਜਾ ਸਕਦੇ ਆ। ਤੇ ਭਾਈ ਸਾਹਿਬ ਨੇ ਕਿਹਾ ਕਿ ਜਿਉਂਦੇ ਜੀ ਮੇਰੇ ਕੇਸ ਸਰੀਰ ਨਾਲੋਂ ਅਲੱਗ ਨਹੀਂ ਹੋ ਸਕਦੇ, ਬਲਕਿ ਮੈਂ ਤੈਨੂੰ ਆਪਣੀ ਖਾਨੂੰ ਆਪਣੀ ਜੁੱਤੀ ਦੀ ਨੋਕ ਦੇ ਨਾਲ ਅੱਗੇ ਲਾ ਕੇ ਤੈਨੂੰ ਜਹੰਨਮ ਦੇ ਵਿੱਚ ਪਹੁੰਚਾਵਾਂਗਾ। ਤੇ ਉਹ ਭਾਈ ਸਾਹਿਬ ਦਾ ਸਾਧੂ ਬੋਲੇ ਸਹਿਜ ਸੁਭਾਏ, ਸਾਧ ਦਾ ਬੋਲਿਆ ਬਿਰਥਾ ਨਾ ਜਾਏ, ਤੋ ਸਭ ਗਿਰ ਬਸਦਾ ਜਲ ਪਵਨ ਜਾਏ। ਉਹ ਇੱਕ ਸਾਧ ਬਚਨ ਅਟਲਾਦਾ, ਗੁਰੂ ਨਾਨਕ ਦਾ ਸੱਚਾ ਸਿੱਖ ਸਭ ਤੋਂ ਵੱਡਾ ਸਾਧ ਆ, ਇਸ ਤੋਂ ਵੱਡਾ ਹੋਰ ਕੋਈ ਸਾਧ ਨਹੀਂ ਹੋ ਸਕਦਾ। ਉਹ ਜੋ ਬਚਨ ਕੀਤਾ ਸੀ, ਗੁੱਸੇ ਚ ਆਣ ਕੇ ਜਲਾਦ ਨੂੰ ਸੱਦ ਕੇ ਰੰਬੀ ਨਾਲ ਕੇਸ ਖੋਪਰੀ ਦੇ ਸਣੇ ਉਤਾਰ ਦਿੱਤੇ, ਤੇ ਭਾਈ ਸਾਹਿਬ ਆਪਣੇ ਖੂਨ ਨਾਲ ਨਹਾ ਲਏ, ਤੇ ਸਿੱਖਾਂ ਨੂੰ ਜਿਹੜੇ ਹੋਰ ਰਹਿੰਦੇ ਕਿਹਾ ਵੀ ਲੈ ਜਾਓ ਇਹਨੂੰ, ਤੇ ਉਹਨਾਂ ਨੂੰ ਭਾਈ ਤਾਰੂ ਸਿੰਘ ਜੀ ਨੂੰ ਧਰਮਸਾਲ ਵਿੱਚ ਜਾ ਕੇ ਰੱਖਿਆ, ਸੇਵਾ ਸੰਭਾਲ ਕੀਤੀ। 22 ਸਾਲ ਭਾਈ ਤਾਰੂ ਸਿੰਘ 22 ਦਿਨ ਭਾਈ ਤਾਰੂ ਸਿੰਘ ਜੀ ਖੋਪਰੀ ਲੱਥੀ ਤੇ ਜਿਉਂਦੇ ਰਹੇ ਨੇ। ਤੇ ਉਧਰੋਂ ਸੂਬੇਦਾਰ ਦਾ ਜਿਹੜਾ ਸੀ ਉਹ ਪਿਸ਼ਾਬ ਬੰਦ ਹੋ ਗਿਆ, ਉਹ ਮਾਰੇ ਲੇਰਾਂ। ਅਖੀਰ ਭਾਈ ਆਪਣਾ ਜੰਬਰ ਪਿੰਡ ਦੇ ਵਸਨੀਕ ਭਾਈ ਸੁਬੇਗ ਸਿੰਘ
ਨੂੰ ਬੇਨਤੀ ਕੀਤੀ ਕਿ ਭਾਈ ਮੇਰੀ ਬਚਾ ਕਰੋ, ਕਿਉਂਕਿ ਇਹ ਜਿਹੜੇ ਹਾਕਮ ਸੀ, ਈਵਨ ਔਰੰਗਜ਼ੇਬ ਆ ਜਾਂ ਜ਼ਕਰੀਆ ਖਾਨ ਆ, ਇਹਨਾਂ ਨੂੰ ਗੁਰਬਾਣੀ ਦਾ, ਸਿੱਖ ਇਤਿਹਾਸ ਦਾ, ਸਿੱਖਾਂ ਦੇ ਵਿਸ਼ਵਾਸਾਂ ਦਾ ਬੜਾ ਗਿਆਨ ਸੀਗਾ। ਤੇ ਉਹਨੇ ਵੇਖਿਆ ਵੀ ਇਹ ਇੱਕ ਸਿੱਖ ਦਾ ਬਚਨ ਕੀਤਾ ਹੋਇਆ ਹੈ ਵੀ ਮੈਨੂੰ ਉਹਨੇ ਮਾਰ ਕੇ ਨਾਲ ਲਿਜਾਣਾ ਆ, ਜੁੱਤੀ ਦੀ ਨੋਕ ਅੱਗੇ ਲਗਾ ਕੇ। ਤੇ ਇਹ ਜਿਵੇਂ ਹੀਰੇ ਨੂੰ ਹੀਰਾ ਕੱਟਦਾ ਹੈ, ਸਿੱਖ ਤੋਂ ਹੀ ਅਰਦਾਸ ਕਰਵਾਈ ਜਾਵੇ। ਤੇ ਉਹ ਭਾਈ ਸੁਬੇਗ ਸਿੰਘ ਨੇ ਕਿਹਾ ਵੀ ਇਹ ਤਾਂ ਸਿੱਖ ਦਾ ਜੋ ਬਚਨ ਕੀਤਾ ਆ, ਇਹਨੂੰ ਤਾਂ ਸਮੁੱਚਾ ਪੰਥ ਹੀ ਭਾਵੇਂ ਕੁਝ ਕਰ ਸਕੇ, ਮੈਂ ਕੁਝ ਨਹੀਂ ਕਰ ਸਕਦਾ। ਫਿਰ ਭੇਟਾਵਾਂ ਦੇ ਕੇ ਜਿੱਥੇ ਕੋਈ ਖਾਲਸਾ ਜੰਗਲ ਵਿੱਚ ਸੀ, ਭਾਈ ਸੁਬੇਗ ਸਿੰਘ ਗਿਆ, ਬੇਨਤੀ ਕੀਤੀ। ਤਾਂ ਪੰਜ ਸਿੰਘਾਂ ਨੇ ਵਿਚਾਰ ਕਰਕੇ ਤੇ ਫਿਰ ਇਹ ਹੁਕਮ ਦਿੱਤਾ ਵੀ ਕੋਈ ਬਚਨ ਕੀਤਾ ਹੈ ਵੀ ਅਸੀਂ ਸੂਬੇ ਨੂੰ ਜੁੱਤੀ ਅੱਗੇ ਲਾ ਕੇ ਖੜਾਂਗੇ। ਤੇ ਉਸ ਵੇਲੇ ਫਿਰ ਹੁਕਮ ਹੋਇਆ ਪੰਥ ਦਾ ਕਿ ਭਾਈ ਤਾਰੂ ਸਿੰਘ ਦੇ ਪੈਰਾਂ ਦੀ ਜਿਹੜਾ ਜੋੜਾ ਹੈ, ਜੁੱਤੀ ਹੈ, ਇਹ ਖਾਨ ਬਹਾਦਰ ਦੇ ਸਿਰ ਤੇ ਵੱਜੇ ਤੇ ਤਾਂ ਉਹਦਾ ਪਿਸ਼ਾਬ ਉਤਰੇਗਾ। ਤੇ ਉਸ ਵੇਲੇ ਨਵੀਂ ਜੁੱਤੀ ਖਰੀਦ ਕੇ ਭਾਈ ਸਾਹਿਬ ਦੇ ਚਰਨਾਂ ਨੂੰ ਪਵਾ ਕੇ, ਜਿੱਥੇ ਉਹ ਧਰਮਸ਼ਾਲਾ ਵਿੱਚ ਸਨ, ਉਥੋਂ ਲਿਜਾ ਕੇ ਜੇ ਉਹ ਸਿਰ ਦੇ ਉੱਪਰ ਵੱਜਦੇ ਸੀ ਜਿਵੇਂ ਜਿਵੇਂ, ਉਵੇਂ ਪਿਸ਼ਾਬ ਉਤਰਦਾ ਸੀ। 5-7 ਦਿਨ ਛਿੱਤਰ ਖਾ ਕੇ ਉਸੇ ਪੀੜ ਦੁੱਖ ਦੇ ਨਾਲ ਇਹਦੀ ਜਾਨ ਨਿਕਲ ਗਈ, ਮਰ ਗਿਆ। ਜਦੋਂ ਭਾਈ ਸਾਹਿਬ ਨੂੰ ਕਿਨੇ ਦਾ ਕੇ ਦੱਸਿਆ ਵੀ ਖਾਨੂ ਤੁਰ ਗਿਆ ਜਹਨਮ ਨੂੰ, ਤੇ ਭਾਈ ਸਾਹਿਬ ਕਹਿੰਦੇ ਅੱਛਾ। ਭਾਈ ਸਾਹਿਬ ਨੇ ਫਿਰ ਉੱਥੇ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਆਪਣਾ ਜਿਹੜਾ ਸਰੀਰ ਸੀ ਉਹ ਤਿਆਗ ਦਿੱਤਾ। ਇਸ ਤਰ੍ਹਾਂ ਸਿੱਖੀ ਸਿਦਕ, ਕੇਸਾਂ, ਸਵਾਸਾਂ ਨਾਲ ਨਿਭਾਉਣ ਦੀ ਇਹ ਇੱਕ ਮਿਸਾਲ ਆ, ਦੇਗ ਵਿੱਚੋਂ ਦਾਣਾ ਟੋਹਣ ਵਾਂਗ। ਬਾਕੀ ਸਿੰਘ ਸਿੰਘਣੀਆਂ ਸਾਰੀ 18ਵੀਂ ਸਦੀ ਦੇ ਵਿੱਚ ਕਿਸੇ ਨੇ ਵੀ ਆਪਣਾ ਧਰਮ ਨਹੀਂ ਤਿਆਗਿਆ, ਕਿਸੇ ਨੇ ਵੀ ਕੇਸ ਕਤਲ ਨਹੀਂ ਕੀਤੇ, ਕੇਸਾਂ ਸਵਾਸਾਂ ਦੇ ਨਾਲ ਸਿੱਖੀ ਨਿਭਾਉਂਦੇ ਹੋਏ ਗਏ ਨੇ। ਤੇ ਉਹ ਲੰਡੇ ਬਾਜ਼ਾਰ ਦੇ ਨੇੜੇ ਜਿੱਥੇ ਸਿੰਘ ਸਿੰਘਣੀਆਂ ਦਾ ਗੁਰਦੁਆਰਾ ਆ, ਤੇ ਭਾਈ ਤਾਰੂ ਸਿੰਘ ਤੇ ਭਾਈ ਮਨੀ ਸਿੰਘ ਦਾ ਸ਼ਹੀਦਗੰਜ ਵਿੱਚ ਦੀ ਇੱਕ ਗਲੀ ਛੋਟੀ ਜੀ ਜਾਂਦੀ ਹੈ, ਛੋਟਾ ਜਿਹਾ ਬਾਜ਼ਾਰ, ਇਹ ਆਮੋ ਸਾਹਮਣੇ ਇਹਨਾਂ ਦੇ ਦਰਵਾਜ਼ੇ ਨੇ। ਤੇ ਉੱਥੇ ਭਾਈ ਮਨੀ ਸਿੰਘ ਜੀ ਦਾ ਤੇ ਭਾਈ ਤਾਰੂ ਸਿੰਘ ਜੀ ਦਾ ਦੋਨਾਂ ਦੇ ਸ਼ਹੀਦਗੰਜ ਜਿਹੜੇ ਨੇ ਉਹ ਉੱਥੇ ਕਾਇਮ ਨੇ ਲਾਹੌਰ ਦੇ ਵਿੱਚ। ਇਹ ਅਤ ਬਰੀਫ, ਅਤ ਸੰਖੇਪ ਸ਼ਬਦਾਂ ਦੇ ਵਿੱਚ ਭਾਈ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਗਿਆ। ਜੀ ਗਿਆਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਤੇ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਰਾਂ ਦੀ ਜੀਵਨੀ ਤੇ ਝਾਤ ਪਵਾਉਣ ਵਾਸਤੇ। ਮੈਂ ਦਾਅਵੇ ਨਾਲ ਤੇ ਨਹੀਂ ਕਹਿ ਸਕਦੀ, ਪਰ ਫਿਰ ਵੀ ਕਾਫੀ ਪ੍ਰਤੀਸ਼ਤ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਭਾਈ ਤਾਰੂ ਸਿੰਘ ਜੀ ਸ਼ਹੀਦ ਦੀ ਜਿਹੜੀ ਜੀਵਨੀ ਹੈ ਉਹਨੂੰ ਜ਼ਿਆਦਾ ਸੁਣਾਇਆ ਵੀ ਨਹੀਂ ਗਿਆ ਤੇ ਸੁਣਿਆ ਵੀ ਨਹੀਂ ਗਿਆ। ਸੋ ਗਿਆਨੀ ਜੀ, ਬਹੁਤ ਬਹੁਤ ਧੰਨਵਾਦ ਇੰਨਾ ਰਿਸਰਚ ਇਹਦੇ ਤੇ ਕਰਨ ਵਾਸਤੇ ਔਰ ਸਾਡੇ ਸਰੋਤਿਆਂ ਨੂੰ ਜਾਣੂ ਕਰਾਉਣ ਵਾਸਤੇ। ਤੁਸੀਂ ਸਾਡੇ ਨਾਲ ਬਣੇ ਰਹਿਣਾ ਤੇ ਪ੍ਰੋਗਰਾਮ ਨੂੰ ਅਸੀਂ ਗਾਂ ਤੋਰਦੇ ਹਾਂ। ਬਹੁਤ ਬਹੁਤ ਧੰਨਵਾਦ। ਇਹ ਸਨ ਗਿਆਨੀ ਸੰਤੋਖ ਸਿੰਘ ਜੀ, ਜੋ ਕਿ ਸਾਨੂੰ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਰਾਂ ਦੀ ਜੀਵਨੀ ਦੇ ਨਾਲ ਜਾਣੂ ਕਰਵਾ ਰਹੇ ਸਨ। ਤੇ ਨਾਲ ਹੀ ਤੁਹਾਨੂੰ ਦੱਸਦੇ ਜਾਈਏ ਕਿ ਇੱਕ ਛੋਟਾ ਜਿਹਾ ਉਪਰਾਲਾ ਹੈ। ਉਪਰਾਲਾ ਜਿਹੜਾ ਹੁੰਦਾ ਨੇ ਉਹ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਨੇ ਕੀਤਾ, ਜੇ ਉਹਨੂੰ ਹੁੰਗਾਰਾ ਮਿਲਿਆ ਤੇ ਉਹ ਅੱਗੇ ਅੱਗੇ ਵੱਧਦਾ ਰਹਿੰਦਾ, ਪਰ ਜੇ ਹੁੰਗਾਰਾ ਨਾ ਮਿਲੇ ਤੇ ਕਈ ਵਾਰੀ ਜਿਹੜੇ ਸੋਚੇ ਹੋਏ ਚਿਤਵੇ ਹੋਏ ਕੰਮ ਹੁੰਦੇ ਨੇ ਉਹ ਨੇਪਰੇ ਨਹੀਂ ਚੜ ਸਕਦੇ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਪਾਲ ਸਾਹਿਬ ਨੂੰ ਮੈਂ ਸਕਰੀਨ ਲਾਈਨ ਤੇ ਲੈਂਦੀ ਹਾਂ ਤੇ ਨਾਲ ਗੱਲ ਕਰਦੇ ਹਾਂ। ਪਾਲ ਸਾਹਿਬ, ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਵੀ ਤੱਤੇ ਰੇਤਿਆਂ ਦੇ ਨਾਲ ਤਿੱਖੇ ਆਰਿਆਂ ਦੇ ਨਾਲ, ਤੱਤੇ ਰੇਤਿਆਂ ਦੇ ਨਾਲ ਤਿੱਖੇ ਆਰਿਆਂ ਦੇ ਨਾਲ, ਅਸੀਂ ਨਿਭੇ ਜਿਵੇਂ ਨਿਭੀ ਦਾ ਪਿਆਰਿਆਂ ਦੇ ਨਾਲ, ਲੰਮੀ ਸਾਡੇ ਜਿੰਨੀ ਹੋਵੇ ਨਾ ਉਡੀਕ ਕਿਸੇ ਦੀ, ਅਸੀਂ ਸਾਰੀ ਸਾਰੀ ਰਾਤ ਜਾਗੇ ਤਾਰਿਆਂ ਦੇ ਨਾਲ, ਸ਼ਬਦਾਂ ਦੀ ਇੱਕ ਮੁੱਠੀ ਜਿਹੀ ਮੇਰੀ ਗੱਲਬਾਤ, ਇਹਨੇ ਬਣਨਾ ਕਹਾਣੀ ਤਾਂ ਹੁੰਗਾਰਿਆਂ ਦੇ ਨਾਲ, ਇਹਨੇ ਬਣਨਾ ਕਹਾਣੀ ਤਾਂ ਹੁੰਗਾਰਿਆਂ ਦੇ ਨਾਲ। ਸੋ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਜਿਹੜੇ ਕੰਮ ਨੇ, ਜਿਹੜੀਆਂ ਕਾਰਗੁਜ਼ਾਰੀਆਂ ਨੇ, ਉਹ ਵਧੀਆ ਢੰਗ ਦੇ ਨਾਲ ਨੇਪਰੇ ਚੜੀਆਂ। ਇੱਕ ਸਵਾਲ ਪਾਲ ਸਾਹਿਬ ਸਾਨੂੰ ਸਰੋਤਿਆਂ ਚੋਂ ਪੁੱਛਿਆ ਗਿਆ, ਮਨਦੀਪ ਸਿੰਘ ਹੋਰੀ ਲਿਖਦੇ ਨੇ, YouTube ਰਾਹੀਂ ਇਹ ਸਵਾਲ ਆਇਆ
ਹਾਂਜੀ ਉਹ ਕਹਿੰਦੇ ਨੇ ਵੀ ਕੰਗ੍ਰੈਚੁਲੇਸ਼ਨ ਸਰ, ਹਾਊ ਮੈਨੀ ਗੋਲਸ ਯੂ ਫੀਲ ਯੂ ਵਰ ਏਬਲ ਟੂ ਅਚੀਵ ਸੈਟ ਬਾਈ ਯੂਰ ਪ੍ਰੈਸਟੀਜੀਅਸ ਸੰਸਥਾ ਇਨ ਦੀਸ 25 years? ਮੈਂ ਦੱਸਣਾ ਚਾਹਾਂਗਾ ਜੀ ਕਿ ਹਰ ਇੱਕ ਸੰਸਥਾ ਦੇ ਕੋਈ ਨਾ ਕੋਈ ਗੋਲ ਹੁੰਦੇ ਨੇ। ਅਸੀਂ ਵੀ ਆਪਣੇ ਆਬਜੈਕਟਸ ਜਿਹੜੇ ਆਪਣੇ ਉਹਦੇ ਮੈਂਸ਼ਨ ਕੀਤੇ ਹੋਏ ਨੇ, ਉਹਨਾਂ 'ਚ ਇੱਕ ਸਭ ਤੋਂ ਵੱਡਾ ਗੋਲ ਇਹੀ ਹੋਇਆ ਕਿ ਸਪਿਰਿਚੁਅਲ ਵੇ ਆਫ ਲਿਵਿੰਗ ਨੂੰ ਪ੍ਰਮੋਟ ਕਰਨਾ ਹੈ ਸੋਸਾਇਟੀ ਦੇ ਵਿੱਚ, ਤਾਂ ਕਿ ਜਿਹੜੀ ਯੰਗਰ ਜਨਰੇਸ਼ਨ ਹੈ, ਭਾਵੇਂ ਕਿਸੇ ਧਰਮ ਦੀ ਹੋਵੇ, ਉਹ ਦੂਰ ਜਾ ਰਹੀ ਹੈ, ਉਹਨੂੰ ਨੇੜੇ ਲਿਆਉਣਾ ਔਰ ਆਪਸ ਵਿੱਚ ਸਹਿਯੋਗ ਕਰਵਾਉਣਾ। ਦੂਜਾ ਆਬਜੈਕਟ ਸਾਡਾ ਇਹ ਹੈ ਕਿ ਸਿੱਖਾਂ ਦੇ ਵਿੱਚ ਆਪਸ ਵਿੱਚ ਯੂਨਿਟੀ ਔਰ ਯੂਨੀਫਾਰਮਿਟੀ, ਜਿਹੜਾ ਹੁਣੇ ਸੈਮੀਨਾਰ ਦਾ ਜ਼ਿਕਰ ਕੀਤਾ ਜਾ ਰਿਹਾ ਸੀ, ਉਹ ਸੈਮੀਨਾਰ ਇਹ ਸੀਗਾ ਕਿ ਕਿਸ ਤਰ੍ਹਾਂ ਸਾਰੇ ਸਿੱਖ ਜਿਹੜੇ ਨੇ ਇਕੱਠੇ ਹੋ ਕੇ ਆਪਣੇ ਸਾਡੇ ਮਸਲੇ ਨੇ ਉਹਨਾਂ ਨੂੰ ਅਸੀਂ ਹੱਲ ਕਰ ਸਕੀਏ। ਜਿਹੜਾ ਸਰਬੱਤ ਖਾਲਸਾ ਦਾ ਹੁੰਦਾ ਸੀ 18ਵੀਂ ਸਦੀ ਵਿੱਚ, ਉਹੋ ਜਿਹਾ ਇੱਕ ਨਵਾਂ ਕਨਸੈਪਟ ਨੂੰ ਦੁਬਾਰਾ ਰੀਇੰਟਰੋਡਿਊਸ ਕਰਕੇ ਉਹਨੂੰ ਇਸ ਤਰੀਕੇ ਨਾਲ ਲਿਆਂਦਾ ਰਿਹਾ ਕਿ ਸਾਰੇ ਸਿੱਖਾਂ 'ਚ ਯੂਨਿਟੀ ਔਰ ਯੂਨੀਫਾਰਮਿਟੀ ਦੀ ਭਾਵਨਾ ਵਧੇ। ਇੱਕ ਆਬਜੈਕਟ ਹੈ ਕਿ ਬੱਚਿਆਂ ਨੂੰ ਅਸੀਂ ਕੇਸਾਂ ਦੇ ਨਾਲ ਕੇਸਾਂ ਦੀ ਇੰਪੋਰਟੈਂਸ ਦੱਸ ਕੇ ਜੋੜਨਾ। ਹੁਣ ਤੁਸੀਂ ਜਿਸ ਤਰ੍ਹਾਂ ਕਰਨ ਦਾ ਅਚੀਵਮੈਂਟ ਦਾ ਸਵਾਲ ਕਿ ਸਾਡੇ ਕਿੰਨੇ ਕੁ ਰਿਜ਼ਲਟ ਨਿਕਲੇ ਹੋਣਗੇ, ਤੇ ਉਹ ਗਿਣਤੀ ਮਿਣਤੀ ਤੇ ਕੀਤੀ ਨਹੀਂ ਜਾ ਸਕਦੀ, ਨਾ ਅਸੀਂ ਉਹਦੇ 'ਚ ਪੈ ਸਕਦੇ ਆ ਕਿ ਵੀ ਮੈਂ ਗਿਣਨ ਜਾਵਾਂ। ਲੇਕਿਨ ਮੈਂ ਇਹ ਦੇਖਿਆ ਕਿ ਇਹਦਾ ਪ੍ਰਭਾਵ ਬਹੁਤ ਸਾਰੇ ਲੋਕਾਂ ਤੇ ਪਿਆ। ਜਿਸ ਤਰ੍ਹਾਂ ਕਿ ਉਸ ਸੈਮੀਨਾਰ ਬਾਰੇ ਹੁਣੇ ਵੀਰ ਜੀ ਨੇ ਦੱਸਿਆ ਸੀ ਕਿ ਉਸ ਸੈਮੀਨਾਰ ਕਰਕੇ ਪੰਥਕ ਤਾਲਮੇਲ ਸੰਗਠਨ ਜਿਹੜਾ ਸੀ ਪੰਜਾਬ 'ਚ ਬਣਿਆ ਹੋਇਆ ਹੈ, ਕਾਫੀ ਸੰਸਥਾਵਾਂ ਜੁੜੀਆਂ ਨੇ। ਸਾਡੀ ਕੋਸ਼ਿਸ਼ ਹੈ ਹਾਲੇ ਵੀ ਕਿ ਅਸੀਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਜਿਹੜੇ ਬੱਚੇ ਨੇ ਜਿਹਨੇ ਉਹ ਜਿਹੜੇ ਦੇਸ਼ਾਂ 'ਚ ਵੀ ਗਏ ਨੇ, ਜਿਹੜੇ ਸਾਡੇ ਸ਼ੀਖ ਖਾਲਸਾ ਦੇ ਬਣੇ ਸਾਡੇ ਨਾਲ ਜੁੜੇ ਰਹੇ, ਉਹ ਉੱਥੇ ਜਾ ਕੇ ਬਹੁਤ ਅੱਛਾ ਕੰਮ ਕਰ ਰਹੇ ਨੇ। ਉਹਨਾਂ ਵਿੱਚੋਂ ਇੱਕ ਤੁਸੀਂ ਵੀ ਹੋ, ਠੀਕ ਹੈ ਨੀ, ਕਿ ਤੁਸੀਂ ਵੀ ਆਏ ਸੀ ਪ੍ਰੋਗਰਾਮ ਲਿਖ ਕੇ, ਔਰ ਮੈਨੂੰ ਯਾਦ ਹੈ ਕਿ ਤੁਸੀਂ ਇੱਥੇ ਬੜਾ ਸੋਹਣਾ ਕੰਮ ਕਰ ਰਹੇ ਹੋ। ਇੱਕ ਬੱਚਾ ਅਮਰੀਕਾ 'ਚ ਬੜਾ ਅੱਛਾ ਕੰਮ ਕਰ ਰਿਹਾ ਹੈ। ਡੈਨਮਾਰਕ ਦੇ ਵਿੱਚ ਇੱਕ ਬੱਚਾ ਜਿਹੜਾ ਕਿਰਪਾਨ ਦੇ ਲਈ ਲੜਿਆ ਸੀ, ਰਾਈਟ ਦੇ ਲਈ, ਉਹ ਬੱਚਾ ਸਾਡਾ ਹੀ ਖਾਲਸਾ ਰਿਹਾ ਹੈ। ਇੱਕ ਲੜਕੀ ਨੇ ਫ੍ਰੈਂਚ ਵਿੱਚ ਟ੍ਰਾਂਸਲੇਸ਼ਨ ਕੀਤੀ ਹੈ ਜਪਜੀ ਸਾਹਿਬ ਦੀ, ਫਰਾਂਸ ਵਿੱਚ ਹੈ। ਪਰ ਇਹੋ ਜਿਹੇ ਬੱਚੇ ਬਹੁਤ ਨੇ, ਸਾਨੂੰ ਫੀਡਬੈਕ ਮਿਲਦਾ ਰਹਿੰਦਾ ਹੈ, ਲੇਕਿਨ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨਾ ਪ੍ਰਭਾਵ ਕਿਤੇ ਕਿੰਨਾ ਹੋਇਆ। ਜਿਸ ਤਰ੍ਹਾਂ ਨਸ਼ਿਆਂ ਦਾ ਸਵਾਲ ਹੈ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਕੈਂਪ ਲਗਾਇਆ ਸੀ ਡਲਹੌਜੀ, ਔਰ ਉਹਦੇ 'ਚ ਅਸੀਂ ਉਹਨਾਂ ਬੱਚਿਆਂ ਨੂੰ ਲੈ ਗਏ ਸੀ ਜਿਹੜੇ ਗਰੀਬ ਬੱਚੇ ਸਨ, ਜਿਹੜੇ ਗਰੀਬ ਘਰਾਂ ਦੇ ਸਨ, ਔਰ ਉਹਨਾਂ ਸਾਰੇ ਬੱਚੇ ਜਿਹੜੇ ਸਨ ਪਤਿਤ ਹੋਏ ਸਨ, ਮਤਲਬ ਸਾਰਿਆਂ ਦੇ ਕੇਸ ਨਹੀਂ ਸਨ, ਪਰ ਹੈ ਉਹ ਸਿੱਖ ਪਰਿਵਾਰਾਂ ਦੇ ਸਨ। ਉੱਥੇ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਫੀਡ ਕੀਤੀ, ਇਨਫੋਰਮੇਸ਼ਨ ਦਿੱਤੀ, ਇੰਟਰਵਿਊ ਲਏ। ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਸਾਡੇ ਮਾਂ ਪਿਓ ਨੇ ਕਦੀ ਸਾਨੂੰ ਕੇਸਾਂ ਦੀ ਮਹੱਤਤਾ ਬਾਰੇ ਦੱਸਿਆ ਹੀ ਨਹੀਂ ਸੀ, ਨਾ ਕਿਸੇ ਨੇ ਕੋਈ ਸਾਖੀ ਸੁਣਾਈ ਸੀ। ਅਸੀਂ ਜਾ ਕੇ ਉਹਨਾਂ ਨੂੰ ਦੱਸਿਆ ਜਦੋਂ, ਤੇ ਉਹ ਬੜੇ ਪ੍ਰਭਾਵਿਤ ਹੋਏ। ਔਰ ਕਈ ਬੱਚਿਆਂ ਨੇ ਜਾ ਕੇ ਆਪਣੇ ਮਾਪਿਆਂ ਨੂੰ ਸਮਝਾਇਆ ਕਿ ਜੀ ਕੇਸ ਰੱਖਣੇ ਬੜੇ ਜ਼ਰੂਰੀ ਨੇ, ਤੁਸੀਂ ਸਾਡੇ ਕੇਸ ਕਿਉਂ ਕੱਢ ਦਿੱਤੇ ਉਹਨਾਂ ਨੇ। ਔਰ ਫਿਰ ਇਹ ਨਹੀਂ, ਅਸੀਂ ਨਸ਼ਿਆਂ ਦੇ ਵਿਰੁੱਧ ਵੀ ਦੱਸਿਆ ਉਹਨਾਂ ਨੂੰ। ਇੱਕ ਬੱਚਾ ਜਾ ਕੇ ਆਪਣੇ ਪਿਓ ਨਾਲ ਲੜ ਪਿਆ, ਉਹ ਬੋਤਲ ਲੈ ਕੇ ਆਇਆ ਤੇ ਉਹਨੇ ਬੋਤਲ ਚੁੱਕ ਕੇ ਸੁੱਟਤੀ, ਔਰ ਉਹ ਪਿਓ ਸਾਡੇ ਕੋਲ ਆ ਗਿਆ, ਕਹਿੰਦਾ ਕੋਈ ਚੰਗਾ ਕੈਂਪ ਲਾਇਆ, ਮੇਰੇ ਬੱਚੇ ਨੂੰ ਵਿਗਾੜਤਾ। ਅਸੀਂ ਕਿਹਾ ਜੀ ਇਹਨੂੰ ਵਿਗਾੜਿਆ ਨਹੀਂ ਹੈ, ਤੁਹਾਨੂੰ ਸਗੋਂ ਸਮਝਾ ਰਿਹਾ। ਤਾਂ ਇੱਦਾਂ ਬੱਚਿਆਂ ਦੇ ਪ੍ਰਭਾਵ ਪੈਂਦਾ। ਸਾਨੂੰ ਕਿੰਨਾ ਪ੍ਰਭਾਵ ਕਿਤੇ ਸੁਸਾਇਟੀ ਦੇ ਪੈਰੇ ਨਹੀਂ ਪੈਂਦਾ, ਅਸੀਂ ਇਸ ਗੱਲ 'ਚ ਵਿਸ਼ਵਾਸ ਕਰਦੇ ਹਾਂ। ਔਰ ਇਹ ਵੀ ਸਾਡਾ ਇੱਕ ਮੰਤਵ ਹੈ ਕਿ ਜਿਹੜੀ ਵੀ ਸੰਸਥਾ ਜੋ ਵੀ ਕੰਮ ਕਰੇ, ਭਾਵੇਂ ਛੋਟੀ ਜਿਹੀ ਕੰਟਰੀਬਿਊਸ਼ਨ ਹੋਵੇ, ਲੇਕਿਨ ਉਹ ਸੁਸਾਇਟੀ ਦੇ ਵਿੱਚ ਉਹਨੂੰ ਅਸੀਂ ਐਕਸੈਪਟ ਕਰਨਾ ਚਾਹੀਦਾ ਹੈ, ਉਹਨੂੰ ਅਸੀਂ ਰਿਕੋਗਨਾਈਜ਼ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਦੂਸਰਿਆਂ ਨੂੰ ਐਪਰੀਸ਼ੀਏਟ ਕਰ ਸਕੀਏ, ਉਹਨਾਂ ਨਾਲ ਐਸੋਸੀਏਟ ਕਰ ਸਕੀਏ, ਉਹਨਾਂ ਦੇ ਨਾਲ ਐਸੋਸੀਏਟ ਕਰ ਸਕੀਏ, ਔਰ ਇਸ ਤਰ੍ਹਾਂ ਸਾਡੇ ਪ੍ਰੋਗਰਾਮ ਜਿਹੜੇ ਅੱਗੇ ਵੱਧ ਸਕਣ, ਔਰ ਉਹਦੇ ਨਾਲ ਕੌਮ ਜਿਹੜੀ ਜੁੜਦੀ ਹੈ। ਅਸੀਂ ਕੌਮ ਨੂੰ ਜੋੜਨ ਦੇ ਲਈ ਜਿਹੜੇ ਪ੍ਰੋਜੈਕਟ ਕੀਤੇ ਨੇ, 500 ਸਿੱਖ ਰੋਲ ਮਾਡਲ ਸਾਰੀ ਦੁਨੀਆ 'ਚ ਬਣਾਏ ਨੇ, ਔਰ ਉਹਨੂੰ ਬਣਾ ਕੇ ਔਰ ਇੱਕ ਪਬਲੀਕੇਸ਼ਨ ਛਾਪੀ, ਹੁਣ ਅਸੀਂ ਉਹ ਵੈਬਸਾਈਟ 'ਤੇ ਲਿਆਂਦਾ ਹੈ। ਇੱਕ ਅਸੀਂ ਪੂਰੀਆਂ ਸਿੱਖ ਆਰਗੇਨਾਈਜੇਸ਼ਨ ਜਿੰਨੀਆਂ ਕੰਮ ਕਰ ਰਹੀਆਂ ਨੇ ਵਰਲਡ ਦੇ ਵਿੱਚ, ਚੰਗੀਆਂ ਆਰਗੇਨਾਈਜੇਸ਼ਨ, ਉਹਨਾਂ ਬਾਰੇ ਇੱਕ ਡਾਇਰੈਕਟਰੀ ਬਣਾਈ ਹੈ, ਜਿਹੜੇ ਕਿ ਤਾਂ ਕਿ ਲੋਕਾਂ ਨੂੰ ਇਨਫੋਰਮੇਸ਼ਨ ਮਿਲ ਸਕੇ ਔਰ ਇੱਕ ਦੂਜੇ ਨਾਲ ਜੁੜ ਸਕਣ, ਔਰ ਉਹਨਾਂ ਨੂੰ ਪਤਾ ਲੱਗੇ ਕਿ ਮੈਂ ਆਸਟ੍ਰੇਲੀਆ 'ਚ ਕੰਮ ਕਰ ਰਿਹਾ, ਇਹੋ ਜਿਹੀ ਆਰਗੇਨਾਈਜੇਸ਼ਨ ਅਮਰੀਕਾ 'ਚ ਵੀ ਕੰਮ ਕਰ ਰਹੀ ਹੈ। ਉਹਦੇ ਨਾਲ ਸਾਡੇ ਆਪਸ ਵਿੱਚ ਯੂਨਿਟੀ ਦੀ ਭਾਵਨਾ ਵੱਧਦੀ ਹੈ। ਤਾਂ ਰਿਜ਼ਲਟ ਜਿਹੜੇ ਨੇ ਉਹਨੂੰ ਕਾਊਂਟ ਨਹੀਂ ਕੀਤਾ ਜਾ ਸਕਦਾ, ਉਹਨੂੰ ਕੁਆਂਟੀਫਾਈ ਨਹੀਂ ਕੀਤਾ ਜਾ ਸਕਦਾ, ਲੇਕਿਨ ਮੈਨੂੰ ਇਹ ਪਤਾ ਹੈ ਕਿ ਪ੍ਰਭਾਵ ਜ਼ਰੂਰ ਸੋਸਾਇਟੀ ਦੇ ਹੁੰਦਾ ਹੈ। ਜੀ ਪਾਲ ਸਾਹਿਬ, ਬਹੁਤ ਬਹੁਤ ਧੰਨਵਾਦ ਇਸ ਸਵਾਲ ਦਾ ਜਵਾਬ ਦੇਣ ਵਾਸਤੇ। ਔਰ ਸਰਦਾਰ ਤਜਿੰਦਰ ਸਿੰਘ ਹੋਰਾਂ ਨੇ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਗਿਣਾਈਆਂ ਨੇ। ਦਮਨਦੀਪ ਸਿੰਘ ਸੰਧਾਵਾਲੀਆ ਲਿਖਦੇ ਨੇ ਕਿ ਕੇਸ ਸੰਭਾਲ ਪ੍ਰਚਾਰ ਸੰਸਥਾ ਹੈਜ਼ ਡਨ ਐਗਜ਼ੈਂਪਲਰੀ ਵਰਕ ਇਨ ਕਨੈਕਸ਼ਨ ਵਿਦ ਪ੍ਰਮੋਟਿੰਗ ਸਿੱਖ ਵੈਲਿਊਜ਼ ਐਂਡ ਪ੍ਰਮੋਟਿੰਗ ਇੰਪੋਰਟੈਂਸ ਐਂਡ ਮੇਨਟੇਨੈਂਸ ਆਫ ਕੇਸ। May Guru Sahib with his grace continue to bless the organization so that it carry forward the mission with greater zeal and success. So ਦਮਨਦੀਪ ਹੋਰਾਂ ਨੇ ਮੈਸੇਜ ਭੇਜਿਆ। ਉਹਨਾਂ ਬੱਚਿਆਂ ਵਿੱਚੋਂ ਨੇ ਜਿਹੜੇ ਅੱਛਾ ਕੰਮ ਕਰ ਰਹੇ ਨੇ ਬਹੁਤ। ਇਹ ਬਹੁਤ ਬੱਚਾ ਲਰਨਰ ਵੀ ਹੈ, ਇੰਟੈਲੀਜੈਂਟ ਹੈ, ਔਰ ਇਹ ਵੀ ਇੱਕ ਸੰਸਥਾ ਦੇ ਨਾਲ ਬਚਪਨ ਤੋਂ ਜੁੜਿਆ ਹੋਇਆ ਸੀ। ਔਰ ਹੁਣ ਮੈਨੂੰ ਪਤਾ ਕਿ ਕੈਨੇਡਾ 'ਚ ਹੈਗਾ, ਔਰ ਉੱਥੇ ਵੀ ਜਿੱਥੇ ਵੀ ਇਹ ਬੱਚੇ ਜਾਂਦੇ ਨੇ ਆਪਣੀ ਖੁਸ਼ਬੂ ਫੈਲਾਉਂਦੇ ਨੇ ਔਰ ਲੋਕਾਂ ਨੂੰ ਧਰਮ ਦੇ ਨਾਲ ਜੋੜਦੇ ਨੇ। ਜੀ ਹਰਬੰਸ ਸਿੰਘ ਭਾਟੀਆ ਜੀ ਲਿਖਦੇ ਨੇ ਕੰਗ੍ਰੈਚੁਲੇਸ਼ਨਸ ਟੂ ਪਾਲ ਸਾਹਿਬ ਐਂਡ ਆਲ ਦ ਮੈਂਬਰਸ ਆਫ ਕੇਸ ਸੰਭਾਲ ਪ੍ਰਚਾਰ ਸੰਸਥਾ। ਔਰ ਅਮਰੀਕ ਸਿੰਘ ਜੀ ਵੀ, ਹਾਂਜੀ ਅਮਰੀਕ ਸਿੰਘ ਜੀ ਤੁਹਾਨੂੰ ਕੰਗ੍ਰੈਚੁਲੇਸ਼ਨਸ ਭੇਜ ਰਹੇ ਨੇ। ਔਰ ਬਹੁਤ ਸਾਰੇ ਸਰੋਤੇ ਜਿਹੜੇ ਨੇ ਸਾਡੇ ਨਾਲ ਇਸ ਟਾਈਮ ਸਾਂਝ ਬਣਾ ਰਹੇ ਨੇ ਮੈਸੇਜਿਸ ਰਾਹੀਂ, ਜਿਹੜੇ ਮੈਂ ਵਕਤਨ ਪੜ੍ਹਦੀ ਰਵਾਂਗੀ। ਔਰ ਇੱਦਾਂ ਹੀ ਸਿਲਸਿਲੇ ਨੂੰ ਗਾਂਹ ਤੁਰਦੇ ਹੋਏ ਸਾਡੇ ਨਾਲ ਸਿਡਨੀ ਤੋਂ ਜਸਬੀਰ ਸਿੰਘ ਆਲੂਵਾਲੀਆ ਜੀ ਜੁੜੇ ਹੋਏ ਨੇ। ਆਓ ਉਹਨਾਂ ਨੂੰ ਸਕਰੀਨ ਲਾਈਨ ਦੇ ਉੱਤੇ ਲੈਂਦੇ ਹਾਂ
ਤੇ ਜਾਣਦੇ ਹਾਂ ਕਿ ਉਹ ਅੱਜ ਦੇ ਪ੍ਰੋਗਰਾਮ ਵਾਸਤੇ ਸਾਨੂੰ ਕਿਹੜੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਦੇ ਨੇ। ਤੇ ਜੀ ਆਇਆਂ ਨੂੰ ਜਸਬੀਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੁਸੀਂ ਅਨਮਿਊਟ ਕਰੋ ਆਪਣੇ ਸਾਈਡ ਤੋਂ, ਤੁਹਾਡਾ ਸਿਸਟਮ ਮਿਊਟ ਹੈ। ਹਾਂਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਹ ਸਾਰਾ ਪ੍ਰੋਗਰਾਮ ਬਣਾ ਰਹੇ ਹੋ, ਕੀਤਾ ਤੁਸੀਂ ਬੜੀ ਮਿਹਨਤ ਕੀਤੀ, ਇਸ ਦੀ ਮੈਂ ਤੁਹਾਡਾ ਸ਼ੁਕਰੀਆ ਵੀ ਕਰਦਾ, ਤੁਹਾਡਾ ਧੰਨਵਾਦ ਵੀ ਕਰਦਾ, ਤੁਹਾਨੂੰ ਵਧਾਈ ਵੀ ਦਿੰਦਾ ਕਿ ਇੰਨਾ ਕਾਮਯਾਬੀ ਨਾਲ ਚੱਲ ਰਿਹਾ। ਤੇ ਜਿਵੇਂ ਤੁਸੀਂ ਮੈਨੂੰ ਬੇਨਤੀ ਨਹੀਂ ਕਹਾਂਗਾ, ਹੁਕਮ ਕੀਤਾ ਸੀ ਕਿ ਮੈਂ ਪਾਲ ਜੀ ਬਾਰੇ ਕੁਛ ਦੱਸਾਂ ਤੁਹਾਨੂੰ। ਜੀ ਪਹਿਲੇ ਤਾਂ ਸਾਰੇ ਸੁਣਨ ਵਾਲਿਆਂ ਨੂੰ, ਜੋ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਮੈਂ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਦੂਸਰਾ, ਜਦੋਂ ਕੇਸ ਸੰਭਾਲ ਪ੍ਰਚਾਰ ਸੰਸਥਾ ਦਾ ਨਾਮ ਆਉਂਦਾ ਨਾ ਜੀ, ਮੇਰੇ ਸਾਹਮਣੇ 3 ਸ਼ਖਸੀਅਤਾਂ ਆਉਂਦੀਆਂ ਨੇ ਅਸਲੇ, ਸਭ ਤੋਂ ਜ਼ਿਆਦਾ ਜਿਹੜੀਆਂ। ਤੇ ਸਭ ਤੋਂ ਪਹਿਲਾਂ ਤਾਂ ਭਾਈ ਤਾਰੂ ਸਿੰਘ ਜੀ ਸ਼ਹੀਦ, ਇਹ ਸ਼ਖਸੀਅਤ ਹੈ ਕੇਸ ਸੰਭਾਲੇ ਜਿਹੜਾ ਨੇ, ਹਾਂਜੀ, ਜਿਨ੍ਹਾਂ ਦੇ ਨਾਂ ਦੇ ਉੱਤੇ ਸੰਸਥਾ ਚੱਲ ਰਹੀ ਹੈ, ਕੇਸ ਸੰਭਾਲ ਪ੍ਰਚਾਰ ਸੰਸਥਾ। ਔਰ ਜਿਹੜੇ ਚਲਾਉਣ ਵਾਲੇ ਉਹ ਸਰਦਾਰ ਸੁਰਿੰਦਰਜੀਤ ਸਿੰਘ ਪਾਲ। ਲੇਕਿਨ ਜਿਹੜੇ ਉਹਨਾਂ ਦੇ ਪਿੱਛੇ, ਉਹ ਕਹਿੰਦੇ ਨਾ ਜੀ, ਆਦਮੀ ਦੀ ਸਫਲਤਾ ਜਿਹੜੀ ਹੈ ਉਹ ਉਹਨਾਂ ਦੀ ਪਿੱਛੇ ਜੋ ਹੁੰਦੀ ਹੈ ਨਾ, ਇੱਕ ਉਹਨਾਂ ਦੀ ਵਾਈਫ ਜਾਂ ਉਹਨਾਂ ਦੀ ਪਾਰਟਨਰ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ। ਹਾਂਜੀ, ਸ਼ਰਨਜੀਤ ਕੌਰ ਪਾਲ ਜਿਹੜੇ ਇਹਨਾਂ ਦੇ ਮਿਸਿਸ ਨੇ। ਸੋ ਇਹ 3 ਸ਼ਖਸੀਅਤਾਂ, ਅਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਜੋ ਵੀ ਇਹਨਾਂ ਨੇ ਕੰਮ ਕੀਤੇ ਉਹਨਾਂ ਤੋਂ ਬਗੈਰ ਕਰਦੇ ਹੀ ਨਹੀਂ। ਇਹ ਮੈਂ ਜਾਣਦਾ ਇਹਨਾਂ ਨੂੰ। ਸਾਡੀ ਜਿਹੜੀ ਮੁਲਾਕਾਤ ਇਹਨਾਂ ਨਾਲ ਹੋਈ ਸੀ ਕੋਈ 74-75 ਦੀ ਗੱਲ ਹੈ, 1974-75 ਦੇ ਵਿੱਚ, ਤੇ ਹੁਣ ਤੱਕ ਸਾਡਾ ਸਾਥ ਚੱਲਿਆ ਆ ਰਿਹਾ ਬੜਾ ਅੱਛਾ। ਤੇ ਕਾਫੀ ਅਸੀਂ ਨੇੜੇ ਰਹੇ ਆ ਇਹਨਾਂ ਦੇ, ਹੁਣ ਵੀ ਹੈਗੇ ਆ, ਔਰ ਇਹਨਾਂ ਦਾ ਬੜਾ ਪਿਆਰ ਮਿਲਦਾ ਰਿਹਾ। ਮੈਂ ਇਹਨਾਂ ਦੇ ਬਾਰੇ ਕੁਛ ਦੱਸਾਂਗਾ ਜਦੋਂ, ਕਿ ਇਹਨਾਂ ਦੀ ਨੇਚਰ ਜਿਹੜੀ, ਕੁਦਰਤੀ ਸੁਭਾਅ ਜਿਹੜਾ ਇਹਨਾਂ ਦਾ ਨਾ, ਉਹ ਇੱਕ ਪੜ੍ਹਾਈ ਵੱਲ ਸੀ ਬਹੁਤ ਜ਼ਿਆਦਾ, ਪੜ੍ਹਨਾ ਬਸ। ਦੂਸਰਾ, ਲੌਂਗ ਡਿਸਟੈਂਸ 'ਤੇ ਵੇਖਦੇ ਸੀ ਕਿ ਉਦੋਂ ਕੀ ਹੋਣਾ, ਅਤੇ ਉਹਦੇ ਬਾਰੇ ਜਿੱਦਾਂ ਸਿੱਖ ਕੇਸ ਸੰਭਾਲ ਪ੍ਰਚਾਰ ਸੰਸਥਾ 'ਚ ਜੋ ਕਰ ਰਹੇ ਨੇ, ਬੜੀ ਲੌਂਗ ਥਿੰਕਿੰਗ ਹੈ ਇਹਨਾਂ ਦੀ। ਜਿਹੜੇ ਕੰਮ 15 ਸਾਲ ਬਾਅਦ ਹੋਣੇ ਆ, ਉਹਨਾਂ ਨੂੰ ਲੈ ਕੇ ਤੇ ਅੱਜ ਹੀ ਕਰ ਦੇਣਗੇ। ਤੇ ਮੈਨੂੰ ਯਾਦ ਹੈ ਜਦੋਂ ਇਹਨਾਂ ਨੇ IAS ਦਾ ਐਗਜ਼ਾਮ ਪਾਸ ਕੀਤਾ ਤੇ ITO ਬਣੇ ਸਨ, ਉਦੋਂ ਇਹ ਬੰਬੇ ਸਨ ਇਹਨਾਂ ਦੀ ਡਿਊਟੀ। ਤੇ ਇੱਕ ਦਿਨ ਮੇਰੀ ਮੁਲਾਕਾਤ ਹੋਈ ਤੇ ਗੱਲ ਕਰ ਰਹੇ ਸੀ ਕਿ ਮੈਂ ਤੇ ਬਣ ਗਿਆ ITO IPS ਕਰਕੇ, ਤੇ ਜਦੋਂ ਚੀਫ ਕਮਿਸ਼ਨਰ ਬਣ ਜਾਵਾਂਗਾ ਫਿਰ ਉਸ ਤੋਂ ਬਾਅਦ ਰਿਟਾਇਰ ਹੋ ਕੇ ਕੀ ਕਰਾਂਗੇ। ਫਿਰ ਆਪੇ ਹੀ ਜਵਾਬ ਆ ਗਿਆ ਕਿ ਮੈਂ ਬਾਅਦ 'ਚ ਨਾ ਕੋਈ ਕੰਸਲਟੇਸ਼ਨ ਕਰਾਂਗਾ ਲੋਕਾਂ ਦੀ ਭਲਾਈ ਵਾਸਤੇ, ਟੈਕਸ ਵਾਸਤੇ, ਤੇ ਉਹਦੇ ਲਈ ਲਾਅ ਕਰਨੀ ਜ਼ਰੂਰੀ ਹੈ। ਤੇ ਇਹਨਾਂ ਨੇ ਲਾਅ ਕਰ ਲਈ। ਫਿਰ ਉੱਥੋਂ ਵੱਧਦੇ ਤਰੱਕੀ ਕਰਦੇ ਅਸਿਸਟੈਂਟ ਕਮਿਸ਼ਨਰ ਦਿੱਲੀ 'ਚ ਆਏ, ਦਿੱਲੀ ਤੋਂ ਫਿਰ ਜਲੰਧਰ, ਪਟਿਆਲਾ ਹੁੰਦੇ ਕਮਿਸ਼ਨਰ ਬਣ ਕੇ ਅੰਮ੍ਰਿਤਸਰ ਆ ਗਏ। ਉੱਥੇ ਆ ਕੇ ਇਹਨਾਂ ਨੇ ਬੜੇ ਕੰਮ ਕੀਤੇ ਨੇ ਆਪਣੇ। ਇਹ ਸਿਰਫ ਇਹ ਨਹੀਂ ਹੈ ਕਿ ਸਿਰਫ ਸਿੱਖੀ ਵਾਸਤੇ, ਦੂਸਰੀ ਇਨਸਾਨੀਅਤ ਵਾਸਤੇ ਬੜੇ ਕੰਮ ਕੀਤੇ ਇਹਨਾਂ ਨੇ। ਇਹ ਜਿਹੜਾ ਦਫ਼ਤਰ ਸੀ, ਜਿਹੜੀ ਇਹਨਾਂ ਦੇ ਲੋਕ ਉੱਥੇ ਸਟਾਫ ਦੇ ਰਹਿੰਦੇ ਸਨ, ਉਹਨਾਂ ਦੇ ਵਾਸਤੇ ਉੱਥੇ ਇਹਨਾਂ ਨੇ ਬੜੇ ਕੰਮ ਕੀਤੇ ਨੇ, ਜਿਹੜੇ ਇਹਨਾਂ ਨੂੰ ਅੱਜ ਵੀ ਯਾਦ ਕਰਦੇ ਨੇ ਚਲੇ। ਹਾਂਜੀ, ਫਿਰ ਦਰਬਾਰ ਸਾਹਿਬ 'ਚ ਬੜੇ ਕੰਮ ਕੀਤੇ ਨੇ ਇਹਨਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਉਹਨਾਂ ਨੂੰ ਸਲਾਹਾਂ ਦੇ ਕੇ ਬੜੇ ਅੱਛੇ ਕੰਮ ਕੀਤੇ ਨੇ। ਫਿਰ 84 ਦਾ ਦੌਰ ਜਦੋਂ ਆਇਆ, ਉਦੋਂ ਇਹਨਾਂ ਨੇ ਬੜੀ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ 84 ਦੇ ਵਿੱਚ, ਜਿਨ੍ਹਾਂ ਦੇ ਕੰਮ ਖਤਮ ਹੋ ਗਏ। ਜਿੱਦਾਂ ਸਰਦਾਰ ਤੇਜਿੰਦਰ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਦੀ ਸੇਵਾ ਕਰਦੇ ਸੀ ਨਾ, ਹੈਪੇਟਾਈਟਿਸ ਵਾਲਿਆਂ ਦੇ ਗਏ, ਉਹਨਾਂ ਨੂੰ ਫਿਰ ਪੜ੍ਹਾਈ ਕਰਵਾਈ। ਲੇਕਿਨ ਕਈਆਂ ਦੇ ਵਪਾਰ ਸ਼ੁਰੂ ਕਰਵਾਏ। ਮੈਨੂੰ ਇੱਕ ਐਗਜ਼ਾਮਪਲ ਯਾਦ ਹੈ ਕਿ ਸੱਜਣ ਸਨ ਆਪਣੇ, ਉਹ ਗੱਤੇ ਦਾ ਕੰਮ ਸੀ ਉਹਨਾਂ ਦਾ, ਗੱਤਾ ਲੈਂਦੇ ਸਨ ਤੇ ਉਹਨਾਂ ਦੇ ਫਿਰ ਡੱਬੇ ਬਣਾ ਕੇ ਤੇ ਫਿਰ ਅੱਗੇ ਭੇਜਦੇ ਸਨ। ਉਹ ਕਹਿੰਦੇ ਜੀ ਸਾਡੇ ਕੋਲ ਗੱਤੇ ਵਾਸਤੇ ਕੋਈ ਪੈਸਾ ਹੀ ਨਹੀਂ ਹੈਗਾ, ਮਸ਼ੀਨਾਂ ਬੰਦ ਹੋ ਗਈਆਂ, ਘਰ ਦੀ ਆਮਦਨ ਰੁਕ ਗਈ ਹੈ। ਇਹਨਾਂ ਨੇ ਸਾਰਾ ਅਰੇਂਜ ਕੀਤਾ, ਉਹਨਾਂ ਦੇ ਗੱਤੇ ਬਣਵਾਏ, ਭਜਵਾਏ ਉਹਨਾਂ ਦੇ, ਔਰ ਉਹਨਾਂ ਦਾ ਕੰਮ ਸ਼ੁਰੂ ਕਰਵਾਇਆ। ਇਸ ਤਰ੍ਹਾਂ ਦਾ ਇੱਕ ਨਹੀਂ, ਬੜੇ ਕੰਮ ਕੀਤੇ। ਕਈ ਕਾਰੀਗਰ ਸਨ ਜਿਨ੍ਹਾਂ ਦੇ ਕੋਲ ਆਪਣੇ ਹਥਿਆਰ ਨਹੀਂ ਸਨ ਹੈਗੇ, ਉਹਨਾਂ ਨੂੰ ਹਥਿਆਰਾਂ ਦਾ ਅਰੇਂਜਮੈਂਟ ਕਰਕੇ ਉਹਨਾਂ ਦਾ ਕੰਮ ਸ਼ੁਰੂ ਕਰਵਾਤਾ। ਸੋ ਪੜ੍ਹਾਈ ਵੱਲੋਂ, ਸਭ ਵੱਲੋਂ ਇਹਨਾਂ ਦੇ ਕੰਮ ਚੱਲਦੇ ਰਹੇ ਨੇ।
ਤੇ ਇਹ ਕਦੀ ਵੀ ਕਿਸੇ ਤੋਂ ਪਿੱਛੋਂ ਨਹੀਂ ਹਟੇ। ਜੇ ਕੋਈ ਵੀ ਹੈਲਪ ਲੈਣ ਗਿਆ ਇਹਨਾਂ ਦੀ, ਸਾਨੂੰ ਮਦਦ ਚਾਹੀਦੀ ਹੈ ਜੀ, ਭਾਵੇਂ ਉਹ ਕਿਸੇ ਵੀ ਧਰਮ ਦਾ, ਇਹਨਾਂ ਨੇ ਹੈਲਪ ਕੀਤੀ ਉਹਨਾਂ ਦੀ, ਕਦੇ ਨਾ ਨਹੀਂ ਕੀਤੀ ਜੀ। ਸਾਨੂੰ ਜਾਣ ਕੇ ਜੀ। ਬੜੀ ਖੁਸ਼ੀ ਹੋਈ। ਤੁਸੀਂ ਜਿਹੜੇ ਪੁਆਇੰਟ ਸ਼ੇਅਰ ਕੀਤੇ ਸਾਨੂੰ ਬਹੁਤ ਅੱਛੇ ਲੱਗੇ, ਔਰ ਇਦਾਂ ਹੀ ਸ਼ਾਲਾ ਪਾਲ ਸਾਹਿਬ ਕੋਲੋਂ ਪਰਮਾਤਮਾ ਹੋਰ ਸੇਵਾ ਜਿਹੜੀ ਆ ਉਹ ਲੈਂਦਾ ਰਵੇ। ਫਿਰ ਕਿਤਾਬਾਂ ਬੜੀਆਂ ਲਿਖਦੇ ਰਹੇ ਨੇ ਆਪਣਾ, ਇਹ ਸਿਰਫ ਸਿੱਖੀ ਦੇ ਬਾਰੇ ਬੜੀਆਂ ਲਿਖੀਆਂ ਕਿਤਾਬਾਂ, 25-26 ਉਹਨਾਂ ਚੋਂ ਇਨਾਮ ਵੀ ਜਿੱਤੇ ਨੇ। ਪਰ ਇਹ ਨਹੀਂ ਕਿ ਸਿਰਫ ਸਿੱਖੀ ਬਾਰੇ, ਵੈਸੇ ਵੀ ਕਵਿਤਾਵਾਂ ਲਿਖੀਆਂ ਇਹਨਾਂ ਨੇ ਬੜੀਆਂ। ਇੱਕ ਇਹਨਾਂ ਨੇ ਕਿਤਾਬ ਲਿਖੀ ਸੀ ਅੰਮ੍ਰਿਤਸਰ ਦੀ ਧਰਤੀ ਤੇ ਹੋਰ ਕਵਿਤਾਵਾਂ, ਉਹਦੇ ਸਾਰੇ ਅੰਮ੍ਰਿਤਸਰ ਦੇ ਬਾਰੇ, ਦਿੱਲੀ ਦੇ ਬਾਰੇ ਕਵਿਤਾ ਲਿਖੀਆਂ, ਰਿਸ਼ਤਿਆਂ ਦੇ ਬਾਰੇ ਕਵਿਤਾ ਲਿਖੀਆਂ। ਹਾਂਜੀ, ਇਸ ਤਰ੍ਹਾਂ ਦੀ ਮੈਂ ਕਿਤਾਬ ਤੁਹਾਨੂੰ ਦਿਖਾਉਣਾ ਹੈ, ਅੰਮ੍ਰਿਤਸਰ ਦੀ ਧਰਤੀ ਹੈ ਜੀ, ਤੇ ਇਹਨਾਂ ਦੀ ਕਿਤਾਬ ਹੈ ਜੀ। ਫਿਰ ਇੱਕ ਰਸਾਲਾ ਕੱਢਦੇ ਨੇ ਜਿਹਨੂੰ ਅੰਗਰੇਜ਼ੀ 'ਚ ਮੈਗਜ਼ੀਨ ਕਹਿ ਦਿੰਦੇ ਨੇ, ਜੀਵਨ ਰਿਸ਼ਮਾ ਹੈ ਜੀ। ਇਹਦੇ 'ਚ 3 ਲੈਂਗੁਏਜ ਨੇ, ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਜੀ। ਤੇ ਇਹ ਬੜੇ ਅੱਛੇ ਨੇ, ਚੱਲਦੇ ਨੇ। ਫਿਰ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਕਿਤਾਬਾਂ 500 ਸਿੱਖ ਰੋਲ ਮਾਡਲ, ਤੇ ਫਿਰ ਇਹਨਾਂ ਨੇ ਕਦੀ ਸਿੱਖ ਔਰਗਨਾਈਜੇਸ਼ਨ 500 ਸਾਰੇ ਵਰਲਡ ਦੀ। ਇਹ ਕਿਤਾਬ ਜਿਹੜੀ ਹੈ, ਇਹ ਤੁਸੀਂ ਦੇਖੋ, ਇਹਦੇ 'ਚ ਗੁਰਦੁਆਰੇ ਸਾਰੇ ਵਰਲਡ ਦੇ ਗੁਰਦੁਆਰੇ ਇਹਨਾਂ ਨੇ ਲਏ ਨੇ, ਫਿਰ ਸਿੱਖ ਔਰਗਨਾਈਜੇਸ਼ਨ ਲਈ ਆ ਸਾਰੇ ਵਰਲਡ ਦੀ, ਤੇ ਇਹਦੇ ਵਿੱਚ ਤਾਂ ਕਿ ਸਾਰੇ ਆਪਸ ਦੇ ਵਿੱਚ ਜੁੜ ਕੇ ਰਹਿਣ ਸਨ। ਸੋ ਇਹ ਸਭ ਕੁਛ ਇਹਨਾਂ ਦਾ ਹੈਗਾ ਜੀ। ਤੇ ਜਦੋਂ ਇਹ ਰੋਲ ਮਾਡਲ ਆਪਾਂ ਦੇਖ ਰਹੇ ਸੀ, ਤੇ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਇੱਕ ਵਿਦਿਆਰਥੀ ਆ, ਤੇ ਇਹ ਸਾਡੇ ਉਸਤਾਦ ਨੇ, ਸਾਨੂੰ ਪੜ੍ਹਾ ਰਹੇ ਨੇ, ਔਰ ਅਸੀਂ ਪੜ੍ਹ ਰਹੇ ਹਾਂ, ਤੇ ਅਜੇ ਤੱਕ ਪੜ੍ਹ ਰਹੇ ਹਾਂ ਜੀ। ਬਹੁਤ ਅੱਛਾ ਲੱਗਿਆ ਜਸਬੀਰ ਜੀ, ਬਹੁਤ ਵਧੀਆ ਲੱਗਿਆ ਜਿਹੜੀਆਂ ਗੱਲਾਂ ਤੁਸੀਂ ਸ਼ੇਅਰ ਕੀਤੀਆਂ, ਇਹ ਵੀ ਹੋਣੀਆਂ ਹੀ ਚਾਹੀਦੀਆਂ, ਔਰ ਸਾਨੂੰ ਬੜਾ ਚੰਗਾ ਲੱਗ ਰਿਹਾ ਹੈ ਕਿ ਅਸੀਂ ਤੁਹਾਡੇ ਨਾਲ ਮੁਖਾਤਿਬ ਹੋਏ ਹਾਂ। ਇੱਕ ਹੋਰ ਵੀ ਗੱਲ ਮੈਨੂੰ ਆਏਗੀ ਕਿ ਇਹਨਾਂ ਨੇ ਇੱਕ ਨਾਵਲ ਲਿਖਿਆ ਸੀ, ਧਰਮ ਰਾਏ ਜਬ ਲੇਖਾ ਮੰਗੇ, ਉਹਦੇ ਤੇ ਇੱਕ ਪੰਜਾਬੀ ਮੂਵੀ ਵੀ ਬਣੀ ਹੈ ਜਿਹਦਾ ਨਾਮ ਮਿੱਟੀ ਦਾ ਬਾਵਾ ਜੀ। ਉਹ ਮੂਵੀ ਵੀ ਇਹਨਾਂ ਨੇ ਬਣਾਈ ਹੈ। ਤਾਂ ਅਜੇ ਤੱਕ ਤੇ ਥੱਕੇ ਨਹੀਂ ਹੈ ਜੀ। ਕਈ ਵਾਰੀ ਕਈ ਪੁੱਛਦੇ ਨੇ ਥੱਕੇ ਨਹੀਂ ਹੈ ਜੀ, ਮੈਂ ਨਹੀਂ, ਇਹਨਾਂ ਨੇ ਨਹੀਂ ਥੱਕਣਾ, ਇਹਨਾਂ ਨੇ ਕਰੀ ਜਾਣਾ ਕੰਮ, ਤੇ ਇਹਨਾਂ ਦਾ ਸਾਥ ਅਸੀਂ ਦੇਈ ਜਾਣਾ ਜੀ। ਜੀ ਜਸਬੀਰ ਜੀ, ਬੜਾ ਅੱਛਾ ਲੱਗਿਆ ਤੁਹਾਡੇ ਨਾਲ ਜੁੜ ਕੇ। ਤੇ ਜਿੱਦਾਂ ਸਿਡਨੀ ਤੋਂ ਅਸੀਂ ਜਸਬੀਰ ਸਿੰਘ ਆਹਲੂਵਾਲੀਆ ਹੋਰਾਂ ਨੂੰ ਜੋੜਿਆ, ਤੇ ਨਾਲ ਹੀ ਨਾਲ ਸਿਡਨੀ ਤੋਂ ਸਾਡੇ ਇੱਕ ਬੜੇ ਹੀ ਮਾਨਯੋਗ ਸ਼ਖਸੀਅਤ ਡਾਕਟਰ ਮਨਿੰਦਰ ਸਿੰਘ ਜੀ, ਜਿਹੜੇ ਕਿ ਸਿਡਨੀ ਦੇ ਵਿੱਚ ਬਲੈਕ ਟਾਊਨ ਦੇ ਵਿੱਚ ਕਾਉਂਸਲਰ ਵੀ ਨੇ। ਉਹਨਾਂ ਨੇ ਇੱਕ ਬੜੀ ਨਿੱਘੀ ਵਿਸ਼ ਭੇਜੀ ਹੈ ਕੇਸ ਬਾਲ ਪ੍ਰਚਾਰ ਸੰਸਥਾ ਵਾਸਤੇ। ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਕਾਉਂਸਲਰ ਮਨਿੰਦਰ ਸਿੰਘ, ਔਰ ਮੈਂ ਹਾਂ ਸਿਡਨੀ ਬਲੈਕ ਟਾਊਨ ਸਿਟੀ ਕਾਉਂਸਲ, ਸਿਡਨੀ, ਆਸਟ੍ਰੇਲੀਆ ਤੋਂ। ਅੱਜ ਅਸੀਂ ਗੱਲ ਕਰ ਰਹੇ ਹਾਂ ਕੇਸ ਸੰਭਾਲ ਪ੍ਰਚਾਰ ਸੰਸਥਾ, ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੇਸਡ ਹੈ। 1997 ਤੋਂ ਇਹ ਸੇਵਾ ਕਰ ਰਹੇ ਨੇ। ਉਹਨਾਂ ਦੇ ਮੁੱਖ ਸੇਵਾਦਾਰ ਨੇ ਸਰਦਾਰ ਸੁਰਿੰਦਰਜੀਤ ਸਿੰਘ ਪਾਲ, ਸਰਦਾਰਨੀ ਸ਼ਰਨਜੀਤ ਕੌਰ ਪਾਲ ਅਤੇ ਸਰਦਾਰ ਜੱਜਬੀਰ ਸਿੰਘ ਵਾਲੀਆ ਜੀ। ਇਹਨਾਂ ਨੇ ਸਿੱਖੀ ਪ੍ਰਚਾਰ ਕੇਸ ਸੰਭਾਲ ਦੇ ਵਿੱਚ ਬਹੁਤ ਯੋਗਦਾਨ ਕੀਤਾ, ਸਾਰੇ ਭਾਰਤ ਵਿੱਚ ਵੀ ਔਰ ਦੂਜੇ ਦੇਸ਼ਾਂ 'ਚ, ਖਾਸ ਤੌਰ 'ਤੇ ਇੰਗਲੈਂਡ ਅਤੇ ਕੈਨੇਡਾ ਦੇ ਵਿੱਚ। ਔਰ ਅੱਜ ਇਹ ਉਪਰਾਲਾ ਲੈ ਕੇ ਬਾਕੀ ਸਾਰੀ ਦੁਨੀਆ ਦੇ ਵਿੱਚ ਵੀ ਪਹੁੰਚੇ ਹੋਏ ਨੇ। ਸੋ ਆਓ ਸਾਰੇ ਅੱਜ ਇਹਨਾਂ ਦਾ ਸਮਰਥਨ ਕਰੀਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪੁਰਬ ਦੇ ਸੰਬੰਧ ਵਿੱਚ ਵੀ ਇਹ ਬਹੁਤ ਅੱਛਾ ਉਪਰਾਲਾ ਕਰ ਰਹੇ ਨੇ, ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਨੇ। ਸੋ ਆਓ ਸਾਰੇ ਮਿਲ ਕੇ ਆਪਾਂ ਇਹਨਾਂ ਦਾ ਸਹਿਯੋਗ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਮਨਿੰਦਰ ਸਿੰਘ, ਜਿਹੜੇ ਸਾਡੇ ਨਾਲ ਵੀਡੀਓ ਰਾਹੀਂ ਸਾਂਝ ਬਣਾ ਰਹੇ ਸਨ। ਤੇ ਆਓ ਸਿਡਨੀ ਹੀ ਤੁਹਾਨੂੰ ਰੱਖਦੇ ਹਾਂ। ਹਾਲੇ ਸਿਡਨੀ ਤੋਂ ਇੱਕ ਹੋਰ ਵਿਸ਼ ਹੈ, ਜਿਹੜੀ ਬੜੀ ਵੱਡੀ ਆਰਗੇਨਾਈਜੇਸ਼ਨ ਚੱਲਦੀ ਹੈ, ਹਰਮਨ ਫਾਊਂਡੇਸ਼ਨ, ਜਿਹੜੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਦੇ ਆ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਉਂਦੇ ਨੇ। ਸਰਦਾਰਨੀ ਹਰਿੰਦਰ ਕੌਰ ਹੋਰਾਂ ਦਾ ਇੱਕ ਮੈਸੇਜ ਹੈ ਕੇਸ ਸੰਭਾਲ ਪ੍ਰਚਾਰ ਸੰਸਥਾ ਵਾਸਤੇ, ਉਹ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਿੰਦਰ ਕੌਰ ਹੈ ਤੇ ਮੈਂ ਇੱਥੇ ਸਿਡਨੀ, ਨਿਊ ਸਾਊਥ ਆਸਟ੍ਰੇਲੀਆ ਵਿਖੇ ਅਸੀਂ ਰਹਿ ਰਹੇ ਹਾਂ, ਮੈਂ ਤੇ ਮੇਰਾ ਪਰਿਵਾਰ।
ਤੇ ਇਸ ਸਮੇਂ ਅਸੀਂ ਹਰਮਨ ਫਾਊਂਡੇਸ਼ਨ, ਜਿਹੜੀ ਕਿ ਇੱਕ ਸਮਾਜ ਸੇਵੀ ਸੰਸਥਾ ਹੈ, ਉਹਦੀ ਅਸੀਂ ਨੁਮਾਇੰਦਗੀ ਕਰ ਰਹੇ ਹਾਂ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਹਾਂ। ਤੇ ਨਾਲ ਹੀ ਇੱਥੇ ਅਸੀਂ ਗੱਲ ਕਰਨੀ ਹੈ ਕੇਸ ਸੰਭਾਲ ਸੰਸਥਾ, ਜਿਹੜੀ ਇੱਕ ਬਹੁਤ ਹੀ ਨਵੇਕਲੇ ਤਰੀਕੇ ਦਾ ਕੰਮ ਕਰ ਰਹੀ ਹੈ। ਸੇਵਾ ਦਾ ਬੇੜਾ ਇਹਨਾਂ ਨੇ ਚੱਕਿਆ ਹੈ ਤੇ ਸੁਰਿੰਦਰਜੀਤ ਸਿੰਘ ਪੌਲ ਤੇ ਉਹਨਾਂ ਦੀ ਬਹੁਤ ਸਾਰੀ ਵੱਡੀ ਟੀਮ ਜਿਹੜੀ ਕਿ ਇਸ ਕੰਮ ਵਿੱਚ ਲੱਗੀ ਹੋਈ ਹੈ ਕਿ ਕਿੱਦਾਂ ਸਾਡੀ ਨਵੀਂ ਪੀੜ੍ਹੀ ਨੂੰ ਤੇ ਇਸ ਸਮਾਂ ਕਿਸ ਤਰ੍ਹਾਂ ਅਸੀਂ ਸੰਭਾਲ ਕਰਨੀ ਹੈ, ਆਪਣੀ ਸਿੱਖੀ ਬਾਰੇ ਕਿਸ ਤਰ੍ਹਾਂ ਉਹਨਾਂ ਨੂੰ ਹੋਰ ਜਾਣਕਾਰੀ ਅਸੀਂ ਦੇ ਸਕਦੇ ਹਾਂ। ਤੇ ਇਹਨਾਂ ਨੇ ਬੜੇ ਹੀ ਤਰੀਕੇ ਨਾਲ ਅਲੱਗ-ਅਲੱਗ ਪ੍ਰੋਗਰਾਮਸ ਚਲਾ ਰਹੇ ਹਨ। ਤੇ ਆਓ ਸਾਰੇ ਮਿਲ ਕੇ ਇਹਨਾਂ ਨੂੰ ਮੁਬਾਰਕਾਂ ਦਈਏ ਕਿ ਜਿਹੜਾ ਸੇਵਾ ਦਾ ਕੰਮ ਇਹਨਾਂ ਨੇ ਚੱਕਿਆ ਹੈ ਉਹ ਬਹੁਤ ਹੀ ਪੈਸ਼ਨ ਦਾ ਤੇ ਡਿਲੀਜੈਂਟ ਹੋ ਕੇ ਬਹੁਤ ਹੀ ਮਿਹਨਤਾਂ ਦਾ ਕੰਮ ਹੈ। ਤੇ ਅਸੀਂ ਸਾਰੇ ਆਪਾਂ ਇਹ ਭਾਰਤ 'ਚ ਹੀ ਨਹੀਂ, ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਇਹ ਕੰਮ ਚੱਲ ਰਿਹਾ ਹੈ। ਬੜੇ ਡਿਫਰੈਂਟ ਪ੍ਰੋਜੈਕਟਸ ਚੱਲ ਰਹੇ ਹਨ। ਤੇ ਆਪ ਜੀ ਨੂੰ 5ਵੇਂ ਸਾਲ ਦੇ ਇਸ ਤੇ ਵੈਬਸਾਈਟ ਦੀ ਜਿਹੜਾ ਲਾਂਚ ਕਰਨ ਜਾ ਰਹੇ ਹਾਂ, ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਹਰਿੰਦਰ ਕੌਰ, ਸਿਡਨੀ, ਆਸਟ੍ਰੇਲੀਆ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਸ ਸੰਭਾਲ ਪ੍ਰਚਾਰ ਸੰਸਥਾ ਵਾਸਤੇ ਹਰਿੰਦਰ ਕੌਰ ਜੀ ਹੋਰਾਂ ਦਾ ਮੈਸੇਜ। ਬਹੁਤ ਬਹੁਤ ਧੰਨਵਾਦ ਮੈਸੇਜ ਭੇਜਣ ਵਾਸਤੇ ਔਰ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ। ਬਰਕਤ ਨੂੰ ਸੁਣਨ ਤੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਦੱਸਦੇ ਜਾਈਏ, ਪ੍ਰੋਗਰਾਮ ਚੱਲ ਰਿਹਾ ਰਵਾਇਤੀ ਪੈੜਾਂ, ਜਿਹਦੇ ਵਿੱਚ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਪਿਛਲੇ 24 ਸਾਲਾਂ ਦੀਆਂ ਕਾਰਗੁਜ਼ਾਰੀਆਂ ਦੇ ਉੱਤੇ ਇੱਕ ਪੰਛੀ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਨਾਲ ਹੀ ਨਾਲ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਅਸੀਂ ਦੱਸਾਂਗੇ ਕਿ 25ਵੇਂ ਵਰ੍ਹੇ ਦੀ ਸ਼ੁਰੂਆਤ ਦੇ ਵਿੱਚ ਕਿਹੜੇ ਕੰਮ ਨੇ ਜਿਹੜੇ ਪਾਲ ਸਾਹਿਬ ਹੋਰਾਂ ਨੇ ਸਿਰਜੇ ਨੇ ਤੇ ਜਿਨ੍ਹਾਂ ਨੂੰ ਨੇਪਰੇ ਚਾੜਨ ਦਾ ਯਤਨ ਕਰਨਾ ਹੈ। ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਤੇ ਅਸੀਂ ਮੈਲਬਨ ਤੋਂ, ਜਿੱਥੇ ਸਿਡਨੀ ਦੀ ਗੱਲ ਹੁੰਦੀ, ਸਿਡਨੀ ਤੋਂ ਬਾਅਦ ਫਿਰ ਮੈਲਬਨ ਆ ਗਏ ਅਸੀਂ, ਤੇ ਮੈਲਬਨ ਤੋਂ ਸਾਡੇ ਨਾਲ ਸਾਡੇ ਬੜੇ ਪਿਆਰੇ ਵੀਰ ਸਤਿੰਦਰ ਚਾਵਲਾ ਜੀ ਜੁੜੇ ਹੋਏ ਨੇ, ਜੋ ਕਿ ਆਸਟ੍ਰੇਲੀਅਨ ਸ਼ਾਰਟ ਫਿਲਮ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਮ ਬਣਾ ਚੁੱਕੇ ਨੇ ਔਰ ਨਾਮਣਾ ਖੱਟ ਚੁੱਕੇ ਨੇ। ਆਓ ਉਹਨਾਂ ਨੂੰ ਤੁਹਾਡੇ ਨਾਲ ਮੁਖਾਤਿਬ ਕਰਦੇ ਹਾਂ। ਵੀਰ ਜੀ ਅਨਮਿਊਟ ਕਰ ਲਓ। ਬਰਕਤ ਦੇ ਬੈਨਰ ਹੇਠ, ਰਿਵਾਇਤੀ ਪੈੜਾਂ ਦੇ ਹੇਠ ਰਸਨਾ ਜੀ ਤੇ ਹਰਪ੍ਰੀਤ ਜੀ ਵੱਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਕੇਸ ਸੰਭਾਲ ਪ੍ਰਚਾਰ ਸੰਸਥਾ ਜਿਹੜੀ ਪਾਲ ਸਾਹਿਬ ਹੈ ਨੇ, ਸੁਰਿੰਦਰਜੀਤ ਸਿੰਘ ਜੀ ਪਾਲ, ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦਾ। ਤੇ ਰਸਨਾ ਜੀ, ਤੁਹਾਨੂੰ ਮੈਂ ਬਹੁਤ ਬਹੁਤ ਮੁਬਾਰਕ ਦਿੰਦਾ ਕਿ ਤੁਸੀਂ ਇਸ ਰਿਵਾਇਤੀ ਪੈੜਾਂ ਦੇ ਹੇਠ ਇਹ ਵਾਲਾ ਪ੍ਰੋਗਰਾਮ ਸਿਰਜਿਆ। ਪਾਲ ਸਾਹਿਬ, ਮੇਰੀ ਤੁਹਾਡੀ ਮੁਲਾਕਾਤ ਅਜੇ ਰੂਬਰੂ ਨਹੀਂ ਹੋਈ, ਬਟ ਯੈਸ ਸਾਡੇ ਫੋਨ ਰਾਹੀਂ ਗੱਲਾਂ ਹੋਈਆਂ। ਮੈਂ ਤੁਹਾਡੇ ਤੋਂ ਬਹੁਤ ਇੰਪ੍ਰੈਸ ਹਾਂ, ਕਿਉਂਕਿ ਸਿੱਖ ਕੌਮ ਵਿੱਚ ਇੱਕ ਇਹ ਵਾਲੀ ਜਿਹੜੀ ਕੇਸ ਸੰਭਾਲ, ਪਰਟੀਕੂਲਰ ਕੇਸ ਸੰਭਾਲ, ਤੇ ਨਾਲ ਜਿਹੜੇ ਤੁਸੀਂ ਹੋਰ ਸਾਰੀਆਂ ਚੀਜ਼ਾਂ ਕਰਦੇ ਪਏ ਹੋ, ਜਿਸ ਤਰ੍ਹਾਂ ਸਾਰਿਆਂ ਨੇ ਦੱਸਿਆ, ਪਹਿਲੇ ਆਪਣਾ ਸਰਦਾਰ ਤੇਜਿੰਦਰ ਸਿੰਘ ਜੀ ਨੇ ਦੱਸਿਆ, ਫਿਰ ਸਰਦਾਰ ਜਸਬੀਰ ਸਿੰਘ ਨੇ ਦੱਸਿਆ। ਸੋ ਰੀਅਲੀ ਆਈ ਐਮ ਇੰਪ੍ਰੈਸਡ, ਵੈਰੀ ਮਚ ਇੰਪ੍ਰੈਸਡ। ਤੇ ਜਿਹੜਾ ਇੱਕ ਸਿੱਖਾਂ ਦਾ ਜਿਹੜਾ ਸਰੂਪ ਹੈ ਨਾ, ਪਹਿਲੇ ਥੋੜਾ ਜਿਹਾ ਜਿਸ ਵੇਲੇ ਅਸੀਂ ਵਿਚਰਦੇ ਹਾਂ, ਕਿਸੇ ਹੋਰ ਕੰਟਰੀਜ਼ ਗਏ, ਤੇ ਉੱਥੇ ਮੈਂ ਮਹਿਸੂਸ ਕੀਤਾ ਕਿ ਇੱਕ ਪੱਗ ਵਾਲੇ ਸਿੰਘ ਨੂੰ ਲੋਕੀ ਕਹਿੰਦੇ ਸੀ ਕਿ ਆਰ ਯੂ ਮੁਸਲਿਮ। ਤੇ ਮੇਰੀ ਦਰਖਾਸਤ ਇਹ ਹੈ ਕਿ ਤੁਸੀਂ ਆਲਰੇਡੀ ਇਸ ਚੀਜ਼ ਨੂੰ ਕਰਦੇ ਪਏ ਹੋ, ਔਰ ਹੁਣ ਕਾਫੀ ਹੱਦ ਤੱਕ ਇਹ ਕਲੀਅਰ ਹੋ ਚੁੱਕਾ ਹੈ ਕਿ ਜਿਹੜੀ ਸਿੱਖਾਂ ਦੀ ਪਹਿਚਾਣ ਹੈ ਉਹ ਅਲੱਗ ਤੋਂ ਪਤਾ ਚੱਲਦੀ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ, ਮੈਂ ਵੋਲੰਟੀਅਰ ਕਰਦਾ ਪਿਆ ਸੀ ਇੱਥੇ ਏਅਰਪੋਰਟ ਵਿੱਚ, ਤੇ ਉੱਥੇ 150 ਵੋਲੰਟੀਅਰਸ ਨੂੰ ਉਹਨਾਂ ਨੇ ਚੂਜ਼ ਕੀਤਾ, ਪਿਕ ਕੀਤਾ, ਤੇ ਉਹਦੇ ਵਿੱਚ ਆਈ ਵਾਜ਼ ਦਾ ਓਨਲੀ ਵਨ ਜਿਹੜਾ ਪਗੜੀ ਦੇ ਨਾਲ ਆਪਣਾ ਸੰਪੂਰਨ ਕੇਸ ਮੇਰੇ ਹੈ ਨੇ, ਤੇ ਬਾਬੇ ਦੀ ਬੜੀ ਮਿਹਰ ਹੈ। ਤੇ ਜਿਸ ਵੇਲੇ ਮੈਂ ਉਹ 150 ਬੰਦਿਆਂ ਵਿੱਚ ਵਿਚਰਿਆ ਤੇ ਕੱਲਾ ਸਿੱਖ ਹੋਣ ਦਾ ਜਿਹੜਾ ਮਾਣ ਮਿਲਿਆ, ਉਹ ਮੇਰੇ ਦਿਲ ਤੋਂ ਪੁੱਛੋ ਉਸ ਟਾਈਮ ਮੈਨੂੰ ਕਿੰਨਾ ਮਾਣ ਮਹਿਸੂਸ ਹੋਇਆ। ਤੇ ਪਾਲ ਸਾਹਿਬ, ਜਿਹੜੀਆਂ ਚੀਜ਼ਾਂ ਜਸਬੀਰ ਜੀ ਨੇ, ਵੀ ਜੀ ਨੇ ਵੀ ਦੱਸੀਆਂ ਸਿਡਨੀ ਤੋਂ, ਉਹਨਾਂ ਨੇ ਤੁਹਾਡੇ ਬਾਰੇ ਬੜੀ ਚੀਜ਼ਾਂ ਦੱਸੀਆਂ।
ਆਪਣਾ ਸਰਦਾਰ ਤੇਜਿੰਦਰ ਸਿੰਘ ਨੇ ਵੀ ਦੱਸੀਆਂ। ਤੁਸੀਂ ਹੁਣੇ ਗੱਲ ਕਰਦੇ ਪਏ ਸੀ, ਮੈਂ ਪੂਰੇ ਸ਼ੁਰੂ ਤੋਂ ਜੁੜਿਆ ਹੋਇਆ ਜਿਸ ਵੇਲੇ ਕੇਸ਼ਵ ਤੇ ਜਿਹੜੀ ਗੱਲਾਂ ਚੱਲਦੀਆਂ ਪਈਆਂ ਸੀ। ਮੈਂ ਇੱਕ ਚੀਜ਼ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਦੇਖੋ, ਰਿਸ਼ੀ ਮੁਨੀ, ਜਦੋਂ ਬੰਦਾ ਪੈਦਾ ਹੋਏ, ਜੇ ਬੰਦਾ ਕੇਸ਼ ਦਾ ਕਤਲ ਨਾ ਕਰੇ, ਕੇਸ਼ ਦੀ ਟ੍ਰਿਮਿੰਗ ਨਾ ਕਰੇ, ਕਟਾਏ ਨਾ, ਤੇ ਫਿਰ ਕੇਸ਼ ਤੇ ਵੱਧਦੇ ਨੇ ਨਾ। ਤੇ ਤੁਸੀਂ ਜਰਾ ਗੌਰ ਨਾਲ ਦੇਖੋ, ਬੜੀ ਸਿੰਪਲ ਜੀ ਚੀਜ਼ ਹੈ, ਬੜੀ ਛੋਟੀ ਜੀ ਚੀਜ਼ ਹੈ ਕਿ ਰਿਸ਼ੀ ਮੁਨੀ ਜਿਹੜੇ ਤਪੱਸਿਆ ਕਰਦੇ ਨੇ, ਜਿਹੜੇ ਇੰਨੀ ਤਪ ਕਰਦੇ ਨੇ, ਉਹਨਾਂ ਨੇ ਤੇ ਕਦੀ ਮੇਰੇ ਖਿਆਲ ਨਾਲ ਕੇਸ ਨਹੀਂ ਕਟਾਏ ਹੁੰਦੇ। ਉਹਨਾਂ ਦੇ ਪ੍ਰੋਪਰ ਜੂੜਾ ਹੁੰਦਾ ਹੈ, ਉਹਨਾਂ ਦੇ ਦਾੜੀ ਇੰਨੀ ਲੰਬੀ ਲੰਬੀ ਦਾੜੀ ਹੁੰਦੀ ਹੈ। ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਪਰਮਾਤਮਾ ਨੇ ਸਾਨੂੰ ਇਹ ਦਾਤ ਦਿੱਤੀ, ਤੇ ਉਸ ਹਿਸਾਬ ਨਾਲ ਦੇਖੋ ਰਿਸ਼ੀ ਮੁਨੀ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੱਤਾ ਮੇਰੀ ਛੋਟੀ ਜਿਹੀ ਮੱਤ ਦੇ ਹਿਸਾਬ ਨਾਲ। ਬਾਕੀ ਮੈਂ ਤੁਹਾਨੂੰ ਤੇ ਤੁਹਾਡੇ ਪੂਰੇ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਕਿ ਤੁਹਾਡੇ 25ਵੇਂ ਸਾਲ ਵਿੱਚ ਤੁਸੀਂ ਕਦਮ ਰੱਖ ਲਿਆ ਤੇ ਤੁਸੀਂ ਬਹੁਤ ਅੱਛਾ ਨਿਸ਼ਕਾਮ ਕੰਮ ਕਰਦੇ ਪਏ ਹੋ। ਰੀਅਲੀ ਇਟਸ ਗ੍ਰੇਟਫੁਲ। ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਤੇ ਤੁਸੀਂ ਇਸ ਤਰ੍ਹਾਂ ਹੀ। ਪਾਲ ਸਾਹਿਬ, ਮੇਰਾ ਇੱਕ ਛੋਟਾ ਜਿਹਾ ਸਵਾਲ ਮੈਂ ਲਿਖਿਆ ਸੀ ਇਸ ਤੇ ਕਿ ਕਿਸ ਤਰ੍ਹਾਂ ਇੱਕ ਆਮ ਸ਼ਖਸ ਆਪ ਜੀ ਦੀ ਸੰਸਥਾ ਕੇਸ ਸੰਭਾਲ ਪ੍ਰਚਾਰ ਸੰਸਥਾ ਦਾ ਕਿਸ ਤਰ੍ਹਾਂ ਮੈਂਬਰ ਬਣ ਸਕਦਾ ਹੈ, ਤੇ ਕਿਆ ਤੁਸੀਂ ਮੈਨੂੰ ਥੋੜਾ ਜਿਹਾ ਸਕਰੀਨ ਦੇ ਉੱਤੇ ਆ ਕੇ ਦੱਸ ਸਕਦੇ? ਮੈਂ ਰਚਨਾ ਜੀ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਪਾਲ ਸਾਹਿਬ ਨੂੰ ਸਕਰੀਨ ਤੇ ਲਿਆ ਕੇ ਤੇ ਇਸ ਸਵਾਲ ਦਾ ਉਹ ਜਵਾਬ ਦੇ ਸਕਣ। ਵਾਹਿਗੁਰੂ ਖਾਲਸਾ ਜੀ ਫਤਿਹ। ਜੀ, ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਮੈਂਬਰ ਬਣਨ ਲਈ ਕੋਈ ਬਹੁਤ ਲੰਬੇ ਚੌੜੀ ਫਾਰਮੈਲਿਟੀ ਨਹੀਂ ਹੈਗੀਆਂ। ਇੱਕ ਛੋਟਾ ਜਿਹਾ ਅਸੀਂ ਫਾਰਮ ਰੱਖਿਆ ਹੈ, ਉਹ ਭਰਨਾ ਹੁੰਦਾ ਹੈ ਤੇ ਭਰ ਕੇ ਦੇਣਾ ਹੁੰਦਾ ਹੈ। ਤੇ ਇਹਦੀ ਐਨੂਅਲ ਸਬਸਕ੍ਰਿਪਸ਼ਨ ਬਹੁਤ ਹੀ ਮੀਗਰ ਹੈ, ਛੋਟੀ ਜਿਹੀ ਹੈ। ਉਹ ਵੀ ਇਸ ਕਰਕੇ ਰੱਖੀ ਹੋਈ ਹੈ ਕਿਉਂਕਿ ਅਸੀਂ ਉਹਨਾਂ ਨੂੰ ਮੈਗਜ਼ੀਨ ਭੇਜਦੇ ਹਾਂ ਫ੍ਰੀ, ਔਰ ਉਹਨਾਂ ਨੂੰ ਆਪਣੀ ਐਕਟੀਵਿਟੀ ਦੇ ਨਾਲ ਜੋੜੀ ਰੱਖਦੇ ਹਾਂ। ਉਹ ਜਦੋਂ ਇੱਕ ਵਾਰੀ ਸਾਡੇ ਕੋਲ ਫਾਰਮ ਭਰ ਕੇ ਆ ਜਾਂਦਾ, ਸਾਡੇ ਕੋਲ ਡਿਟੇਲ ਹੁੰਦੀਆਂ ਨੇ ਤੇ ਅਸੀਂ ਉਹਨੂੰ ਆਪਣਾ ਮੈਂਬਰ ਬਣਾ ਲੈਂਦੇ ਹਾਂ। ਔਰ ਇਸ ਸਿਰਫ ਮੈਂਬਰ ਹੀ ਨਹੀਂ, ਸਾਡੇ ਮੈਂਬਰਾਂ ਤੋਂ ਇਲਾਵਾ ਕੁਝ ਲੋਕ ਮੈਂਬਰ ਨਹੀਂ ਵੀ ਹਨ, ਉਹ ਸਾਡੇ ਐਸੋਸੀਏਟ ਹਨ। ਉਹ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਰਹਿੰਦੇ ਹਨ, ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦੇ ਹਨ। ਔਰ ਕੁਝ ਲੋਕ ਸਾਡੇ ਪੈਟਰਨ ਵੀ ਹਨ, ਕਿਉਂਕਿ ਅਸੀਂ ਕੋਈ ਉਹਦਾ ਡੋਨੇਸ਼ਨ ਨਹੀਂ ਮੰਗਦੇ। ਹਾਲਾਂਕਿ ਸਾਡੇ ਕੋਲ 80 ਦੀ ਐਗਜ਼ੈਂਪਸ਼ਨ ਹੈਗੀ ਹੈ ਇਨਕਮ ਟੈਕਸ ਦੀ, ਲੇਕਿਨ ਕੁਝ ਲੋਕ ਐਸੇ ਨੇ ਜਿਹੜੇ ਕਿ ਆਪਣੇ ਆਪ ਡੋਨੇਸ਼ਨ ਦੇਣ ਵਿੱਚ ਅੱਗੇ ਆਉਂਦੇ ਹਨ ਤੇ ਉਹ ਅਸੀਂ ਉਹਨਾਂ ਨੂੰ ਫਿਰ ਪੈਟਰਨ ਬਣਾ ਲੈਂਦੇ ਹਾਂ ਕਿ ਉਹ ਸਾਡੀ ਹੈਲਪ ਕਰਦੇ ਰਹਿੰਦੇ ਨੇ। ਕੁਝ ਐਸੇ ਵੀ ਲੋਕ ਹਨ ਜਿਹੜੇ ਕਿ ਡੋਨੇਸ਼ਨ ਨਹੀਂ ਦਿੰਦੇ, ਲੇਕਿਨ ਉਹ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਉਹਨਾਂ ਕੋਲ ਇੰਨਾ ਤਜਰਬਾ ਹੈ ਕਿ ਉਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਕੋਈ ਆਪਣੇ ਵਿਊ ਦਿੰਦੇ ਨੇ, ਸਾਨੂੰ ਸੁਜੈਸ਼ਨ ਦਿੰਦੇ ਨੇ, ਅਸੀਂ ਉਹਨਾਂ ਨੂੰ ਵੀ ਆਪਣੇ ਨਾਲ ਜੋੜਦੇ ਹਾਂ। ਸਾਡਾ ਪਰਪਸ ਇਹ ਹੈ ਕਿ ਜ਼ਿਆਦਾ ਲੋਕਾਂ ਨੂੰ ਜੋੜਿਆ ਜਾਵੇ। ਤੇ ਲੇਕਿਨ ਬਹੁਤ ਸਾਰੇ ਲੋਕਾਂ ਨੂੰ ਵੀ ਅਸੀਂ ਇਸ ਕਰਕੇ ਮੈਂਬਰ ਨਹੀਂ ਬਣਾਇਆ ਆ ਤਾਂ ਕਿ ਜੇ ਬਹੁਤ ਭੀੜ ਹੋ ਜਾਏ ਤੇ ਕਈ ਵਾਰ ਲੜਾਈਆਂ ਝਗੜੇ ਇਸ ਗੱਲ ਸ਼ੁਰੂ ਹੋ ਜਾਂਦੇ ਨੇ ਕਿ ਮੈਂ ਪ੍ਰਧਾਨ ਕੇ ਤੂੰ ਪ੍ਰਧਾਨ। ਉਹ ਅਸੀਂ ਕੋਈ ਰੱਖਿਆ ਨਹੀਂ ਸਿਸਟਮ, ਕੋਈ ਪ੍ਰਧਾਨ ਨਹੀਂ ਹੈ, ਸਾਰੇ ਕੰਮ ਕਰਨ ਵਾਲੇ ਹੈ। ਕਿਉਂਕਿ ਸਾਡੇ ਜਿਹੜੇ ਝਗੜੇ ਨੇ ਉਹ ਜ਼ਿਆਦਾ ਵੱਧ ਜਾਂਦੇ ਨੇ। ਨਾ ਅਸੀਂ ਵਿੱਚ ਕੋਈ ਪੈਸੇ ਦਾ ਚੱਕਰ ਰੱਖਦੇ ਹਾਂ ਤੇ ਨਾ ਕੋਈ ਜ਼ਿਆਦਾ ਪੋਸਟਾਂ ਦਾ। ਪੋਸਟ ਪੈਸੇ ਤੋਂ ਬਿਨਾਂ ਹੀ ਤੁਸੀਂ ਕੰਮ ਕਰਨਾ ਬਸ। ਔਰ ਜੋ ਤੁਹਾਡੇ ਵਿਊ ਨੇ ਅੱਛੇ ਵਿਊ ਲਿਆਓ, ਕੰਟਰੀਬਿਊਟ ਕਰੋ, ਤੇ ਅਗਰ ਅਸੀਂ ਜੋੜ ਕੇ ਉਹਨੂੰ ਅੱਗੇ ਚਲਾ ਸਕਦੇ ਹਾਂ ਚਲਾਈਏ ਬਸ। ਤੁਹਾਡੀ ਕੋਈ ਇੰਨੀ ਲੰਬੀ ਫਾਰਮੈਲਿਟੀ ਨਹੀਂ ਹੈ, ਤੁਸੀਂ ਸਾਡੇ ਮੈਂਬਰ ਵੈਸੇ ਹੀ ਹੋ, ਠੀਕ ਹੈ ਜੀ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਮੇਰਾ ਪਾਲ ਸਾਹਿਬ ਮਕਸਦ ਸੀ ਕਿ ਜਿਹੜੇ ਸ਼ਰੋਤਾ ਸੁਣਦੇ ਪਏ ਤੇ ਦੇਖਦੇ ਪਏ ਨੇ ਉਹਨਾਂ ਨੂੰ ਵੀ ਪਤਾ ਚੱਲ ਜਾਏ। ਦੂਸਰਾ ਪਾਲ ਸਾਹਿਬ, ਜਿਸ ਤਰ੍ਹਾਂ ਅੱਜ ਰਚਨਾ ਜੀ ਦੇ ਬਰਕਤ ਦੇ ਥਰੂ, ਮੀਡੀਆ ਦੇ ਥਰੂ ਇਹ ਚੀਜ਼ ਸਾਰੇ ਦੇ ਸਾਹਮਣੇ ਪੇਸ਼ ਹੋ ਰਹੀ, ਤੁਹਾਡੀ ਜਿਹੜੀ ਤੁਸੀਂ ਇੰਨਾ ਕੰਮ ਕੀਤਾ, ਤੁਹਾਡੇ ਨਾਲ ਜਿਹੜੇ ਬੰਦੇ ਜੁੜੇ ਨੇ ਉਹਨਾਂ ਨੇ ਇੰਨਾ ਕੰਮ ਕੀਤਾ। ਮੈਂ ਇੱਥੇ ਇੱਕ ਰਿਕੁਐਸਟ ਕਰਾਂਗਾ, ਕਿਉਂਕਿ ਮੈਂ ਥੋੜਾ ਜਿਹਾ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ ਤੇ ਅੱਜ ਤੱਕ ਮੈਂ ਇਹ ਕੇਸ ਮਤਲਬ ਐਸੀ ਸਰੂਪ ਵਿੱਚ ਹੀ ਮੈਨੂੰ ਰੋਲ ਮਿਲੇ ਨੇ ਤੇ ਮੈਂ ਇਸ ਨੂੰ ਬੜੇ ਮਾਣ ਵਾਲੀ ਗੱਲ ਕਰਨਾ। ਤੁਸੀਂ ਪਲੀਜ਼, ਜਿਸ ਤਰ੍ਹਾਂ ਪਿੱਛੇ ਵੀ ਕੁਝ ਪਿਛਲੇ ਸਾਲਾਂ ਵਿੱਚ ਜਿਹੜੇ ਤੁਸੀਂ ਸ਼ਾਰਟ ਫਿਲਮ ਫੈਸਟੀਵਲ ਕਰਵਾਏ ਜਾਂ ਕੋਈ ਹੋਰ ਕਰਵਾਇਆ, ਉਹਦੇ ਵਿੱਚ ਜਿੱਥੇ ਵੀ ਤੁਹਾਨੂੰ ਮਦਦ ਚਾਹੀਦੀ ਹੈ ਤੇ ਮੈਂ ਹਾਜ਼ਰ ਹਾਂ। ਕੰਠ ਲਈ ਅਸੀਂ ਜ਼ਰੂਰ ਉਹਨਾਂ ਦਾ ਫਾਇਦਾ ਉਠਾਉਣਾ ਚਾਹਾਂਗੇ। ਔਰ ਜੋ ਵੀ ਸਾਡੇ ਨਾਲ ਜੁੜਨਾ ਚਾਹਵੇ, ਵੈਸੇ ਤੇ ਬੀਬਾ ਜੀ ਕੋਲ ਹੈਗੇ ਨੇ, ਰਸਨਾ ਜੀ ਕੋਲ ਸਾਡੇ ਨੰਬਰ ਦਿੱਤੇ ਜਾ ਸਕਦੇ ਨੇ ਔਰ ਉਹ ਕੰਟੈਕਟ ਕਰ ਸਕਦੇ ਨੇ, ਕੋਈ ਦਿੱਕਤ ਨਹੀਂ ਹੈ, ਠੀਕ ਹੈ ਨਹੀਂ, ਤੇ ਸਾਡੇ ਨਾਲ ਜੁੜ ਸਕਦੇ ਨੇ ਕਿਸੇ ਤਰੀਕੇ ਨਾਲ, ਆਪਣੀ ਖੁਸ਼ੀ ਹੋਏਗੀ ਜੀ। ਬਹੁਤ ਬਹੁਤ ਧੰਨਵਾਦ ਪਾਲ ਸਾਹਿਬ ਇਹ ਸਪਸ਼ਟੀਕਰਨ ਦੇਣ ਵਾਸਤੇ। ਬਹੁਤ ਬਹੁਤ ਮੁਬਾਰਕ। ਥੈਂਕ ਯੂ, ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਚਾਵਲਾ ਸਾਹਿਬ ਸਾਡੇ ਨਾਲ ਅੱਜ ਜੁੜਨ ਵਾਸਤੇ ਤੇ ਸ਼ੁਭੇਛਾਵਾਂ ਦੇਣ ਵਾਸਤੇ। ਬਹੁਤ ਬਹੁਤ ਧੰਨਵਾਦ।
ਇਹ ਸਨ ਸਤਿੰਦਰ ਚਾਵਲਾ ਜੀ ਮੈਲਬਨ ਤੋਂ, ਤੇ ਮੈਲਬਨ ਤੋਂ ਸਾਡੇ ਕੋਲ ਇੱਕ ਹੋਰ ਮੈਸੇਜ ਹੈ ਜੋ ਕਿ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਨੇ ਔਰ ਇਨਕਮ ਟੈਕਸ ਡਿਪਾਰਟਮੈਂਟ ਤੋਂ ਹੀ ਰਿਟਾਇਰ ਹੋਏ ਨੇ। ਪਾਲ ਸਾਹਿਬ ਨਾਲ ਕੰਮ ਵੀ ਕੀਤਾ ਤੇ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਮੁੱਢਲੇ ਮੈਂਬਰਾਂ ਸ਼ਾਮਲ ਨੇ, ਮੈਲਬਨ ਦੀ ਧਰਤੀ ਤੇ ਰਹਿੰਦੇ ਨੇ। ਆਓ ਉਹਨਾਂ ਦਾ ਮੈਸੇਜ ਸੁਣਦੇ ਹਾਂ। ਸਰਦਾਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਸ ਸੰਭਾਲ ਪ੍ਰਚਾਰ ਸੰਸਥਾ ਦੀ ਸਥਾਪਨਾ ਸਿੱਖੀ ਦੇ ਮਹਾਨ ਅਸਥਾਨ ਸ੍ਰੀ ਅੰਮ੍ਰਿਤਸਰ ਜੀ ਸਾਹਿਬ ਵਿਖੇ 1997 ਵਿੱਚ ਹੋਈ। ਇਸ ਨੇ ਆਪਣੇ 24 ਸਾਲ ਪੂਰੇ ਕਰ ਲਏ ਹਨ। ਸਿਲਵਰ ਜੁਬਲੀ ਦੀਆਂ ਲੱਖ ਲੱਖ ਵਧਾਈਆਂ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ। ਜਿਸ ਤਰ੍ਹਾਂ ਨਾਮ ਦੇ ਵਿੱਚ ਹੀ ਸਮਾਇਆ ਹੋਇਆ ਹੈ, ਸੰਸਥਾ ਦਾ ਮੰਤਵ ਕੇਸਾਂ ਦੀ ਸੰਭਾਲ, ਆਪਣੇ ਕਕਾਰਾਂ ਦੀ ਸੰਭਾਲ ਅਤੇ ਸੰਪੂਰਨ ਸਿੱਖੀ ਸਰੂਪ ਦੀ ਸੰਭਾਲ ਦਾ ਪ੍ਰਚਾਰ ਕਰਨਾ ਹੈ। ਇਸ ਮਹਾਨ ਕੰਮ ਵਾਸਤੇ ਸੰਸਥਾ ਨੇ ਬੀੜਾ ਚੁੱਕਿਆ ਹੋਇਆ ਹੈ ਤੇ ਇਸ ਮੰਤਵ ਦੀ ਪ੍ਰਾਪਤੀ ਲਈ ਛੋਟੇ ਬੱਚਿਆਂ ਤੋਂ ਸ਼ੁਰੂ ਕਰਕੇ ਉਹਨਾਂ ਦੇ ਏਜ ਗਰੁੱਪ ਬਣਾ ਕੇ ਉਮਰ ਦੇ ਹਿਸਾਬ ਨਾਲ ਸਿਲੇਬਸ ਰੱਖਿਆ। ਸ਼ੁਰੂਆਤ ਵਾਹਿਗੁਰੂ ਤੋਂ ਕਰਕੇ ਫਿਰ 4 ਸਾਹਿਬਜ਼ਾਦਿਆਂ ਦੇ ਨਾਂ, 5 ਪਿਆਰਿਆਂ ਦੇ ਨਾਂ, 10 ਗੁਰੂਆਂ ਦੇ ਨਾਂ, ਮੂਲ ਮੰਤਰ, ਫਿਰ ਨਿਤਨੇਮ ਦੀਆਂ ਬਾਣੀਆਂ ਤੋਂ ਲੈ ਕੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖੀ ਜੀਵਨ ਦੀ ਸਿਖਰ ਤੱਕ ਸਭ ਕੁਝ ਦ੍ਰਿੜ ਕਰਵਾਉਣਾ ਇਸ ਦਾ ਮੰਤਵ ਹੈ। ਜਿਸ ਤਰ੍ਹਾਂ ਦੁਨਿਆਈ ਪੜ੍ਹਾਈ ਵਿੱਚ ਪੂਰਨਿਆਂ ਤੋਂ ਲਿਖਾਈ ਸ਼ੁਰੂ ਕਰਕੇ ਮਾਸਟਰਸ ਤੱਕ, ਫਿਰ PhD ਤੇ MPhil ਕੀਤੀ ਜਾਂਦੀ ਹੈ, ਬਿਲਕੁਲ ਉਸੇ ਤਰ੍ਹਾਂ ਹੀ ਇਸ ਦਾ ਸਿਲੇਬਸ ਰੱਖਿਆ ਗਿਆ ਹੈ। ਛੋਟੇ ਬੱਚਿਆਂ ਦੇ ਸੈਮੀਨਾਰਸ ਤੇ ਕੰਪੀਟੀਸ਼ਨ ਜਿਸ ਨੇ ਵੀ ਦੇਖੇ ਹੋਣਗੇ, ਸੰਪੂਰਨ ਆਨੰਦ ਮਾਣਿਆ ਹੋਵੇਗਾ। ਛੋਟੇ ਬੱਚੇ ਇਨਕਰੇਜ ਹੋਏ, ਉਹਨਾਂ ਦੀ ਸਮੂਲੀਅਤ ਵਧੀ ਅਤੇ ਉਹਨਾਂ ਦੀ ਰੂਹ ਦੇ ਅੰਦਰ ਤੱਕ ਸਿੱਖੀ ਨਾਲ ਪਿਆਰ, ਕਕਾਰਾਂ ਨਾਲ ਪਿਆਰ ਦਾ ਜਜ਼ਬਾ ਪੈਦਾ ਹੋਇਆ। ਇਹ ਜਜ਼ਬਾ ਬਾਅਦ ਵਿੱਚ ਕਾਇਮ ਰਹਿੰਦਾ ਦੇਖਿਆ ਗਿਆ ਹੈ ਤੇ ਰੋਸ਼ਨੀ ਦੀ ਇੱਕ ਝਲਕ ਦਿਖ ਰਹੀ ਹੈ ਕਿ ਸਾਡੀ ਆਉਣ ਵਾਲੀ ਇਹ ਪੀੜ੍ਹੀ ਸਿੱਖੀ ਸਰੂਪ ਵਿੱਚ ਰਹੇਗੀ। ਨੌਜਵਾਨ ਪੀੜ੍ਹੀ ਨੂੰ ਵੀ ਸ਼ਾਮਲ ਕੀਤਾ ਗਿਆ। ਸਿੱਖ ਮਾਡਲ ਮੁਕਾਬਲੇ ਇਸ ਦਿਸ਼ਾ ਵਿੱਚ ਸਹੀ ਕਦਮ ਸੀ। ਜਿਨ੍ਹਾਂ ਨੇ ਵੀ ਇਹ ਮੁਕਾਬਲੇ ਦੇਖੇ ਹੋਣਗੇ, ਸਿੱਖੀ ਸਰੂਪ ਦੀ ਸ਼ਾਨ ਦਾ ਜਾਹੋ ਜਲਾਲ ਮਾਨਿਆ ਹੋਵੇਗਾ। ਬਾਲੀਵੁੱਡ ਮਾਡਲ ਮੁਕਾਬਲੇ ਇਸ ਦੇ ਸਾਹਮਣੇ ਤੁੱਛ ਲੱਗੇ। ਕਾਫੀ ਜਵਾਨੀ ਸਿੱਖੀ ਸਰੂਪ ਵਿੱਚ ਆਈ ਤੇ ਫਿਰ ਇਸ ਤੇ ਕਾਇਮ ਰਹੀ। ਜਿਹੜੇ ਪਹਿਲਾਂ ਹੀ ਇਸ ਸਰੂਪ ਵਿੱਚ ਸਨ, ਉਹਨਾਂ ਦਾ ਨਿਸ਼ਚਾ ਹੋਰ ਦ੍ਰਿੜ ਹੋਇਆ ਹੈ। ਸੰਸਥਾ ਨੇ ਸਭ ਤੋਂ ਪਹਿਲਾਂ ਰਜੌਰੀ ਗਾਰਡਨ 6 ਦੀ ਇੱਕ ਡਾਇਰੈਕਟਰੀ ਬਣਾਈ ਸੀ। ਇਸ ਨੂੰ ਸਾਰੀ ਦੁਨੀਆ ਦੇ ਪੱਧਰ ਤੱਕ ਲਿਜਾਣ ਵਾਸਤੇ ਇਸ ਨੇ 3 ਮਹਾਨ ਡਾਇਰੈਕਟਰੀਆਂ ਬਣਾਈਆਂ ਹਨ। ਪਹਿਲੀ ਡਾਇਰੈਕਟਰੀ ਜੋ ਹੈ 500 ਸਿੱਖ ਰੋਲ ਮਾਡਲਸ ਓਵਰ ਦਾ ਵਰਲਡ। दूसरी डायरेक्टरी है सिख प्रचारक ओवर दी वर्ल्ड और तीसरी डायरेक्टरी है प्रोमिनेंट गुरुद्वारास एंड सिख ऑर्गेनाइजेशन ओवर दी वर्ल्ड। इसके अलावा संस्था जो है जीवन रिश्मा मैगजीन निरंतर जारी कर रही है। सिखां दी पहचान बारे दुनिया भर विच कुछ रलेवां सी, गलत फहमी सी, उस दे नुकसान भी ही सिख कौम नूं गाहे बगाहे भुगतने पे हैं। ਹਿਊਮੈਨਿਟੀ ਦੀ ਸੇਵਾ ਵਾਸਤੇ ਸਿੱਖੀ ਪਹਿਚਾਣ ਨੂੰ ਕਲੀਅਰਲੀ ਡਿਸਟਿੰਗੁਇਸ਼ ਕਰਨਾ ਜ਼ਰੂਰੀ ਸੀ। ਇਸ ਲਈ ਸੰਸਥਾ ਨੇ ਆਪਣਾ ਸਲੋਗਨ ਹੀ ਇਹ ਰੱਖ ਦਿੱਤਾ, ਵੈਨ ਇਨ ਦ ਵਰਲਡ ਦੇਅਰ ਇਜ਼ ਗੁਰੂਜ਼ ਲੰਗਰ ਵਾਈ ਸ਼ੁੱਡ ਐਨੀ ਵਨ ਡਾਈ ਆਫ ਹੰਗਰ। COVID-19 ਦੀ ਪੈਂਡੇਮਿਕ ਦੌਰਾਨ ਸਿੱਖਾਂ ਦੀ ਸੇਵਾ ਨੂੰ ਰੈਕੋਗਨੀਸ਼ਨ ਮਿਲੀ ਹੈ। ਇਸ ਨੂੰ ਇੱਕ ਬਹੁਤ ਵੱਡੀ ਉਪਲਬਧੀ ਵਜੋਂ ਲੈ ਸਕਦੇ ਹਾਂ। ਸੰਸਥਾ ਬਾਰੇ ਕਹਿਣ ਤੇ ਜੇ ਸਰਦਾਰ ਸੁਰਿੰਦਰਜੀਤ ਸਿੰਘ ਪਾਲ ਜੀ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਨਾ ਇਨਸਾਫੀ ਹੋਵੇਗੀ। ਇਹਨਾਂ ਦੀ ਧਰਮ ਪਤਨੀ ਟਰਸਟੀਆਂ ਵਿੱਚੋਂ ਇੱਕ ਹੈ। ਆਪ ਇਹ ਸੰਸਥਾ ਦੇ ਪ੍ਰਮੋਟਰ ਹਨ। ਉਹ ਆਪਣੇ ਆਪ ਵਿੱਚ ਹੀ ਇੱਕ ਸੰਪੂਰਨ ਸੰਸਥਾ ਹਨ। ਇੰਡੀਅਨ ਗਵਰਨਮੈਂਟ ਦੇ IRS ਆਫੀਸਰ ਰਹੇ ਹਨ, ਸੰਪੂਰਨ ਗੁਰਸਿੱਖ ਹਨ, ਇੱਕ ਬਹੁਤ ਵੱਡੇ ਰਾਈਟਰ ਹਨ, ਪੋਇਟ ਹਨ ਤੇ ਕੁਸ਼ਲ ਆਰਗੇਨਾਈਜ਼ਰ ਵੀ ਹਨ। ਉਹਨਾਂ ਨੇ 3 ਮਸ਼ਹੂਰ ਕਿਤਾਬਾਂ ਲਿਖੀਆਂ ਹੋਈਆਂ ਹਨ। ਭਾਈ ਗੁਰਦਾਸ The First Sikh Scholar, Living of a Gursikh and The Story of Valiant Sikhs। ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ ਹਨ। IRS ਆਫੀਸਰ ਹੋਣ ਕਰਕੇ ITO ਤੋਂ ਸ਼ੁਰੂ ਕਰਕੇ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਦੇਸ਼ ਦੇ ਹਰ ਕੋਨੇ ਵਿੱਚ ਉਹਨਾਂ ਨੇ ਸਰਵਿਸ ਕੀਤੀ ਹੈ ਤੇ ਉਹਨਾਂ ਨੂੰ ਮੌਕਾ ਮਿਲਦਾ ਰਿਹਾ ਹੈ। ਸੰਪੂਰਨ ਗੁਰਸਿੱਖ ਦਾ ਸਰੂਪ ਵਾਹਿਗੁਰੂ ਜੀ ਦੀ ਉਹਨਾਂ ਤੇ ਅਪਾਰ ਬਖਸ਼ਿਸ਼ ਹੈ ਤੇ ਇਸ ਦੇ ਉਹ ਰੋਲ ਮਾਡਲ ਰਹੇ ਹਨ ਤੇ ਜਿੱਥੇ ਵੀ ਉਹਨਾਂ ਦੀ ਪੋਸਟਿੰਗ ਰਹੀ ਹੈ, ਇਹ ਰੋਲ ਮਾਡਲ ਜੋ ਆਪਣਾ ਹੈ ਇਸ ਨੂੰ ਪ੍ਰਦਰਸ਼ਿਤ ਕਰਦੇ ਰਹੇ ਹਨ। ਪਰਮਾਤਮਾ ਉਹਨਾਂ ਤੋਂ ਸੇਵਾ ਲੈਂਦਾ ਰਹੇ। ਦਾਸ ਵੀ 1997 ਤੋਂ ਹੀ ਸੰਸਥਾ ਨਾਲ ਜੁੜਿਆ ਹੋਇਆ ਹੈ, ਕਿਉਂਕਿ ਮੈਂ ਵੀ ਇਨਕਮ ਟੈਕਸ ਵਿੱਚ ਹੀ ਸੀ
ਤੇ ਪਾਲ ਸਾਹਿਬ ਦੀ ਸੰਗਤ ਦਾ ਲਗਾਤਾਰ ਆਨੰਦ ਮਾਣ ਰਿਹਾ ਹਾਂ। 2017 ਵਿੱਚ ਪਾਲ ਸਾਹਿਬ ਮੈਲਬੌਰਨ ਆਏ ਸੀ। ਅਸੀਂ ਇਕੱਠੇ ਰਹੇ। ਉਪਰੋਕਤ ਡਾਇਰੈਕਟਰੀਜ਼ ਦੇ ਸਬੰਧ ਵਿੱਚ ਹੀ ਵਿਚਾਰਾਂ ਹੋਈਆਂ। ਮੈਨੂੰ ਉਹਨਾਂ ਦੀ ਰਹਿਨਮਾਈ ਵਿੱਚ ਸਰਦਾਰ ਸਵਰਨ ਸਿੰਘ ਜੀ ਖਾਲਸਾ, ਜਿਹੜੇ ਇੱਕ ਮਹਾਨ ਸਿੱਖ ਪ੍ਰਚਾਰਕ ਹਨ ਤੇ ਗੁਰਮਤਿ ਕੈਂਪ ਆਰਗੇਨਾਈਜ਼ ਕਰਦੇ ਰਹਿੰਦੇ ਹਨ, ਤੇ ਸਰਦਾਰ ਦਇਆ ਸਿੰਘ ਜੀ, ਜੋ ਇੱਕ ਮਹਾਨ ਰਾਗੀ ਹਨ, ਉਹਨਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਉੱਪਲ ਸਾਹਿਬ ਵੀ ਲਿਸਟ ਵਿੱਚ ਸਨ, ਪਰ ਉਹਨਾਂ ਦੇ ਰੁਝੇਵਿਆਂ ਕਾਰਨ ਸਿਰਫ ਟੈਲੀਫੋਨ ਤੇ ਹੀ ਰਾਬਤਾ ਕਾਇਮ ਹੋ ਸਕਿਆ, ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ। 500 ਰੋਲ ਸਿੱਖ ਮਾਡਲਸ ਜੋ ਡਾਇਰੈਕਟਰੀ ਵਿੱਚ ਹਨ, ਉਹ ਕਿਤਨੇ ਮਹਾਨ ਹੋਣਗੇ, ਇਸ ਦੀ ਝਲਕ ਮੈਨੂੰ ਇਸ ਤੋਂ ਹੀ ਮਿਲ ਗਈ ਕਿ ਸਰਦਾਰ ਸਵਰਨ ਸਿੰਘ ਜੀ ਖਾਲਸਾ ਤੇ ਸਰਦਾਰ ਦਇਆ ਸਿੰਘ ਜੀ ਨਾਲ ਮੁਲਾਕਾਤ ਦੌਰਾਨ ਇਹ ਸਨ ਸਰਦਾਰ ਜਗੀਰ ਸਿੰਘ ਜੀ ਮੈਲਬਨ ਤੋਂ, ਜਿਨ੍ਹਾਂ ਨੇ ਬਹੁਤ ਭਾਵਪੂਰਵਕ ਤਕਰੀਰ ਕੀਤੀ ਹੈ। ਮੈਂ ਉਹਨਾਂ ਦਾ ਮੈਸੇਜ ਜਿਹੜਾ ਸੀਗਾ ਟ੍ਰਿਮ ਨਹੀਂ ਕੀਤਾ ਸੀਗਾ, ਬਟ ਮੈਸੇਜ ਲੌਂਗ ਸੀ, ਬਟ ਐਸ ਸੱਚ ਪਾਲ ਸਾਹਿਬ ਦੇ ਨਾਲ ਉਹਨਾਂ ਨੇ ਕੰਮ ਵੀ ਕੀਤਾ ਹੈ ਔਰ ਸੰਸਥਾ ਦੇ ਨਾਲ ਨਿਰੰਤਰ ਜੁੜੇ ਹੋਏ ਸਨ। ਇਨਫੋਰਮੇਸ਼ਨ ਨੂੰ ਸ਼ਾਇਦ ਸਿੰਕ ਕਰਨਾ ਔਖਾ ਸੀ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚੱਲਦੇ ਹਾਂ, ਜਿੱਥੇ ਮੈਲਬਨ ਦੀ ਗੱਲ ਹੋਈ, ਆਓ ਵਾਪਸ ਸਿਡਨੀ ਚੱਲਦੇ ਹਾਂ। ਔਰ ਸਿਡਨੀ ਦੇ ਵਿੱਚ ਇਸ ਟਾਈਮ ਲਾਕਡਾਊਨ ਚੱਲ ਰਿਹਾ ਹੈ ਔਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਫੋਲੋ ਦ ਇੰਸਟਰਕਸ਼ਨਸ ਗਿਵਨ ਬਾਏ ਦ ਗਵਰਨਮੈਂਟ, ਤਾਂ ਕਿ ਅਸੀਂ ਕੋਰੋਨਾ ਦੀ ਮਹਾਮਾਰੀ ਤੋਂ ਨਿਜਾਤ ਪਾ ਸਕੀਏ। ਸਿਡਨੀ ਤੋਂ ਹੀ ਸਾਨੂੰ ਇੱਕ ਬੜੇ ਹੀ ਹੋਰ ਹੋਣਹਾਰ, ਵਿਲੱਖਣ ਤੇ ਮਹਾਨ ਕੰਮ ਕਰਨ ਵਾਲੀ ਇੱਕ ਹੋਰ ਸ਼ਖਸੀਅਤ ਸਾਡੇ ਨਾਲ ਜੁੜੇ ਨੇ, ਅਵਤਾਰ ਸੰਘਾ ਜੀ, ਜੋ ਕਿ ਪੰਜਾਬੀ ਹੈਰਲਡ ਨਾਮ ਦਾ ਇੱਕ ਨਿਊਜ਼ਪੇਪਰ ਵੀ ਚਲਾਉਂਦੇ ਨੇ ਔਰ ਅੱਛੇ ਬੁਲਾਰੇ ਤੇ ਅੱਛੇ ਲਿਖਾਰੀ ਵੀ ਨੇ। ਉਹਨਾਂ ਨੇ ਕੇਸ ਸੰਭਾਲ ਪ੍ਰਚਾਰ ਸੰਸਥਾ ਵਾਸਤੇ ਇੱਕ ਬਹੁਤ ਸੋਹਣੀ ਬੈਸਟ ਵਿਸ਼ੇਸ ਦਾ ਮੈਸੇਜ ਬਣਾ ਕੇ ਭੇਜਿਆ। ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਡਨੀ ਆਸਟ੍ਰੇਲੀਆ ਤੋਂ ਸਹਿਜਧਾਰੀ ਸਿੱਖ ਅਵਤਾਰ ਸਿੰਘ ਸੰਘਾ, ਸੰਪਾਦਕ ਦਾ ਪੰਜਾਬ ਹੈਰਲਡ, ਸਿੱਖ ਜਗਤ ਨੂੰ ਮੁਖਾਤਬ ਹੁੰਦਾ ਹੋਇਆ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਕੇਸ ਸੰਭਾਲ ਪ੍ਰਚਾਰ ਸੰਸਥਾ ਦੁਆਰਾ ਕੇਸਾਂ ਦੇ ਸੰਭਾਲ ਦੇ ਸੰਬੰਧ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕਰਦਾ ਹਾਂ। ਇਹ ਸੰਸਥਾ ਸਤਿਕਾਰਯੋਗ ਸਰਦਾਰ ਸੁਰਿੰਦਰਜੀਤ ਸਿੰਘ ਪਾਲ, ਸ਼ਰਨਜੀਤ ਕੌਰ ਪਾਲ ਤੇ ਸਰਦਾਰ ਜੱਜ ਵੀਰ ਸਿੰਘ ਵਾਲੀਆ ਦੁਆਰਾ ਚਲਾਈ ਜਾ ਰਹੀ ਹੈ। ਇਹ ਸੰਸਥਾ ਸਾਨੂੰ ਸਾਰਿਆਂ ਨੂੰ ਸਿੱਖੀ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਇਹ ਹੋਰ ਵੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਉਸ ਸਮੇਂ ਰੱਖਿਆ ਗਿਆ ਹੈ ਜਦ ਸਾਰਾ ਸਿੱਖ ਜਗਤ ਕੇਸਾਂ ਦੀ ਸੰਭਾਲ ਖਾਤਰ ਕੁਰਬਾਨੀ ਦੇਣ ਵਾਲੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦੀ ਬਰਸੀ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਸਿਡਨੀ ਤੋਂ ਇੱਕ ਹੋਰ ਮੈਸੇਜ ਹੈ। ਹਰਪ੍ਰੀਤ ਜੀ, ਪ੍ਰਭਜੋਤ ਸੰਧੂ ਜੀ ਹੋਰਾਂ ਦਾ ਵੀ ਜਿਹੜਾ ਮੈਸੇਜ ਹੈ ਉਹ ਡਿਸਪਲੇ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਭਜੋਤ ਸਿੰਘ ਸੰਧੂ ਸਿਡਨੀ ਆਸਟ੍ਰੇਲੀਆ ਤੋਂ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਵੱਲੋਂ ਆਪ ਜੀ ਦੇ ਮੁਖਾਤਬ ਹਾਂ। ਇਹ ਸੁਨੇਹੇ ਦਾ ਮਕਸਦ ਸਰ ਸੁਰਿੰਦਰਜੀਤ ਸਿੰਘ ਪਾਲ ਹੋਰਾਂ ਨੂੰ ਸ਼ੁਭ ਇਛਾਵਾਂ ਦੇਣਾ ਹੈ। ਸਰ ਸੁਰਿੰਦਰਜੀਤ ਸਿੰਘ ਪਾਲ ਹੋਰੇ ਬੜੇ ਲੰਬੇ ਸਮੇਂ ਤੋਂ ਸਿੱਖੀ ਦੀ ਸੇਵਾ ਸੰਭਾਲ ਵਾਸਤੇ ਇੱਕ ਸੰਸਥਾ, ਸਿੱਖੀ ਕੇਸ ਸੰਭਾਲ ਸੰਸਥਾ ਜਿਹੜੀ ਹੈ ਉਹ ਚਲਾ ਰਹੇ ਹਨ ਔਰ ਇਸ ਸੰਸਥਾ ਵੱਲੋਂ ਸਮੇਂ-ਸਮੇਂ ਤੇ ਸਿੱਖੀ ਬਾਰੇ, ਸਿੱਖੀ ਦੀ ਜੋ
ਸਾਂਭ ਸੰਭਾਲ ਬਾਰੇ ਯਤਨ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਹੀ ਥੋੜੀ ਹੈ। ਸੋ ਸੁਰਿੰਦਰਜੀਤ ਸਿੰਘ ਹੋਣੀ ਆਪ ਖੁਦ ਇੱਕ ਐਜੂਕੇਸ਼ਨਿਸਟ ਹਨ, ਸਕਾਲਰ ਹਨ ਅਤੇ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ ਦੇ ਵਿੱਚ ਉਹਨਾਂ ਨੇ ਸੇਵਾਵਾਂ ਨਿਭਾਈਆਂ ਹਨ। ਆਪਣੀ ਜ਼ਿੰਦਗੀ ਭਰ ਦਾ ਤਜਰਬਾ ਉਹ ਇਸ ਸੰਸਥਾ ਰਾਹੀਂ ਨੌਜਵਾਨ ਬੱਚਿਆਂ ਨੂੰ ਵੰਡਣਾ ਚਾਹੁੰਦੇ ਹਨ ਤੇ ਸਮੇਂ-ਸਮੇਂ ਤੇ ਉਹ ਪ੍ਰੋਗਰਾਮ ਚਲਾਉਂਦੇ ਰਹਿੰਦੇ ਹਨ। ਸੋ ਹੁਣ ਭਾਈ ਤਾਰੂ ਸਿੰਘ ਸਾਡੇ ਕੌਮੀ ਸ਼ਹੀਦ ਜੋ ਹਨ, ਉਹਨਾਂ ਨੂੰ ਸਮਰਪਿਤ ਇੱਕ ਜੋ ਕੁਇਜ਼ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਨ 1 ਜੁਲਾਈ ਤੋਂ ਵੈਬਸਾਈਟ ਦੇ ਉੱਤੇ ਭਾਈ ਤਾਰੂ ਸਿੰਘ ਜੀ ਬਾਰੇ ਸਵਾਲਾਂ ਦੇ ਬਾਰੇ ਇੱਕ ਪ੍ਰੋਗਰਾਮ ਜਿਹੜਾ ਸ਼ੁਰੂ ਕਰਨਗੇ। ਉਸ ਦੀ ਵੈਬਸਾਈਟ ਤੇ ਜਾ ਕੇ ਬੱਚੇ ਜਿਹੜੇ ਆ ਸਵਾਲਾਂ ਦੇ ਜਵਾਬ ਦੇ ਕੇ ਤੇ ਵੱਖ-ਵੱਖ ਤਰ੍ਹਾਂ ਦੇ ਇਨਾਮ ਪ੍ਰਾਪਤ ਕਰ ਸਕਦੇ ਹਨ। ਹਜ਼ਾਰਾਂ ਰੁਪਏ ਦੇ ਇਨਾਮ ਇਹ ਸੰਸਥਾ ਜਿਹੜੀ ਆ ਉਹਨਾਂ ਨੂੰ ਦੇਣ ਜਾ ਰਹੀ ਹੈ। ਮਕਸਦ ਬੜਾ ਸਾਫ਼ ਤੇ ਸਪਸ਼ਟ ਹੈ ਕਿ ਸਿੱਖੀ ਅਤੇ ਉਹਦੇ ਪ੍ਰਚਾਰ ਪ੍ਰਸਾਰ ਵਾਸਤੇ ਜਿੰਨਾ ਵੱਧ ਤੋਂ ਵੱਧ ਯਤਨ ਕੀਤਾ ਜਾ ਸਕੇ, ਸਵਾਲਾਂ ਜਵਾਬਾਂ ਰਾਹੀਂ ਸਾਡੇ ਬੱਚਿਆਂ ਨੂੰ ਸਿੱਖੀ ਨਾਲ, ਉਹਨਾਂ ਦੇ ਕੇਸਾਂ ਨਾਲ ਉਹਨਾਂ ਨੂੰ ਜੋੜਿਆ ਜਾ ਸਕੇ। ਸੋ ਅਸੀਂ ਆਪਣੇ ਵੱਲੋਂ, ਆਪਣੀ ਸੰਸਥਾ ਵੱਲੋਂ ਸਰ ਸੁਰਿੰਦਰਜੀਤ ਸਿੰਘ ਪਾਲ ਹੋਣਾ ਦੀਆਂ ਜਿਹੜੀਆਂ ਇਹ ਯਤਨ ਨੇ, ਉਹਨਾਂ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹਾਂ ਅਤੇ ਉਹਨਾਂ ਨੂੰ ਸ਼ੁਭ ਸ਼ਾਮਾਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪ੍ਰਭਜੋਤ ਸਿੰਘ ਸੰਧੂ ਸਿਡਨੀ ਤੋਂ, ਜੋ ਕਿ ਪੰਜਾਬੀ ਕਾਉਂਸਲ ਆਫ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਨੇ। ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆਸਟ੍ਰੇਲੀਆ ਭਰ ਦੇ ਵਿੱਚ ਕਰਾਏ ਜਾਂਦੇ ਨੇ, ਉਹਨਾਂ ਦੇ ਵਿੱਚ ਹੁਮਾ ਕੇ ਹਮੇਸ਼ਾ ਸ਼ਿਰਕਤ ਕਰਦੇ ਨੇ, ਸਾਰਿਆਂ ਨੂੰ ਇਨਕਰੇਜ ਕਰਦੇ ਨੇ ਤੇ ਨਾਲ ਹੀ ਇੱਕ ਅੱਛੇ ਲਿਖਾਰੀ ਵੀ ਨੇ। ਔਰ ਮੈਂ ਅਗਰ ਟੂ ਬੀ ਪ੍ਰਸਾਈਜ਼ ਕਵਾਂ ਤੇ ਬੜੇ ਅੱਛੇ ਟਿੱਪਣੀਕਾਰ ਨੇ। ਸੋ ਪ੍ਰਭਜੋਤ ਸੰਧੂ ਜੀ, ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਵਾਸਤੇ। ਪ੍ਰੋਗਰਾਮ ਨੂੰ ਅਸੀਂ ਅਗਾਂਹ ਵਧਾਉਂਦੇ ਹੋਏ ਲੈ ਕੇ ਚੱਲਦੇ ਹਾਂ। ਇੰਦਰਜੀਤ ਸਿੰਘ ਜੀ ਚੱਡਾ ਸਾਡੇ ਨਾਲ ਦਿੱਲੀ ਤੋਂ ਜੁੜੇ ਹੋਏ ਨੇ ਇਸ ਵਕਤ, ਜੋ ਕਿ ਨਾਰਮਲੀ ਮੈਲਬਨ 'ਚ ਹੀ ਹੁੰਦੇ ਨੇ, ਪਰ ਕੋਰੋਨਾ ਕਾਲ ਦੇ ਵਿੱਚ ਇਸ ਵਕਤ ਉਹ ਦਿੱਲੀ ਦੇ ਵਿੱਚ ਨੇ। ਤੇ ਆਓ ਉਹਨਾਂ ਦਾ ਮੈਸੇਜ ਲੈਂਦੇ ਹਾਂ। ਅਨਮਿਊਟ ਕਰ ਲਓ ਜੀ। ਹਾਂਜੀ ਹਾਂਜੀ, ਚੱਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਰਵਾਇਤੀ ਪੈੜਾਂ ਦੇ ਵਿੱਚ। ਤੁਸੀਂ ਅੱਜ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਮਾਧਿਅਮ ਤੋਂ ਕੀ ਸੁਨੇਹਾ ਲਾਣਾ ਚਾਹੁੰਦੇ ਹੋ? ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਅੱਛਾ ਲੱਗਿਆ ਇਸ ਪ੍ਰੋਗਰਾਮ ਵਿੱਚ ਜੁੜਿਆ ਤੁਹਾਡੇ ਨਾਲ। ਮੇਰੀ ਵੀ ਐਸੋਸੀਏਸ਼ਨ ਕੋਈ ਬਹੁਤੀ ਪੁਰਾਣੀ ਨਹੀਂ ਹੈਗੀ। ਜਦੋਂ ਜਗੀਰ ਸਿੰਘ ਜੀ ਕੋਲ ਆਏ ਸੀਗੇ ਪਾਲ ਸਾਹਿਬ 2017 ਦੇ ਵਿੱਚ, ਤੇ ਇਨਸੀਡੈਂਟਲੀ ਮੈਂ ਵੀ ਉੱਥੇ ਸੀਗਾ ਤੇ ਅਸੀਂ ਉਸ ਟਾਈਮ ਇਕੱਠੇ ਸਾਰੇ ਜਗ੍ਹਾ ਗਏ ਸੀਗੇ। ਤੇ ਜਦੋਂ ਅਸੀਂ ਉਦੋਂ ਟਰੈਵਲ ਕੀਤਾ ਤੇ ਉਦੋਂ ਹੀ ਮੇਰਾ ਮਨ ਬਣ ਗਿਆ ਕਿ ਮੈਂ ਜ਼ਿੰਦਗੀ ਵਿੱਚ ਬੜੇ ਅੱਛੇ ਇਨਸਾਨ ਨੂੰ ਮਿਲਿਆ ਤੇ ਹੁਣ ਮੈਂ ਐਸੋਸੀਏਸ਼ਨ ਆਪਣੀ ਇਹਨਾਂ ਨਾਲ ਰੱਖਣੀ ਹੈ। ਤੇ ਇਨਸੀਡੈਂਟਲੀ ਸਾਡੇ ਘਰ ਦੇ ਨਾਲ ਹੀ ਰਹਿੰਦੇ ਨੇ, ਰਜੌਰੀ ਗਾਰਡਨ ਦਿੱਲੀ। ਤੇ ਉਦੋਂ ਤੋਂ ਸਾਡੀ ਐਸੋਸੀਏਸ਼ਨ ਸ਼ੁਰੂ ਹੋ ਗਈ ਤੇ ਹੁਣ ਸਾਡੀ ਰੈਗੂਲਰ ਡੇਲੀ ਗੱਲਬਾਤ ਹੁੰਦੀ ਹੈ। ਅਸੀਂ ਆਪਸ ਵਿੱਚ ਜੁੜੇ ਹੋਏ ਹਾਂ। ਸੰਸਥਾ ਵਿੱਚ ਵੀ ਮੈਨੂੰ ਇਹਨਾਂ ਨੇ ਅੱਛਾ ਰੋਲ ਦਿੱਤਾ ਹੋਇਆ ਹੈ। ਅੱਜ ਕੱਲ੍ਹ ਅਸੀਂ ਸਹਿਜ ਪਾਠ ਦੀ ਲੜੀ ਚਲਾ ਰਹੇ ਹਾਂ। ਉਹ 63ਵਾਂ ਪਾਠ ਕੱਲ੍ਹ ਅਸੀਂ ਸ਼ੁਰੂ ਕਰਾਂਗੇ। ਉਸ ਤੋਂ ਪਹਿਲੇ ਅਸੀਂ ਜਿਹੜੇ ਕੋਵਿਡ ਵਿੱਚ ਬੱਚੇ ਸਫਰ ਕੀਤੇ ਨੇ, ਉਹਨਾਂ ਨੂੰ ਅਸੀਂ ਪਿੱਛੇ ਫੀਸਾਂ ਦੇਣ ਦਾ ਪ੍ਰੋਗਰਾਮ ਕੀਤਾ ਹੈ। ਕਾਫੀ ਬੱਚਿਆਂ ਦੀ ਅਪਰੋਕਸੀਮੇਟਲੀ 50 ਤੋਂ ਉੱਪਰ ਬੱਚਿਆਂ ਦੀ ਅਸੀਂ ਫੀਸਾਂ ਦਿੱਤੀਆਂ ਨੇ। ਸੋ ਮਿਲ ਜੁਲ ਕੇ ਅਸੀਂ ਮੈਂ ਹੁਣ ਕਾਫੀ ਐਕਟਿਵ ਪਾਰਟੀਸਿਪੇਸ਼ਨ ਮੇਰੀ ਇਹਨਾਂ ਨਾਲ ਹੈਗੀ ਹੈ। ਡੇਲੀ ਸਾਡੀ ਗੱਲਬਾਤ ਹੁੰਦੀ ਹੈ ਤੇ ਮੈਨੂੰ ਇੱਕ ਬੜਾ ਅੱਛਾ ਲੱਗ ਰਿਹਾ ਕਿ ਮੈਂ ਬਹੁਤ ਅੱਛੇ ਇਨਸਾਨ ਨਾਲ ਜ਼ਿੰਦਗੀ ਵਿੱਚ ਜੁੜ ਗਿਆ ਹਾਂ। ਤੇ ਸਾਡਾ ਕੰਮ ਇੱਕ ਜ਼ਿੰਦਗੀ ਦੀ ਇੱਛਾ ਸੀਗੀ ਕਿ ਵੀ ਕੁਝ ਅੱਛੇ ਕੰਮ ਕਰੀਏ, ਸਿੱਖੀ ਵਾਸਤੇ ਕੰਮ ਕਰੀਏ, ਤੇ ਉਹ ਮੇਰੀ ਇੱਛਾ ਇਹਨਾਂ ਨੂੰ ਮਿਲ ਕੇ ਪੂਰੀ ਹੋ ਰਹੀ ਹੈ। ਮੈਂ ਲਗਾਤਾਰ ਇਹਨਾਂ ਨਾਲ ਜੁੜਿਆ ਹੋਇਆ ਕੰਮ ਕਰ ਰਿਹਾ। ਧੰਨਵਾਦ ਜੀ। ਤੁਸੀਂ ਆਪ ਮਿਊਟ ਹੋ। ਬਹੁਤ ਬਹੁਤ ਧੰਨਵਾਦ ਸਰ ਇੰਦਰਜੀਤ ਸਿੰਘ ਜੀ। ਮੋਹ ਭਿੱਜਾ ਜਿਹੜੀ ਸਾਂਝ ਤੁਸੀਂ ਸਾਡੇ ਨਾਲ ਬਣਾਈ ਹੈ, ਬਹੁਤ ਬਹੁਤ ਧੰਨਵਾਦ। ਤੇ ਇੰਸ਼ਾਅੱਲਾ ਜਲਦੀ ਫਲਾਈਟਸ ਖੁੱਲਣ ਤੇ ਤੁਸੀਂ ਦੁਬਾਰਾ ਮੈਲਬਨ ਆਓ। ਤੇ ਹਾਂਜੀ, ਸੋ ਬਹੁਤ ਬਹੁਤ ਧੰਨਵਾਦ। ਇਹ ਸਨ ਸਰਦਾਰ ਇੰਦਰਜੀਤ ਸਿੰਘ ਜੀ ਚੱਡਾ, ਜੋ ਕਿ ਸਾਡੇ ਨਾਲ ਇਸ ਵਕਤ ਦਿੱਲੀ ਤੋਂ ਜੁੜੇ ਸਨ। ਤੇ ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ, ਮੈਂ ਦੱਸਦੀ ਚਾਹਾਂ ਕਿ ਜਿਹੜੀ ਵੈਬਸਾਈਟ ਅੱਜ ਤੋਂ ਫੰਕਸ਼ਨਲ ਹੋ ਜਾਏਗੀ ਕੇਸ ਸੰਭਾਲ ਪ੍ਰਚਾਰ ਸੰਸਥਾ ਦੀ, ਉਹਨੂੰ ਅਸੀਂ ਇੱਕ ਛੋਟਾ ਜਿਹਾ ਉਹਦਾ ਪ੍ਰੋਜੈਕਸ਼ਨ ਜਿਹੜਾ ਹੈ ਉਹ ਇਸ ਸਕਰੀਨ ਰਾਹੀਂ ਕਰਾਂਗੇ। ਤੇ ਤੁਸੀਂ ਸਾਰਿਆਂ ਨੇ ਉਸ ਵੈਬਸਾਈਟ ਨੂੰ ਵਿਜ਼ਿਟ ਵੀ ਜ਼ਰੂਰ ਕਰਨਾ। ਜਦੋਂ ਕੇਸ ਸੰਭਾਲ ਪ੍ਰਚਾਰ ਸੰਸਥਾ ਦੀ ਵੈਬਸਾਈਟ ਤੁਸੀਂ ਵਿਜ਼ਿਟ ਕਰਨ ਜਾਣੀ ਹੈ, ਨਾਲ ਹੀ ਨਾਲ ਬਰਕਤ ਆਨਲਾਈਨ YouTube ਚੈਨਲ ਸਬਸਕ੍ਰਾਈਬ ਵੀ ਕਰਨਾ।
ਤੇ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਤੁਹਾਨੂੰ ਸਾਰੇ ਪ੍ਰੋਗਰਾਮਸ ਦੀ ਜਾਣਕਾਰੀ ਪਹਿਲਾਂ ਮਿਲ ਸਕੇ ਤੇ ਨਾਲ ਹੀ ਨਾਲ ਫੇਸਬੁੱਕ ਪੇਜ ਵੀ ਲਾਈਕ ਕਰਨਾ ਤਾਂ ਕਿ ਤੁਸੀਂ ਫੇਸਬੁੱਕ ਤੇ YouTube ਰਾਹੀਂ ਬਰਕਤ ਦੇ ਸਾਰੇ ਹੀ ਉਪਰਾਲਿਆਂ ਦੇ ਨਾਲ ਜੁੜ ਸਕੋ। ਪਾਲ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਵੈਬਸਾਈਟ ਤੁਹਾਡੇ ਸਾਹਮਣੇ ਹੈ ਤੇ ਤੁਸੀਂ ਐਕਸਪਲੇਨ ਕਰ ਸਕਦੇ ਹੋ। ਹਾਂਜੀ, ਇਹ ਵੈਬਸਾਈਟ ਜਿਹੜੀ ਹੈ ਜੀ, ਇਹਦੇ ਵਿੱਚ ਸਿੱਖ ਧਰਮ ਬਾਰੇ ਅਲੱਗ-ਅਲੱਗ ਹੈਡ ਦੇ ਵਿੱਚ ਸਵਾਲ ਜਵਾਬ ਦਿੱਤੇ ਗਏ ਹਨ, ਇੰਗਲਿਸ਼ ਵਿੱਚ ਵੀ ਪੰਜਾਬੀ ਵਿੱਚ ਵੀ। ਜਿੱਦਾਂ ਕਿ ਗੁਰੂ ਤੇ ਗੁਰਬਾਣੀ, ਉਸ ਤੋਂ ਬਾਅਦ ਸਿੱਖ ਇਤਿਹਾਸ ਬਾਰੇ, ਸਿੱਖ ਕਲਚਰ ਬਾਰੇ, ਸਿੱਖ ਹੈਰੀਟੇਜ ਬਾਰੇ, ਔਰ ਜਿਹੜੀ ਸਾਡੀ ਜਿਹੜਾ ਆਪਣਾ ਵੈਲਿਊਜ਼ ਨੇ ਉਹਨਾਂ ਬਾਰੇ, ਗੁਰਬਾਣੀ ਬਾਰੇ, ਇਹ ਡਿਫਰੈਂਟ ਸਵਾਲ ਜਿਹੜੇ ਨੇ ਸਵਾਲ ਜਵਾਬ ਵਿੱਚ ਹੈਗੇ ਨੇ। ਤੁਸੀਂ ਜਿਹੜੇ ਵੀ ਕਿਸੇ ਟੌਪਿਕ ਤੇ ਜਾਓਗੇ ਤੁਹਾਨੂੰ ਉਹਦੇ ਸਵਾਲ ਜਵਾਬ ਪੜ੍ਹਨ ਨੂੰ ਮਿਲਣਗੇ, ਤੁਹਾਡੀ ਜਾਣਕਾਰੀ 'ਚ ਵਾਧਾ ਕਰਨਗੇ। ਇੱਕ ਇਹਦੇ 'ਚ ਇਹੋ ਜਿਹਾ ਬਣਾਇਆ ਹੋਇਆ ਕਾਲਮ ਜਿਹਦੇ 'ਚ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤਾਂ ਉਹ ਵੀ ਪੁੱਛ ਸਕਦੇ ਹੋ। ਹੁਣ ਜਿਵੇਂ ਸਵਾਲ ਜਵਾਬ ਆ ਰਹੇ ਨੇ, ਇਹ ਛੋਟੇ ਛੋਟੇ ਸਵਾਲ ਜੋ ਇੱਕ ਬਣਾ ਕੇ ਉਹਨਾਂ ਦੇ ਜਵਾਬ ਦਿੱਤੇ ਗਏ ਹਨ, ਪਰ ਜੇ ਤੁਸੀਂ ਕੋਈ ਆਪ ਸਵਾਲ ਪੁੱਛਣਾ ਚਾਹੋ ਤਾਂ ਤੁਸੀਂ ਇਹਦੇ ਸਵਾਲ ਪੁੱਛ ਸਕਦੇ ਹੋ। ਉਹਦਾ ਜਵਾਬ ਵੀ ਸੰਸਥਾ ਵੱਲੋਂ ਆਨਲਾਈਨ ਦਿੱਤਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਅਸੀਂ ਇਹਦੇ ਟੈਸਟ ਪੇਪਰ ਰੱਖੇ ਹੋਏ ਨੇ ਇੱਥੇ ਆਪਾਂ ਨੂੰ ਟੈਸਟ ਕਰਨ ਲਈ। ਨਾਲੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਨੇ ਜ਼ਿਆਦਾ ਜੁੜ ਸਕਣ। ਉਹ ਟੈਸਟ ਪੇਪਰ ਜੇਕਰ ਬੱਚੇ ਜਾਂਦੇ ਨੇ ਤੇ ਉਹ ਜਿਹੜੇ ਸਵਾਲ ਨੇ ਉਹਦੇ 10 ਸਵਾਲਾਂ ਦਾ ਇੱਕ ਟੈਸਟ ਪੇਪਰ ਹੈ, ਇੱਕ 25 ਸਵਾਲਾਂ ਦਾ ਹੈ, ਉਹਦੇ ਸਰਟੀਫਿਕੇਟ ਬਣਦਾ ਮਿਲਦਾ ਹੈ। ਅਗਰ ਉਹ 10 ਤੋਂ 8 ਸਵਾਲਾਂ ਦੇ ਜਵਾਬ ਸਹੀ ਦੇ ਦਿੰਦਾ ਹੈ ਤਾਂ ਉਹਦਾ ਸਰਟੀਫਿਕੇਟ ਜਨਰੇਟ ਹੋ ਕੇ ਆਉਂਦਾ ਹੈ। ਔਰ ਇੱਕ ਅਸੀਂ ਐਨੂਅਲ ਪੇਪਰ ਰੱਖਿਆ ਹੈ, A ਗ੍ਰੇਡ ਜਿਹੜਾ, ਉਹ ਅਸੀਂ ਸਾਲ ਦੇ ਅਖੀਰ ਦਸੰਬਰ ਦੇ ਵਿੱਚ ਕਰਾਉਂਦੇ ਹਾਂ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਨ ਤੇ ਉਹਦਾ ਅਸੀਂ ਰਿਜ਼ਲਟ ਕਰਦੇ ਹਾਂ। ਉਹ ਬੱਚਿਆਂ ਦਾ ਉਹ ਆਨਲਾਈਨ ਸਵਾਲ ਤੋਂ ਜਵਾਬ ਤੇ ਦੇਣਗੇ, ਲੇਕਿਨ ਉਹਦਾ ਰਿਜ਼ਲਟ ਉਸ ਵੇਲੇ ਨਹੀਂ ਆਉਂਦਾ, ਉਹ ਉਸ ਵੇਲੇ 5-7 ਦਿਨ ਬਾਅਦ ਆਏਗਾ। ਔਰ ਜਿਹੜੇ ਬੱਚੇ ਟੌਪਰ ਹੋਣਗੇ ਉਹਨਾਂ ਨੂੰ ਅਸੀਂ ਕੈਸ਼ ਅਵਾਰਡ ਤੇ ਕਿਤਾਬਾਂ ਵਗੈਰਾ ਦੇ ਕੇ ਬਹੁਤ ਸਾਰੇ ਇਨਾਮ ਦਿੰਦੇ ਹਾਂ ਤਾਂ ਕਿ ਉਹ ਸਾਡੇ ਨਾਲ ਉਹ ਜਿਹੜੇ ਸਿੱਖ ਧਰਮ ਨਾਲ ਜੁੜੇ ਰਹਿਣ। ਔਰ ਜਾਣਕਾਰੀ ਵਧਾਉਣ ਵਾਲੀ ਇੱਕ ਜਿਹੜੀ ਹੈ ਵੈਬਸਾਈਟ ਹੈ ਜਿਹਨੂੰ ਅਸੀਂ ਕਿ ਨਵੀਂ ਜਿਹੜੀ ਲਾਂਚ ਕਰ ਰਹੇ ਹਾਂ। ਇਹ ਤੋਂ ਪਹਿਲੇ ਅਸੀਂ ਇੱਕ ਵੈਬਸਾਈਟ ਆਲਰੇਡੀ ਲਾਂਚ ਕਰ ਚੁੱਕੇ ਹਾਂ ਜਿਹਦੇ ਵਿੱਚ ਜਿਹੜੀ ਕਿ ਸਿੱਖ ਪ੍ਰਾਈਡ ਵਾਲੀ 'ਚ ਹੈ। ਉਹਦੇ 'ਚ ਸਾਡੇ ਜਿਹੜੇ ਸ਼ਖਸੀਅਤਾਂ ਨੇ, ਜਿਹੜੀ ਸਾਡੇ ਜਿਹੜੇ ਆਰਗੇਨਾਈਜੇਸ਼ਨ ਨੇ, ਉਹਨਾਂ ਬਾਰੇ ਸਾਰੀ ਜਾਣਕਾਰੀ ਹੈ। ਇਹਦੇ ਵਿੱਚ ਜਾਣਕਾਰੀ ਹੈ ਜਿਹੜੀ ਕਿ ਸਵਾਲਾਂ ਬਾਰੇ, ਜਿਹੜੀ ਕਿ ਧਰਮ ਬਾਰੇ, ਇਤਿਹਾਸ ਬਾਰੇ, ਗੁਰਬਾਣੀ ਬਾਰੇ, ਸਾਡੇ ਸ਼ਖਸੀਅਤਾਂ ਬਾਰੇ, ਸਾਡੇ ਕਲਚਰ ਬਾਰੇ, ਹਰ ਚੀਜ਼ ਬਾਰੇ ਜਾਣਕਾਰੀ ਹੈ। ਔਰ ਤੁਹਾਨੂੰ ਸਵਾਲ ਪੁੱਛਣ ਦਾ ਰਾਈਟ ਵੀ ਹੈ ਇਹਦੇ 'ਚ। ਇਹ ਸਾਰੀ ਜਿਹੜੀ ਇਹ ਸਾਡਾ ਇੱਕ ਬੋਰਡ ਹੈ ਬਣਿਆ ਹੋਇਆ ਜਿਹੜੇ ਕਿ ਸਾਡੇ ਨਾਲ ਜੁੜੇ ਨੇ, ਜਿਹਨਾਂ ਦੀ ਐਡਵਾਈਜ਼ਰੀ ਬੋਰਡ ਹੈ, ਜਿਹੜੇ ਕਿ ਕੋਈ ਸਵਾਲ ਜਵਾਬ ਦੇਣ ਦੇ ਉਹ ਦਿੰਦੇ ਨੇ, ਕਿਉਂਕਿ ਇਹ ਜ਼ਰੂਰੀ ਹੈ ਕਿ ਜਿਹੜੇ ਲੋਕੀ ਨੂੰ ਜੁੜਦੇ ਰਹਿਣ ਉਹ ਸਵਾਲ ਪੁੱਛਦੇ ਰਹਿਣ। ਔਰ ਜਿਹੜੇ ਸਾਡੇ ਟੈਸਟ ਪੇਪਰ ਨੇ ਉਹ ਇਨਕਰੇਜ ਕਰਨ ਲਈ ਨੇ ਬੱਚਿਆਂ ਨੂੰ ਤਾਂ ਕਿ ਅਸੀਂ ਉਹਨਾਂ ਨੂੰ ਇਨਾਮ ਦੇ ਸਕੀਏ। ਜੀ ਪਾਲ ਸਾਹਿਬ, ਸੋ ਇਹ ਹੈ ਵੈਬਸਾਈਟ ਕੇਸ ਸੰਭਾਲ ਪ੍ਰਚਾਰ ਸੰਸਥਾ ਦੀ, ਜਿਹਨੂੰ ਤੁਸੀਂ ਸਾਰਿਆਂ ਨੇ ਵਿਜ਼ਿਟ ਕਰਨਾ ਹੈ ਪ੍ਰੋਗਰਾਮ ਤੋਂ ਬਾਅਦ, ਔਰ ਜ਼ਰੂਰ ਹੋਰਾਂ ਤੱਕ ਵੀ ਇਹ ਜਾਣਕਾਰੀ ਪਹੁੰਚਾਉਣੀ ਹੈ। ਅੱਜ ਦੇ ਪ੍ਰੋਗਰਾਮ ਦਾ ਮਕਸਦ ਪਿਛਲੇ 24 ਸਾਲਾਂ ਦੀਆਂ ਕਾਰਗੁਜ਼ਾਰੀਆਂ ਨੂੰ ਯਾਦ ਕਰਨਾ ਤੇ 25ਵੇਂ ਵਰ੍ਹੇ ਦੇ ਸਰਦਲ ਤੇ ਇਹ ਜਿਹੜੀ ਵੈਬਸਾਈਟ ਹੈ ਇਹਨੂੰ ਹੁੰਗਾਰਾ ਦੇਣਾ। ਤੁਸੀਂ ਸਾਰਿਆਂ ਨੇ ਜ਼ਰੂਰ ਵਿਜ਼ਿਟ ਕਰਨਾ। ਤੇ ਹਾਂਜੀ ਪਾਲ ਸਾਹਿਬ, ਤੁਸੀਂ ਕੁਝ ਕਹਿ ਰਹੇ ਸੀ। ਇਹ ਵੈਬਸਾਈਟ ਦਾ ਟਾਈਟਲ ਹੈ ਗੁਰਮਤ ਕੁਇਜ਼। ਹਾਂਜੀ, ਆ ਜਿਹੜੇ ਆ ਰਿਹਾ ਸਕਰੀਨ ਤੇ ਆ ਰਿਹਾ ਜੀ, ਤੁਸੀਂ ਸਕਰੀਨ ਦੇ ਉੱਤੇ ਪੜ੍ਹ ਸਕਦੇ ਹੋ ਕਿ ਇਸ ਵੈਬਸਾਈਟ ਨੂੰ www.gurmatquiz.in ਦੇ ਨਾਮ ਨਾਲ ਜਾਣਿਆ ਜਾਏਗਾ ਅੱਜ ਤੋਂ ਬਾਅਦ। ਸੋ ਪੰਜਾਬੀ ਭਾਸ਼ਾ ਦੇ ਵਿੱਚ ਅੱਜ ਇਸ ਵੈਬਸਾਈਟ ਦੀ ਘੁੰਡ ਚੁਕਾਈ ਕਰ ਦਿੱਤੀ ਗਈ ਹੈ। ਸੋ ਤੁਸੀਂ ਸਾਰਿਆਂ ਨੇ ਇਹਨੂੰ ਪੜ੍ਹਨਾ ਹੈ, ਸੋਚਣਾ, ਦੇਖਣਾ, ਐਨਾਲਾਈਜ਼ ਕਰਨਾ। ਜੇਕਰ ਤੁਹਾਨੂੰ ਲੱਗੇ ਇਹਦੇ ਵਿੱਚ ਹੋਰ ਐਡੀਸ਼ਨਸ ਹੋਣੀਆਂ ਚਾਹੀਦੀਆਂ ਉਹ ਵੀ ਦੱਸ ਸਕਦੇ ਹੋ, ਕੋਈ ਸਵਾਲ ਪੁੱਛਣਾ ਹੋਏ ਉਹ ਵੀ ਪੁੱਛ ਸਕਦੇ ਹੋ ਤੇ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਨਾਲ ਜੁੜ ਸਕਦੇ ਹੋ। ਪਾਲ ਸਾਹਿਬ, ਇੱਕ ਮੇਰੇ ਕੋਲ ਮੈਸੇਜ ਹੋਰ ਮੈਲਬਨ ਤੋਂ ਤੁਹਾਡੇ ਵਾਸਤੇ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਰਕਤ ਨੂੰ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਕੇਸ ਸੰਭਾਲ ਪ੍ਰਚਾਰ ਸੰਸਥਾ ਆਪਣੇ ਸਿੱਖੀ ਦੇ ਕਾਰਜ ਕਰਦੇ ਹੋਏ 24 ਵਰੇ ਆਪਣੇ ਪੂਰੇ ਕਰ ਚੁੱਕੀ ਹੈ। ਇਹਨਾਂ ਕਾਰਜਾਂ ਦੇ ਵਿੱਚ ਬੱਚਿਆਂ ਦੇ ਸਕੂਲਾਂ ਦੇ ਵਿੱਚ ਕੀਰਤਨ ਮੁਕਾਬਲੇ, ਦਸਤਾਰ ਮੁਕਾਬਲੇ, ਗੁਰਮਤ ਦੇ ਹੋਰ ਇਤਿਹਾਸ ਦੇ ਮੁਕਾਬਲੇ ਕਰਾਣੇ ਤੇ ਉਹਨਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਕੇਸਾਂ ਪ੍ਰਤੀ, ਸਿੱਖ ਇਤਿਹਾਸ ਤੇ ਗੁਰਬਾਣੀ ਪ੍ਰਤੀ। ਸੋ ਇਹ ਕਾਰਜ ਕਰਦੀ ਹੋਈ ਆਪਣੇ 24 ਵਰੇ ਇਹ ਸੰਸਥਾ ਪੂਰੇ ਕਰ ਚੁੱਕੀ ਹੈ ਤੇ ਇਹਨਾਂ ਦੇ ਵਰੇਗੰਢ ਤੇ ਮੈਂ ਹਰਪ੍ਰੀਤ ਸਿੰਘ, ਸਮੂਹ ਬਰਕਤ ਤੇ ਬਰਕਤ ਦੀ ਟੀਮ ਵੱਲੋਂ ਇਹਨਾਂ ਨੂੰ ਧੰਨਵਾਦ ਕਰਦਾ ਹਾਂ ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਹੋਰ ਉਦਮ, ਹੋਰ ਬਲ ਬਖਸ਼ਿਸ਼ ਕਰਨ ਤਾਂ ਕਿ ਸਿੱਖੀ ਦੇ ਕਾਰਜਾਂ ਵਿੱਚ ਇਹ ਇਸੇ ਤਰੀਕੇ ਦੇ ਨਾਲ ਅੱਗੇ ਵਧਦੇ ਰਹਿਣ ਤੇ ਬੱਚਿਆਂ ਨੂੰ ਹੋਰ ਪ੍ਰੇਰਿਤ ਕਰਦੇ ਰਹਿਣ। ਧੰਨਵਾਦ। ਇਹ ਸਨ ਹਰਪ੍ਰੀਤ ਸਿੰਘ, ਜਿਨ੍ਹਾਂ ਨੇ ਬਰਕਤ ਦੀ ਟੀਮ ਵੱਲੋਂ, ਸਾਡੇ ਡਾਇਰੈਕਟਰ, ਜਿਨ੍ਹਾਂ ਨੇ ਇਹ ਸੁਨੇਹਾ ਭੇਜਿਆ। ਬਾਲ ਸਾਹਿਬ ਨੂੰ ਮੈਂ ਸਕਰੀਨ ਦੇ ਉੱਤੇ ਨਾਲ ਲੈਂਦੀ ਹਾਂ। ਹਾਂਜੀ ਬਾਲ ਸਾਹਿਬ। ਬਹੁਤ ਬਹੁਤ ਧੰਨਵਾਦੀ ਹਾਂ ਜੀ ਸਾਰਿਆਂ ਦਾ ਜਿਨ੍ਹਾਂ ਨੇ ਸੁਨੇਹੇ ਦਿੱਤੇ ਹਨ ਔਰ ਸੰਸਥਾਵਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਹਨ। ਮੈਨੂੰ ਉਮੀਦ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜੋ ਹੁਣ ਤੱਕ ਕੰਮ ਕੀਤੇ ਹਨ, ਥੋੜ੍ਹੇ ਬਹੁਤ ਅਸੀਂ ਅੱਗੇ ਤੋਂ ਵੀ ਥੋੜ੍ਹੇ ਬਹੁਤ ਜਿਹੜੇ ਕੰਮ ਚੱਲਦੇ ਰਹਿਣਗੇ ਔਰ ਅਸੀਂ ਕਰਾਂਗੇ। ਔਰ ਵਾਹਿਗੁਰੂ ਜੀ ਸਾਡੇ ਸਾਰਿਆਂ ਦੇ ਬਖਸ਼ਿਸ਼ ਕਰਨ ਕਿ ਜੋ ਸਾਡੇ ਟੀਚੇ ਹਨ ਅਸੀਂ ਉਹਨਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋ ਸਕੀਏ। ਜੀ ਪਾਲ ਸਾਹਿਬ, ਤੁਸੀਂ ਸਾਡੇ ਨਾਲ ਬਣੇ ਰਹਿਣਾ ਔਰ ਮੈਂ ਸਾਰੇ ਹੀ ਮੈਂਬਰ ਸਾਹਿਬਾਨ, ਸਰਦਾਰ ਤਜਿੰਦਰ ਸਿੰਘ ਜੀ ਸਿਡਨੀ ਤੋਂ, ਸਰਦਾਰ ਇੰਦਰਜੀਤ ਸਿੰਘ ਜੀ ਚੱਡਾ ਦਿੱਲੀ ਤੋਂ, ਸਰਦਾਰ ਜਸਬੀਰ ਸਿੰਘ ਜੀ ਆਲੂਵਾਲੀਆ ਸਿਡਨੀ ਤੋਂ, ਸਰਦਾਰ ਸਤਿੰਦਰ ਸਿੰਘ ਜੀ ਚਾਵਲਾ ਸਿਡਨੀ ਤੋਂ, ਮੈਲਬਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਇਸ ਵਕਤ ਸਕਰੀਨ ਤੇ ਥੱਲੇ ਸਟੂਡੀਓ ਦੇ ਵਿੱਚ। ਤੁਸੀਂ ਸਾਡੇ ਨਾਲ ਬਣੇ ਰਹਿਣਾ। ਬਰਕਤ ਵੱਲੋਂ ਇੱਕ ਛੋਟੀ ਜਿਹੀ ਸ਼ਰਧਾਂਜਲੀ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਰਾਂ ਨੂੰ, ਤੇ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਨੂੰ ਕਨਕਲੂਡ ਕਰਨ ਵੱਲ ਲੈ ਕੇ ਜਾਵਾਂਗੇ ਜੀ। ਤੁਸੀਂ ਸੁਣ ਰਹੇ ਹੋ ਸਿਲਸਿਲਾ ਵਿਦ ਰਸਨਾ ਤੇ ਅੱਜ ਮੈਂ ਤੁਹਾਨੂੰ ਭਾਈ ਤਾਰੂ ਸਿੰਘ ਸ਼ਹੀਦ ਦੀ ਯਾਦ ਦੇ ਵਿੱਚ ਮਾਸਟਰ ਸੁਖਦੇਵ ਸਿੰਘ ਜਾਚਕ ਦੀ ਲਿਖੀ ਹੋਈ ਕਵਿਤਾ ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ ਸੁਣਾਵਾਂਗੀ। ਕੇਸ ਨਾ ਕਟਾਏ ਭਾਵੇਂ ਖੋਪਰੀ ਲੋਹਾਈ, ਕੇਸ ਨਾ ਕਟਾਏ ਭਾਵੇਂ ਖੋਪਰੀ ਲੋਹਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਕੇਸ ਨਾ ਕਟਾਏ ਭਾਵੇਂ ਖੋਪਰੀ ਲੋਹਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਜ਼ਾਲਮਾਂ ਨੂੰ ਸਿੱਖੀ ਤੇਰੀ ਹੋਈ ਦਰਕਾਰ ਨਾ, ਪਾਪੀਆਂ ਨੂੰ ਭਾਵੇ ਤੇਰਾ ਪਰ ਉਪਕਾਰ ਨਾ, ਗਰੀਬ ਦੁਖੀਆਂ ਦੇ ਜਾਵੇ ਦਰਦ ਵੰਡਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਮਾਤਾ ਤੇ ਭੈਣ ਤੇਰੀ ਸਾਰਾ ਪਰਿਵਾਰ ਸੀ, ਸਿੱਖੀ ਨੂੰ ਸਮਰਪਿਤ ਐਸੇ ਸੇਵਾਦਾਰ ਸੀ, ਤਨ ਮਨ ਧਨ ਜਾਨ ਸਭੇ ਕੋਲ ਕਮਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਸੂਬਾ ਕਹਿੰਦਾ ਕਿੰਨਾ ਸੋਹਣਾ ਲੱਗਦਾ ਜਵਾਨ ਤੂੰ, ਮੁਸਲਮਾਨ ਬਣ ਜਾ ਗਵਾਨੂ ਕਾਤੋਂ ਜਾਣ ਤੂੰ, ਜ਼ਿੰਦਗੀ ਆਰਾਮ ਐਸ਼ ਸਭ ਠੁਕਰਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਜ਼ਿੰਦਗੀ ਇਹ ਸੂਬਿਆਂ ਨਾ ਵਾਰ-ਵਾਰ ਥਿਉਣੀ ਏ, ਮੈਂ ਤਾਂ ਸਿੱਖੀ ਕੇਸਾਂ ਸਵਾਸਾਂ ਨਾਲ ਹੀ ਨਿਭਾਉਣੀ ਏ, ਸੂਬੇ ਨੂੰ ਇਹ ਗੱਲ ਸਿੰਘ ਠੋਕ ਕੇ ਸੁਣਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਗੁੱਸੇ ਵਿੱਚ ਜ਼ਾਲਮ ਨੇ ਨਾਈ ਨੂੰ ਬੁਲਾਇਆ ਹੈ, ਕੱਟ ਦਿਓ ਕੇਸ ਕਹਿੰਦਾ ਕਾਤੋਂ ਚਿਰ ਲਾਇਆ ਹੈ, ਕੈਂਚੀ ਕੱਟਦੀ ਨਾ ਕੇਸ ਬੜੀ ਵਾਹ ਲਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਮੋਚੀ ਨੂੰ ਬੁਲਾ ਕੇ ਕਹਿੰਦਾ ਖੋਪਰੀ ਹੀ ਲਾ ਦਿਓ, ਸਿੱਖੀ ਸਿੱਖੀ ਕਹਿੰਦਾ ਮਜ਼ਾ ਸਿੱਖੀ ਦਾ ਚਖਾ ਦਿਓ, ਗੁਰੂ ਦੀ ਰਜ਼ਾ ਦੇ ਵਿੱਚ ਖੋਪਰੀ ਲੋਹਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਕੇਸ ਨਾ ਕਟਾਏ ਭਾਵੇਂ ਖੋਪਰੀ ਲੋਹਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਵਜ਼ੀਰਾ ਪਾਪੀ ਭੋਗ ਰਿਹਾ ਸਜ਼ਾ ਕੀਤੇ ਹੋਏ ਪਾਪ ਦੀ, ਖਾ ਖਾ ਜੁੱਤੀਆਂ ਉਹ ਮਰ ਗਿਆ ਆਪ ਹੀ, ਉਧਰ ਸ਼ਹੀਦੀ ਭਾਈ ਤਾਰੂ ਸਿੰਘ ਪਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਸਿੱਖ ਵੀਰੋ ਅੱਜ ਸਾਰੇ ਕਰੋ ਇਕਰਾਰ ਜੀ, ਪਤਿਤ ਪੁਣੇ ਨੂੰ ਛੱਡ ਬਣੋ ਸਰਦਾਰ ਜੀ, ਆਖਦਾ ਜਾਚਕ ਦੇ ਸ਼ਹੀਦਾਂ ਦੀ ਦੁਹਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ।
ਕੇਸ ਨਾ ਕਟਾਏ ਭਾਵੇਂ ਖੋਪੜੀ ਲੁਹਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ, ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਧੰਨਵਾਦ। ਭਾਈ ਤਾਰੂ ਸਿੰਘ ਤੇਰੀ ਧਨ ਹੈ ਕਮਾਈ। ਤੇ ਇਸੇ ਹੀ ਆਧਾਰ ਦੇ ਉੱਤੇ ਇਸੇ ਸੂਰਬੀਰ ਬਹਾਦਰ ਯੋਧੇ, ਇਸ ਸ਼ਹੀਦੀ ਪਾਉਣ ਵਾਲੇ ਉਸ ਮਹਾਨ ਸ਼ਖਸੀਅਤ ਨੂੰ ਹੀ ਸਮਰਪਿਤ ਕੇਸ ਸੰਭਾਲ ਪ੍ਰਚਾਰ ਸੰਸਥਾ ਅੱਜ 25ਵੇਂ ਦੇ ਵਿੱਚ ਦਾਖਲ ਹੋ ਗਈ ਹੈ। ਅਸੀਂ ਬਰਕਤ ਦੀ ਟੀਮ ਵੱਲੋਂ ਤੇ ਸਾਡੇ ਸਾਰੇ ਸਰੋਤਿਆਂ ਵੱਲੋਂ ਤੁਹਾਨੂੰ ਸ਼ੁਭੇੱਛਾਵਾਂ ਦਿੰਦੇ ਹਾਂ ਤੇ ਇੰਸ਼ਾਅੱਲਾ ਤੁਸੀਂ ਇਸ ਤਰ੍ਹਾਂ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਵਧਾਉਂਦੇ ਰਹੋ। ਔਰ ਜਿੱਥੇ ਮੈਂ ਪ੍ਰੋਗਰਾਮ ਦੇ ਬਿਗਨਿੰਗ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਜਿੱਥੇ ਸਾਡੇ ਨਾਲ ਇਸ ਟਾਈਮ ਸੰਸਥਾ ਦੇ ਮੈਂਬਰ ਸਾਹਿਬਾਨ ਵੀ ਜੁੜੇ ਹੋਏ ਨੇ ਔਰ ਬਹੁਤ ਸਾਰੇ ਇਹੋ ਜਿਹੇ ਸੱਜਣ ਨੇ ਜਿਹੜੇ ਦੁਨੀਆ ਦੇ ਵੱਖਰੇ ਵੱਖਰੇ ਕੋਨਿਆਂ ਤੋਂ ਸਾਨੂੰ ਸੁਣ ਰਹੇ ਨੇ, ਮੈਸੇਜਿਸ ਵੀ ਭੇਜ ਰਹੇ ਨੇ। ਮੈਂ ਦੱਸਦੀ ਜਾਵਾਂ ਕਿ ਸੰਨ 1999 ਦੇ ਵਿੱਚ ਇਹਨਾਂ ਦਾ ਜਿਹੜਾ ਉਪਰਾਲਾ, ਜਿਹੜਾ ਸਰਦਾਰ ਤਜਿੰਦਰ ਸਿੰਘ ਜੀ ਹੋਰਾਂ ਨੇ ਮੈਂਸ਼ਨ ਕੀਤਾ, ਡੈਕਲੇਮੇਸ਼ਨ ਕੰਟੈਸਟ ਤੇ ਪੋਇਟਰੀ ਕੰਪੀਟੀਸ਼ਨ ਦੇ ਵਿੱਚ ਮੈਂ ਵੀ ਹਿੱਸਾ ਲਿਆ ਸੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ। ਔਰ ਮੈਂ ਇਸ ਚੀਜ਼ ਦੀ ਗਵਾਹੀ ਭਰਦੀ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਆਰਗੇਨਾਈਜੇਸ਼ਨ ਨੇ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਆਪਣੇ ਨਾਲ ਜੋੜਨ ਦੇ ਵੱਡੇ ਉਪਰਾਲੇ ਕੀਤੇ। ਜਿੱਥੇ ਪਤਿਤ ਪੁਨੇ ਦੀ ਹੱਦ ਵਧੀ ਹੋਈ ਹੈ, ਉੱਥੇ ਆਇਡੈਂਟੀਟੀ ਕ੍ਰਾਈਸਿਸ ਦੇ ਟਾਈਮ ਦੇ ਵਿੱਚ ਵੀ ਕੇਸ ਸੰਭਾਲ ਪ੍ਰਚਾਰ ਸੰਸਥਾ ਨੇ ਬੜਾ ਵੱਡਾ ਯੋਗਦਾਨ ਪਾਇਆ ਹੈ। ਪਾਲ ਸਾਹਿਬ, ਜਾਂਦੇ ਜਾਂਦੇ ਤੁਸੀਂ ਕੋਈ ਸਾਡੇ ਸਰੋਤਿਆਂ ਦੇ ਨਾਮ ਸੁਨੇਹਾ ਲਾਓ। ਜੋ ਮੈਂ ਸੁਨੇਹਾ ਦੇਣਾ ਚਾਹੁੰਦਾ, ਵੈਸੇ ਤੁਸੀਂ ਦੇ ਦਿੱਤਾ ਹੈ, ਉਹ ਤੁਸੀਂ ਕਵਿਤਾ ਰਾਏ ਵੀ ਦਿੱਤਾ ਹੈ। ਬਸ ਇਹੀ ਹੈ ਕਿ ਕੇਸ ਸੰਭਾਲ ਪ੍ਰਚਾਰ ਸੰਸਥਾ ਨੇ ਬਹੁਤ ਛੋਟੀ ਜਿਹੀ ਸੰਸਥਾ ਹੈ ਔਰ ਉਦਮ ਹੋ ਸਕਦਾ ਅਸੀਂ ਉਹਨੇ ਨਾ ਕਰ ਪਾਈਏ, ਨਾ ਕਰ ਸਕੀਏ। ਵਾਹਿਗੁਰੂ ਜਿੰਨੀ ਸਮਰੱਥਾ ਬਖਸ਼ੇਗਾ ਅਸੀਂ ਜ਼ਰੂਰ ਕਰਾਂਗੇ। ਪਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ, ਸਾਰੇ ਸਿੱਖ ਭਰਾਵਾਂ ਭੈਣਾਂ ਨੂੰ, ਕਿ ਉਹ ਆਪਣੇ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਜ਼ਰੂਰ ਦੇਣ ਕਿ ਉਹ ਸਿੱਖੀ ਨਾਲ ਜੁੜੇ ਰਹਿਣ। ਬਚਪਨ ਜਿੱਦਾਂ ਪਹਿਲੇ ਕਹਾਣੀਆਂ ਸਾਖੀਆਂ ਸੁਣਾਉਂਦੇ ਸੀ, ਉਹ ਸੁਣਾਉਣ, ਉਹਨਾਂ ਦੀ ਵੀਰਤਾ ਦੀਆਂ ਗਾਥਾਵਾਂ ਸੁਣਾਉਣ, ਗੁਰੂਆਂ ਬਾਰੇ ਦੱਸਣ, ਗੁਰਬਾਣੀ ਬਾਰੇ ਦੱਸਣ ਔਰ ਕਮ ਸੇ ਕਮ ਉਹਨਾਂ ਨੂੰ ਇੰਨੀ ਮਹੱਤਤਾ ਜ਼ਰੂਰ ਦੱਸਣ ਕਿ ਕੀ ਸਾਡੀ ਪਛਾਣ ਹੈ। ਕੋਈ ਜੇ ਸਾਡੇ ਕੇਸ ਨਾ ਹੋਣ, ਜੇ ਸਾਡੀ ਦਸਤਾਰ ਨਾ ਹੋਵੇ ਤਾਂ ਅਸੀਂ ਦੁਨੀਆ ਦੇ ਸਮੁੰਦਰ ਵਿੱਚ ਖੋ ਜਾਵਾਂਗੇ। ਉੱਦਾਂ ਹੀ ਹੋਏਗਾ ਜਿਹੜੇ ਬਾਕੀ ਲੋਕ ਨਜ਼ਰ ਆਉਂਦੇ ਨੇ, ਪਰ ਅਸੀਂ ਡਿਸਟਿੰਗੁਇਸ਼ ਨਜ਼ਰ ਆਉਂਦੇ ਹਾਂ ਸਿਰਫ ਇਸ ਕਰਕੇ ਕਿ ਸਾਡੀ ਇੱਕ ਅਲੱਗ ਪਹਿਚਾਣ ਗੁਰੂ ਨੇ ਦਿੱਤੀ ਹੋਈ ਹੈ। ਇਹ ਪਹਿਚਾਣ ਸਿਰਫ ਇਸ ਕਰਕੇ ਹੈ ਕਿਉਂਕਿ ਅਸੀਂ ਦੁਨੀਆ ਦੇ ਵਿੱਚ ਸੇਵਾ ਭਾਵ ਨੂੰ ਉਜਾਗਰ ਕੀਤਾ ਹੈ। ਆਪਨੇ ਦੇਖਿਆ ਜਿੰਨੀਆਂ ਵੀ ਤਕਲੀਫਾਂ ਦੁਨੀਆ 'ਚ ਹੋਈਆਂ ਨੇ, ਚਾਹੇ ਭਾਵੇਂ ਉਹ ਕਰੋਨਾ ਦੀ ਹੋਵੇ, ਭਾਵੇਂ ਲੜਾਈ ਹੋਵੇ, ਕਿਤੇ ਯੁੱਧ ਹੋ ਰਿਹਾ ਹੋਵੇ, ਕਿਤੇ ਕੋਈ ਜਿਹੜੇ ਬੰਦੇ ਆਏ ਨੇ ਸ਼ਰਨਾਰਥੀ ਹੋਣ, ਅਸੀਂ ਸਭ ਜਗ੍ਹਾ ਸਿੱਖਾਂ ਨੇ ਜਾ ਕੇ ਕੈਂਪ ਲਾਏ, ਉਹਨਾਂ ਦੀ ਮਦਦ ਕੀਤੀ ਹੈ, ਉਹਨਾਂ ਨੂੰ ਲੰਗਰ ਪਹੁੰਚਾਇਆ। ਸਾਡੀ ਉਹ ਕੋਟੇਸ਼ਨ ਸੰਸਥਾ ਦਾ ਰੂਲ ਵੀ ਬੋਲਿਆ ਸੀ ਉਹਨਾਂ ਨੇ ਕਿ ਅਗਰ ਗੁਰੂ ਨਾਨਕ ਦਾ ਲੰਗਰ ਜਿੱਥੇ ਹੈਗਾ ਤੇ ਉੱਥੇ ਕੋਈ ਵੀ ਬੰਦਾ ਹੰਗਰੀ ਨਹੀਂ ਰਹਿ ਸਕਦਾ। ਔਰ ਹੁਣ ਵੀ ਸਭ ਲੋਕ ਇਹ ਮੰਨਦੇ ਨੇ। ਮੈਂ ਚਾਹੁੰਦਾ ਸਾਰੇ ਮਿਲ ਕੇ ਇਹ ਵੈਲਿਊ ਇਹਨੂੰ ਪ੍ਰਮੋਟ ਕਰੋ, ਕਿਉਂਕਿ ਜੇ ਸਾਡੀ ਜਨਰੇਸ਼ਨ ਇਹਨੂੰ ਨਹੀਂ ਪ੍ਰਮੋਟ ਕਰੇਗੀ, ਅਗਲੀ ਜਨਰੇਸ਼ਨ ਨਹੀਂ ਕਰੇਗੀ, ਤਾਂ ਜਿਹੜੀ ਆਉਣ ਵਾਲੀ ਜਨਰੇਸ਼ਨਾਂ ਨੇ ਉਹ ਫਿਰ ਰਸਤੇ 'ਚੋਂ ਭਟਕ ਜਾਣਗੀਆਂ। ਉਹਨਾਂ ਨੂੰ ਭਟਕਣ ਨਹੀਂ ਦੇਣਾ, ਉਹਨਾਂ ਨੂੰ ਜੋੜਨਾ ਹੈ ਆਪਣੀਆਂ। ਜਦੋਂ ਜੜ੍ਹਾਂ ਤੋਂ ਅਗਰ ਜੜ੍ਹਾਂ ਤੋਂ ਹੀ ਉਖੜ ਜਾਏ ਤੇ ਫਿਰ ਦਰਖਤ ਨੇ ਕੀ ਪਲਣਾ ਹੈ। ਆਪ ਜੀ ਨੇ ਇੱਕ ਕਵਿਤਾ ਸੁਣਾਈ ਸੀ ਨਾ ਕਿ ਵੀ ਇਹ ਜਿਹੜਾ ਸਿੱਖੀ ਦਾ ਬੂਟਾ ਹੈ ਉਹਨੂੰ ਅਸੀਂ ਪ੍ਰਫੁੱਲਤ ਕਰਦੇ ਰਹੀਏ ਔਰ ਉਹਨੂੰ ਅਸੀਂ ਜਿਹੜਾ ਕਿ ਉਹਨੂੰ ਅਸੀਂ ਪਾਣੀ, ਉਹਨੂੰ ਅਸੀਂ ਖੂਨ ਦੇ ਨਾਲ ਉਹਨਾਂ ਨੂੰ ਸੀਂਚਿਆ ਹੈ। ਹੁਣ ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਦੇ ਨਾਲ ਜੋੜੀ ਰੱਖੀਏ। ਬਸ ਇੰਨਾ ਹੀ ਮੇਰਾ ਸੁਣਿਆ। ਮੈਂ ਜਾਂਦੀ ਇਹ ਗੱਲ ਜ਼ਰੂਰ ਕਵਾਂਗੀ, ਸਾਡੇ ਸਰੋਤੇ ਸਾਰੇ ਜੁੜੇ ਨੇ ਇਸ ਵਕਤ ਤੇ ਜਿਹੜੇ ਸਾਡੇ ਮਹਿਮਾਨ ਬਣ ਕੇ ਅੱਜ ਆਏ ਸਨ ਉਹ ਵੀ ਸਾਰੇ ਸਾਡੇ ਨਾਲ ਸਕਰੀਨ ਲਾਈਨ ਤੇ ਜੁੜੇ ਹੋਏ ਨੇ। ਮੈਂ ਉਹਨਾਂ ਨੂੰ ਸਾਰਿਆਂ ਨੂੰ ਸਕਰੀਨ ਦੇ ਉੱਤੇ ਪਾਲ ਸਾਹਿਬ ਲੈਂਦੀ ਹਾਂ ਤੇ ਮੈਂ ਉਹਨਾਂ ਤੋਂ ਵਿਦਾ ਲੈਂਦੀ ਹਾਂ ਸਾਰਿਆਂ ਤੋਂ ਵਾਰੀ। ਔਰ ਸਾਡੇ ਨਾਲ ਇਸ ਵਕਤ ਇੰਦਰਜੀਤ ਸਿੰਘ ਜੀ ਚੱਡਾ, ਸਤਿੰਦਰ ਸਿੰਘ ਚਾਵਲਾ, ਜਸਬੀਰ ਸਿੰਘ ਆਲੂਵਾਲੀਆ, ਤਜਿੰਦਰ ਸਿੰਘ ਜੀ ਸਿਡਨੀ ਤੋਂ, ਇਹ ਸਾਡੇ ਨਾਲ ਇਸ ਵਕਤ ਸਕਰੀਨ ਦੇ ਉੱਤੇ ਜੁੜੇ ਨੇ। ਮੈਂ ਇਹਨਾਂ ਸਾਰਿਆਂ ਤੋਂ ਹੀ ਇਸ ਵਕਤ ਖਿਮਾ ਦੀ ਜਾਚਕ ਹੁੰਦੀ ਹਾਂ, ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾਂਦੇ ਹਾਂ। ਤੇ ਮੈਂ ਬਸ ਇਹੀ 17 ਜਿਹੜੀਆਂ ਨੇ ਉਹ ਪਾਲ ਸਾਹਿਬ ਦੇ ਨਾਮ ਜ਼ਰੂਰ ਕਰਨਾ ਚਾਹਾਂਗੀ, ਕਿਉਂਕਿ ਕਹਿੰਦੇ ਆ ਵੀ ਜਿਹੜਾ ਸਾਰਥੀ ਹੁੰਦਾ ਹੈ, ਜੇਕਰ ਉਹ ਜੋਸ਼ ਵਾਲਾ ਹੋਵੇ, ਉਦਮ ਕਰਨ ਵਾਲਾ ਹੋਵੇ, ਉਦਮੀ ਹੋਵੇ,
ਤੇ ਫਿਰ ਜਿਹੜੇ ਬੇੜੇ ਨੇ ਉਹ ਪਾਰ ਜ਼ਰੂਰ ਲੱਗ ਜਾਂਦੇ ਨੇ। ਤੇ ਜਿਸ ਤਰ੍ਹਾਂ ਭਾਈ ਵੀਰ ਸਿੰਘ ਨੇ ਹੀ ਲਿਖਿਆ ਹੈ, ਤੁਸੀਂ ਭਾਈ ਵੀਰ ਸਿੰਘ ਜੀ ਹੋਰਾਂ ਦੀ ਗੱਲ ਕੀਤੀ ਸੀ, ਕਹਿੰਦੇ ਵੀ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਹੀਂ ਬਹਿੰਦੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ। ਸੋ ਇਹ ਤੇ ਖਿੱਚ ਦੀ ਗੱਲ ਹੈ ਵੀ ਜਿਹਦੀ ਤਾਰ ਜੁੜ ਗਈ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਲ, ਉਹਨੇ ਉਪਰਾਲੇ ਕਰਨੇ ਸ਼ੁਰੂ ਕਰਤੇ। ਮਕਸਦ ਉਪਰਾਲਿਆਂ ਦਾ ਇਹ ਹੁੰਦਾ ਹੈ ਕਿ ਉਪਰਾਲਾ ਤੇ ਹੋ ਗਿਆ, ਉਹਨੂੰ ਸੰਭਾਲਣ ਵਾਸਤੇ ਜੋ ਵੀ ਅਸੀਂ ਕਰ ਸਕਦੇ ਹੋਈਏ ਸਾਨੂੰ ਕਰਨਾ ਚਾਹੀਦਾ ਹੈ, ਰਾਦਰ ਦੈਨ ਇਹ ਕਹਿਣਾ ਕਿ ਫਲਾਨੀ ਆਰਗੇਨਾਈਜੇਸ਼ਨ ਨੇ ਇਹ ਨਹੀਂ ਕੀਤਾ, A ਆਰਗੇਨਾਈਜੇਸ਼ਨ ਨੇ ਇਹ ਨਹੀਂ ਕੀਤਾ, B ਆਰਗੇਨਾਈਜੇਸ਼ਨ ਇਹ ਕਰ ਸਕਦੀ ਸੀ ਉਹਨੇ ਇਹ ਨਹੀਂ ਕੀਤਾ। ਵਾਈ ਡੋਂਟ ਵੀ ਡੂ ਆਰ ਪਾਰਟ? ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਚੱਲਦੇ ਰਹਿਣਾ ਚਾਹੀਦਾ। ਇਹ ਜ਼ਿੰਦਗੀ ਦਾ ਇੱਕ ਨੇਮ ਵੀ ਹੈ, ਇੱਕ ਚਾਲ ਵੀ ਹੈ, ਇੱਕ ਅਧਿਆਏ ਵੀ ਹੈ। ਆਓ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਦੇ ਕਹੇ ਹੋਏ ਬਚਨਾਂ ਦੇ ਨਾਲ ਜੁੜੀਏ। ਬਾਣੀ ਤੇ ਬਾਣੇ ਦੋਨਾਂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਇਕੱਲੇ ਬਾਣੇ ਦੇ ਨਾਲ ਵੀ ਕਈ ਵਾਰੀ ਗੱਲ ਨਹੀਂ ਬਣਦੀ, ਬਾਣੇ ਦੇ ਨਾਲ ਜੁੜਨਾ ਜ਼ਰੂਰੀ ਹੈ ਬਿਕੋਜ਼ ਸਿੱਖੀ ਇਜ਼ ਅ ਵੇ ਆਫ ਲਾਈਫ। ਪਰ ਨਾਲ ਹੀ ਨਾਲ ਗੁਰਬਾਣੀ ਦੇ ਨਾਲ ਜੁੜਨਾ ਉਸ ਤੋਂ ਵੀ ਜ਼ਰੂਰੀ ਹੈ, ਕਿਉਂਕਿ ਅਗਰ ਅਸੀਂ ਗੁਰਬਾਣੀ ਦੇ ਨਾਲ ਨਹੀਂ ਜੁੜਦੇ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਘਾਲਨਾਵਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ। ਜਦੋਂ ਅਸੀਂ ਘਾਲਨਾਵਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ ਉਦੋਂ ਸਾਨੂੰ ਚੁਣੌਤੀਆਂ ਦਰਪੇਸ਼ ਹੁੰਦੀਆਂ ਨੇ। ਆਓ ਸਾਰੇ ਰਲ ਮਿਲ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਅੱਜ ਸਾਡੇ ਨਾਲ ਜੁੜੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰਸਨਾ ਜੀ, ਤੁਸੀਂ ਬਹੁਤ ਹੀ ਅੱਛਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ। ਪਾਲ ਸਾਹਿਬ ਕੁਝ ਕਹਿ ਰਹੇ ਨੇ, ਪਾਲ ਸਾਹਿਬ ਕੁਝ ਕਹਿ ਰਹੇ ਨੇ, ਪਾਲ ਸਾਹਿਬ ਨੂੰ ਅਨਮਿਊਟ ਕਰਨਾ। ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਅੱਛਾ ਪ੍ਰੋਗਰਾਮ ਆਪ ਜੀ ਨੇ ਆਰਗੇਨਾਈਜ਼ ਕੀਤਾ ਹੈ। ਮੈਂ ਸਭ ਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਹੋ ਸਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਰੇ ਪਤਵੰਤੇ ਜਿਨ੍ਹਾਂ ਨੇ ਮਿਲ ਮਿਲਾ ਕੇ ਕੇਸ ਸੰਭਾਲ ਪ੍ਰਚਾਰ ਸੰਸਥਾ ਨੂੰ 24 ਵਰੇ ਪੂਰਨ ਕਰਵਾਏ ਔਰ 25ਵੇਂ ਵਰੇ ਦੀ ਸਰਦਲ ਦੇ ਉੱਤੇ ਇਸ ਵੈਬਸਾਈਟ ਰਾਹੀਂ ਉਹਨਾਂ ਬੱਚਿਆਂ ਦੀ ਦੁਬਿਧਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਅਕਸਰ ਸਵਾਲ ਪੁੱਛਿਆ ਕਰਦੇ ਹੈ, ਵਾਈ ਵੀ ਨੀਡ ਟੂ ਹੈਵ ਕੇਸ, ਵਾਈ ਵੀ ਨੀਡ ਟੂ ਵੇਅਰ ਦ ਕੜਾ, ਵਾਈ ਵੀ ਨੀਡ ਟੂ ਹੈਵ ਦ ਕਿਰਪਾਨ। ਸੋ ਮਾਡਰਨਿਜ਼ਮ ਜਿੱਥੇ ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਘਰ ਕਰ ਚੁੱਕੀ ਹੈ, ਉਸ ਸੰਦਰਭ ਦੇ ਵਿੱਚ ਜਦੋਂ ਗੱਲ ਕੀਤੀ ਜਾਵੇ ਤੇ ਕੇਸ ਸੰਭਾਲ ਪ੍ਰਚਾਰ ਸੰਸਥਾ ਦਾ ਇਹ ਉਪਰਾਲਾ ਕਿ ਕੇਸਾਂ ਦੀ ਮਹੱਤਤਾ ਤੇ ਗੱਲ ਕਰਨੀ, ਇਹ ਇੱਕ ਸ਼ਲਾਘਾਯੋਗ ਕਦਮ ਹੈ। ਔਰ ਆਓ ਇਸ ਕਦਮ ਦੇ ਨਾਲ ਕਦਮ ਮਿਲਾ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਹੀ ਅਸੀਂ ਸਿੱਖੀ ਦੇ ਪ੍ਰਚਾਰ ਪ੍ਰਸਾਰ 'ਚ ਹਿੱਸਾ ਲੈ ਸਕਦੇ ਹਾਂ। ਜਦੋਂ ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਦੀ ਗੱਲ ਕਰੀਏ ਤੇ ਗੁਰਬਾਣੀ ਜਦੋਂ ਅਸੀਂ ਕੀਰਤਨੀਆਂ ਕੋਲੋਂ ਸੁਣਦੇ ਹਾਂ ਜਾਂ ਕਥਾਵਾਚਕਾਂ ਕੋਲੋਂ ਸੁਣਦੇ ਹਾਂ, ਉਹ ਦੋ ਤਰੀਕੇ ਹੋ ਗਏ। ਤੀਸਰਾ ਤਰੀਕਾ ਹੁੰਦਾ ਹੈ ਸੈਲਫ ਐਨਾਲਿਸਿਸ। ਸਾਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਚਾਹੀਦਾ ਹੈ, ਆਪਣੀ ਜ਼ਿੰਦਗੀ 'ਚ ਜਜ਼ਬ ਕਰਨਾ ਚਾਹੀਦਾ ਹੈ, ਤਾਂ ਹੀ ਸਿੱਖੀ ਜਿਹੜੀ ਹੈ ਉਹ ਸੰਭਾਲੀ ਮੰਨੀ ਜਾਏਗੀ। ਸੋ ਮੈਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੀ ਹਾਂ ਕਿ ਜੇਕਰ ਕੋਈ ਲਫ਼ਜ਼ ਇਹੋ ਜਿਹਾ ਕਹਿ ਦਿੱਤਾ ਗਿਆ ਹੋਏ, ਕਿਸੇ ਦਾ ਮੈਸੇਜ ਪ੍ਰੋਗਰਾਮ ਸ਼ਾਮਲ ਨਾ ਕੀਤਾ ਗਿਆ ਹੋਏ, ਮੈਂ ਸਾਰਿਆਂ ਤੋਂ ਖਿਮਾ ਦੀ ਜਾਚਕ ਹੁੰਦੀ ਹਾਂ। ਅਤੇ ਜਿੱਥੇ ਜਿੱਥੇ ਕਰੋਨਾ ਦੀਆਂ ਰਿਸਟ੍ਰਿਕਸ਼ਨਸ ਚੱਲ ਰਹੀਆਂ ਨੇ, ਪਲੀਜ਼ ਫੋਲੋ ਦ ਇੰਸਟਰਕਸ਼ਨਸ। ਮਾਸਕ ਪਾ ਕੇ ਰੱਖੋ, 1.5 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜੇਕਰ ਤੁਹਾਨੂੰ ਜ਼ੁਕਾਮ ਲੱਗਾ ਤੇ ਘਰੋਂ ਬਾਹਰ ਨਾ ਨਿਕਲੋ। ਬੜੀਆਂ ਅੱਛੀਆਂ ਸਰਕਾਰਾਂ ਨੇ ਬਾਹਰਲੇ ਮੁਲਕਾਂ ਦੀਆਂ, ਜਿਨ੍ਹਾਂ ਨੇ ਬਹੁਤ ਵਧੀਆ ਵਧੀਆ ਅਲਾਊਂਸਿਸ ਕੱਢੇ ਹੋਏ ਨੇ। ਜੇਕਰ ਤੁਹਾਨੂੰ ਘਰ ਬਹਿਣਾ ਪੈ ਜਾਏ ਤੇ ਉਹ ਸਪੋਰਟ ਕਰਦੇ ਨੇ। ਸੋ ਕੋਸ਼ਿਸ਼ ਕਰੋ ਕਰੋਨਾ ਦੀ ਮਹਾਮਾਰੀ ਨੂੰ ਲੜਨ ਦੇ ਵਿੱਚ ਸਰਕਾਰਾਂ ਦੀ ਮਦਦ ਕੀਤੀ ਜਾਵੇ ਔਰ ਆਪਣੇ ਆਪਣੇ ਤੌਰ 'ਤੇ ਆਪਣੀ ਆਪਣੀ ਕੰਟਰੀਬਿਊਸ਼ਨ ਕੀਤੀ ਜਾਵੇ। ਅਤੇ ਜਿੱਥੇ ਇਸ ਟਾਈਮ ਰਿਸਟ੍ਰਿਕਸ਼ਨਸ ਨਹੀਂ ਲੱਗੀਆਂ ਹੋਈਆਂ, ਉੱਥੇ ਵੀ ਕੋਸ਼ਿਸ਼ ਕਰੋ ਕਿ 3rd 4th ਵੇਵ ਜਿਹੜੀ ਹੈ ਉਹ ਹਮਲਾ ਨਾ ਕਰੇ। ਸੋ ਕੋਸ਼ਿਸ਼ ਕਰੋ ਜਿੰਨੀ ਘੱਟ ਸ਼ੋਪਿੰਗ 'ਤੇ ਨਿਕਲਿਆ ਜਾਏ, ਘੁੰਮਣ ਫਿਰਨ ਦੀਆਂ, ਸਾਰੀ ਜ਼ਿੰਦਗੀ ਘੁੰਮੇ ਫਿਰੇ ਹੋ, ਅਗਾਂਹ ਵੀ ਘੁੰਮਣਾ। ਜੇਕਰ ਸਾਲ 2 ਸਾਲ ਇਹੋ ਜਿਹੇ ਆ ਗਏ ਨੇ ਕਿ ਘਰ ਬੈਠਣਾ ਪੈ ਰਿਹਾ ਤੇ ਬੈਠੋ।
ਇਹ ਉਹ ਸਮਾਂ ਹੈ ਜਿੱਥੇ ਅਸੀਂ ਕਹਿੰਦੇ ਹੁੰਦੇ ਸੀ ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਡੇ ਕੋਲ ਟਾਈਮ ਨਹੀਂ ਹੈਗਾ। ਪਰਮਾਤਮਾ ਨੇ ਟਾਈਮ ਦਿੱਤਾ ਹੈ, ਇਹਨੂੰ ਕੁਆਲਿਟੇਟਿਵਲੀ ਸਪੈਂਡ ਕਰੋ ਔਰ ਸੋਚੋ ਕਿ ਅਸੀਂ ਕਿਸ ਪਰਪਸ ਵਾਸਤੇ, ਕਿਸ ਮਕਸਦ ਰਾਹੀਂ ਸਾਡਾ ਇਹ ਜਨਮ ਹੋਇਆ ਹੈ। ਆਓ ਸੈਲਫ ਐਨਾਲਿਸਿਸ, ਸੈਲਫ ਇੰਟਰੋਸਪੈਕਸ਼ਨ ਵੱਲ ਥੋੜ੍ਹਾ ਜਿਹਾ ਤੁਰੀਏ। ਕਹਿੰਦੇ ਵੀ ਕਹਿਣਾ ਤੇ ਮੈਂ ਬਹੁਤ ਕੁਛ ਚਾਹੁੰਦੀ ਹਾਂ, ਪਰ ਸਮਾਂ ਹੋ ਰਿਹਾ ਪ੍ਰੋਗਰਾਮ ਅਸੀਂ ਵਧਾਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਫੇਸਬੁੱਕ ਪੇਜ ਔਰ YouTube ਚੈਨਲ ਦੇ ਨਾਲ ਸਾਂਝ ਬਣਾਓ। ਸਬਸਕ੍ਰਾਈਬ ਕਰੋ ਚੈਨਲ ਨੂੰ ਤਾਂ ਕਿ ਤੁਹਾਨੂੰ ਆਉਣ ਵਾਲੇ ਪ੍ਰੋਗਰਾਮਾਂ ਦੀ ਜਿਹੜੀ ਸੂਚਨਾ ਹੈ ਉਹ ਪਹਿਲ ਦੇ ਆਧਾਰ ਤੇ ਮਿਲ ਸਕੇ। ਤੇ ਮੈਂ ਅਖੀਰ ਦੇ ਵਿੱਚ ਸਰਬਤ ਦੇ ਭਲੇ ਦੀ ਅਰਦਾਸ ਲੋਚਦੀ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ।